ਮੁੰਡਾ ਫੜਿਆ 2.5 ਸਾਲ ਦੀ ਕੁੜੀ ਫੜੀ 2.5 ਸਾਲ ਦੀ ਤੇ ਵਿਆਹ ਕਰਾਤਾ ਹੀ ਦੋਵਾਂ ਦਾ। ਅੱਲਾ ਮਾਫ ਅੱਲਾ ਮਾਫ ਕਰੇ ਨਾ। 2.5 ਸਾਲ ਦੀ ਕੁੜੀ ਦੇ ਨਾਲ ਵਿਆਹ ਤਾਂ ਮਾਫ। 2.5 ਸਾਲ ਦੀ ਕੁੜੀ ਨਾਲ ਵਿਆਹ ਕਰਾ ਦਿੱਤਾ। ਅੱਛਾ ਉਹ ਮੁੰਡਾ ਫੇਰ ਮਰ ਗਿਆ। ਲੈ ਕਰੋ ਰੱਬ ਦਾ, ਵੇਖੋ ਰੱਬ ਨਾਲ ਪੰਗੇ ਲੈਂਦਾ ਸੀ, ਵੇਖੋ ਰੱਬ ਦੀਆਂ ਕਰਨੀਆਂ। ਉਹ ਮੁੰਡਾ ਫੇਰ ਮਰ ਗਿਆ। ਮੇਰੀ ਛੋਟੀ ਜਿਹੀ ਰਿਕੁਐਸਟ ਹੈ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡੋ ਤੇ ਉਹ ਮੈਨੂੰ ਤਾਂ ਲੱਗਦਾ ਤੁਸੀਂ ਆ ਸਾਰੇ ਉਹਨਾਂ ਦੀ ਜੰਟੀ ਜੇ ਜਿੰਨੇ ਰਲੇ ਕਿੰਨਾ ਦੇ ਮਸ਼ਰ ਬਈ, ਕਿੰਨਾ ਦੇ ਜਮਾਤ ਅਹਿਮਦੀਆ ਦੇ। ਉਹ ਇਹਦੇ ਵਿੱਚ ਜਮਾਤ ਦਾ ਕੀ ਲੈਣਾ ਦੇਣਾ ਆ ਗਿਆ? ਮੈਂ ਤੁਹਾਨੂੰ ਪੀਰ ਲਿਆਕਤ ਹਜ਼ਾਰਵੀ ਦੀ ਗੱਲ ਕਰ ਰਿਹਾ। ਤੇ ਪੀਰ ਨੇ ਇਹਨੇ ਆਪਣੇ ਮੁਰੀਦਾਂ ਨੂੰ ਕੀ ਗੱਪ ਚਾੜੀ ਹੋਵੇ, ਕਹਿੰਦਾ ਕਿ ਇਹ ਮੇਰਾ ਮੁੰਡਾ ਜਦੋਂ ਮਾਂ ਦੇ ਢਿੱਡ ਦੇ ਵਿੱਚ ਸੀ ਨਾ ਅੰਦਰ, ਅੱਛਾ ਇਹ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਉੱਥੇ। ਅੱਛਾ ਜੀ। ਭਾ ਮੈਂ ਨਾ ਕੁੜੀ ਨੂੰ ਜਾਣਦਾ ਨਾ ਮੈਂ ਪੀਰ ਨੂੰ ਜਾਣਦਾ। ਚਲੋ ਜੇ ਕੁੜੀ ਦੀ ਤੁਹਾਨੂੰ ਪਛਾਣ ਕਰਾ ਦਿਆਂ, ਜੇ ਕੁੜੀ ਤੁਹਾਡੀ ਜਾਣਨ ਵਾਲੀ ਹੋਵੇ ਤੇ ਫੇਰ ਗੱਲ ਕਰੋਗੇ, ਫੇਰ ਤੁਹਾਨੂੰ ਕੋਈ ਰੱਬ ਦਾ ਡਰ ਆਏਗਾ, ਕੋਈ ਸ਼ਰਮ ਆਏਗੀ ਤੁਹਾਨੂੰ? ਅੱਲਾ ਭਾਈ ਆਪਣੀ ਕਬਰ ਦਾ ਮਾਰ। ਕੁੜੀ ਦੱਸਾਂ ਕੌਣ ਸੀ? ਉਹ ਕੁੜੀ ਖਲੋ ਜੋ ਹੁਣ ਬਸ਼ਰ ਭਾਈ, ਦੱਸਾਂ ਕੁੜੀ ਕੌਣ ਸੀ ਤੇ ਮੁੰਡਾ ਕੌਣ ਸੀ? ਜੀ ਭਾਈ ਦੱਸਾਂ। ਉਹ ਮੁੰਡਾ ਤੁਹਾਡੇ ਮਿਰਜ਼ਾ ਸਾਹਿਬ ਦਾ ਮੁੰਡਾ ਸੀ, ਉਹ ਮੁਬਾਰਕ ਅਹਿਮਦ, ਇੱਕ ਮਿੰਟ ਜਿਹਦੇ ਨਾਲ 2.5 ਸਾਲ ਦੀ। ਸੁਣ ਲਓ ਗੱਲ ਸੁਣ ਲਓ, ਹੌਸਲਾ। ਇਹ ਤੁਹਾਡੇ ਮਿਰਜ਼ਾ ਸਾਹਿਬ ਦਾ ਮੁੰਡਾ ਸੀ, ਉਹ ਮੁਬਾਰਕ, ਜਿਹਨੇ ਮਾਂ ਦੇ ਢਿੱਡ 'ਚ 2 ਵਾਰੀ ਕਲਾਮ ਕੀਤਾ ਸੀ। ਭਾਈ ਮੈਨੂੰ ਤਾਂ ਇੰਨਾ ਇਲਮ ਨਹੀਂ ਹੈਗਾ, ਪੜਿਆ ਲਿਖਿਆ ਇੰਨਾ ਨਹੀਂ ਮੈਂ ਹੈ, ਲੇਕਿਨ ਇੰਨਾ ਜ਼ਿਆਦਾ ਮੇਰਾ ਇੱਕ ਤੁਹਾਨੂੰ ਮਸ਼ਵਰਾ ਹੈ, ਇੰਨਾ ਜ਼ਿਆਦਾ ਉਹਨਾਂ ਨੂੰ ਤੁਸੀਂ ਬਹੁਤਾ ਹੀ ਸਪੋਰਟ ਕਰਨ ਦੇ ਜੇ। ਇਹਦੇ ਜਿੰਨਾ ਤੁਸੀਂ ਸਪੋਰਟ ਕਰਨ ਦੇ ਜੇ ਨਾ, ਉਹਨਾਂ ਨੂੰ ਬਹੁਤਾ ਮਸ਼ਹੂਰ ਕਰਨ ਦੇ ਜੇ ਤੁਸੀਂ ਉਹਨਾਂ ਦੇ ਨਾਲ। ਜੀ ਉਹ ਮਸ਼ਹੂਰੀ ਕਰਵਾ ਲੈਣੇ ਆ, ਉਹ ਹੋ ਜਾਂਦੀ ਮਸ਼ਹੂਰੀ। ਯੂਕੇ ਦੇ ਵਿੱਚ ਸਗੋਂ ਤੁਸੀਂ ਇਸਲਾਮ ਦੀ ਤਬਲੀਗ ਕਰੋ ਉਹਨਾਂ ਦੇ ਨਾਲ, ਲੋਕਾਂ ਦੇ ਗੈਰ ਮੁਸਲਮਾਨ ਦੇ ਨਾਲ। ਆ ਤੇ ਕਰੋ ਨਾ, ਤੁਹਾਨੂੰ ਕਰਦਾ ਪਿਆ ਤਬਲੀਗ, ਅੱਗੋਂ ਸੁਣਦੇ ਹੀ ਨਹੀਂ ਤੁਸੀਂ। ਮੈਂ ਤੁਹਾਨੂੰ ਕਰਨ ਲੱਗਾ ਤਬਲੀਗ। ਇਹ ਸੁਣੋ ਮੇਰੀ ਤਬਲੀਗ। ਇੱਕ ਬੰਦਾ ਜਿਹੜਾ ਝੂਠ ਬੋਲੇ ਉਹ ਨਬੀ ਹੋ ਸਕਦਾ? ਇਹ ਦੱਸੋ ਮੈਨੂੰ। ਝੂਠ ਬੋਲੇ, ਗੱਲ ਸੁਣੋ, ਤੁਸੀਂ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡੋ ਤੇ ਤੁਸੀਂ ਇਸਲਾਮ ਦੀ ਤਬਲੀਗ ਕਰੋ। ਉਹ ਬਾਈ ਇਸਲਾਮ ਦੀ ਤਬਲੀਗ ਹੁਣ ਕਰਨ ਵੀ ਤੇ ਦਿਓ ਨਾ। ਇਹ ਸੁਣੋ ਇਸਲਾਮ ਦੀ ਤਬਲੀਗ ਸੁਣੋ। ਇਸਲਾਮ ਕਹਿੰਦਾ ਹੈ ਲਾ ਇਲਾਹਾ ਇल्लल्लाह, ਕਿ ਕੋਈ ਇਲਾਹ ਨਹੀਂ ਹੈ, ਕੋਈ ਇਬਾਦਤ ਦੇ ਲਾਇਕ ਨਹੀਂ ਹੈ ਸਿਵਾਏ ਅੱਲਾ ਦੇ। ਠੀਕ ਹੈ ਗੱਲ ਜੀ? ਬਿਲਕੁਲ। ਇੰਨੀ ਤੇ ਸਾਦਾ ਜੱਟਕੀ ਗੱਲ ਸਮਝ ਆਂਦੀ ਜੇ ਨਾ। ਉਹ ਹੈ ਜੱਟ ਜ਼ਿਮੀਂਦਾਰ ਹਾਂ ਭਾਈ। ਹਾਂਜੀ। ਤੇ ਕੁਰਾਨ ਕਹਿੰਦਾ ਵੇ ਕਿ ਕੋਈ ਨਬੀ ਰਸੂਲ ਨਹੀਂ ਹੈ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਆਣਾ। ਹੁਣ ਮੈਨੂੰ ਦੱਸੋ ਵੀ ਇਹ ਜਿਹੜਾ ਮਿਰਜ਼ਾ ਸਾਹਿਬ ਨੇ, ਇਹ ਜਿਹੜਾ ਸਾਰਾ ਤੁਹਾਨੂੰ ਇਹ ਗੇਮ ਮਿਰਜ਼ਾ ਸਾਹਿਬ ਨੂੰ ਛੱਡ ਕੇ ਜਿਹੜੇ ਸ਼ੇਖ ਸਾਹਿਬ ਨੇ, ਮੈਨੂੰ ਤੇ ਉਹਨਾਂ ਦੇ ਏਜੰਟ ਲੱਗਦੇ ਨੇ ਅਹਿਮਦੀਆਂ ਦੇ, ਜਿਸ ਤਰ੍ਹਾਂ ਦੀ ਗੱਲਾਂ ਕਰਦੇ। ਓ ਯਾਰ ਤੁਸੀਂ ਭਾਈਜਾਨ ਸੁਣਦੇ ਕਿਉਂ ਨਹੀਂ ਗੱਲ? ਤੁਹਾਡੇ ਸਬਰ ਕਿਉਂ ਨਹੀਂ ਹੈ? ਗੱਲ ਤੇ ਸੁਣੋ। ਇੱਥੇ ਨਾ ਮੈਂ ਇੱਧਰ ਰਹਿਣਾ ਮੁਲਤਾਨ ਸਾਈਡ ਨਾ, ਮਾਸ਼ਾਅੱਲਾ। ਇੱਥੇ ਨਾ ਸਾਡੇ ਕੋਲ ਨਾ ਇੱਥੇ ਇੱਕ ਪੀਰ ਸਾਹਿਬ ਹੋ ਗਏ ਜੀ, ਬੜੇ ਮਸ਼ਹੂਰ ਪੀਰ ਲਿਆਕਤ ਹਜ਼ਾਰਵੀ। ਕਦੀ ਨਾਂ ਸੁਣਿਆ ਜੀ? ਨਹੀਂ ਭਾਈ ਇੰਨਾ ਨਹੀਂ ਨਾ ਸੁਣਿਆ। ਲਾਹੌਰ ਦੇ ਰਹਿਣ ਵਾਲੇ ਆ ਅਸੀਂ, ਇੱਕ ਮਾਡਲ ਟਾਊਨ ਨਹੀਂ ਜਿੱਥੇ ਸ਼ਹਾਦਤਾਂ ਹੋਈਆਂ ਜਮਾਤ ਦੀਆਂ। ਅੱਛਾ ਠੀਕ ਹੈ। ਅੱਛਾ ਤੇ ਉਹ ਨਾ ਪੀਰ ਲਿਆਕਤ ਹਜ਼ਾਰਵੀ ਸਾਹਿਬ ਨਾਲ ਤੇ ਬੜੇ ਜਨਾਬ ਮੁਰੀਦ ਸ਼ਰੀਦ ਤੇ ਬੜੇ ਅੱਗੇ ਪਿੱਛੇ। ਤੇ ਉਹ ਨਾ ਹੁਣ ਸੀਨ ਇੰਜ ਬਣਿਆ ਵੀ ਪੀਰ ਸਾਹਿਬ ਬੜੀਆਂ ਗੱਲਾਂ ਕਰਨ, ਆਖਣ ਜੀ ਮੈਨੂੰ ਬੜੇ ਜਨਾਬ ਬਸ਼ਾਰਤਾਂ ਹੁੰਦੀਆਂ ਨੇ, ਮੈਨੂੰ ਬੜੀਆਂ ਗੱਲਾਂ ਪਤਾ ਲੱਗ ਜਾਂਦੀਆਂ ਨੇ, ਕੰਮ ਹੋਣ ਵਾਲਾ ਹੁੰਦਾ ਮੈਨੂੰ ਪਹਿਲੇ ਹੀ ਪਤਾ ਲੱਗ ਜਾਂਦਾ। ਪੀਰ ਸਾਹਿਬ ਦਾ ਹੋਇਆ ਇੱਕ ਮੁੰਡਾ। ਕੀ ਹੋਇਆ? ਮੁੰਡਾ ਹੋ ਗਿਆ ਪੀਰ ਸਾਹਿਬ ਦਾ। ਅੱਛਾ ਉਧਰੋਂ ਪੀਰ ਸਾਹਿਬ ਨੂੰ ਕਿਧਰੇ ਖਾਬ 'ਚ ਜਨਾਬ ਇਹ ਗੱਲ ਆ ਗਈ ਕਿ ਮੁੰਡਾ ਤੇਰਾ ਮਰ ਜਾਣਾ, ਇਹਨੇ ਨਹੀਂ ਬਚਣਾ। ਠੀਕ ਹੈ। ਅੱਛਾ ਹੁਣ ਪੀਰ ਸਾਹਿਬ ਲਗੇ ਫਿਰਨ ਪਰੇਸ਼ਾਨ, ਤੇ ਅਗਲੇ ਦਿਨ ਉਹ ਪੀਰ ਦੇ ਸਾਰੇ ਨਾ ਮੁਰੀਦ ਸ਼ਰੀਦ ਸਾਰੇ ਬੈਠੇ, ਮਤਲਬ ਮਹਿਫਲ ਲੱਗੀ, ਜਨਾਬ ਹੁੱਕਾ ਭਖਿਆ। ਅੱਛਾ ਪੀਰ ਵੀ ਮਤਲਬ ਫੁੱਲ, ਤੁਹਾਨੂੰ ਪਤਾ ਹੈ ਇੱਧਰ ਇੰਜ ਦੇ ਹੀ ਹੁੰਦੇ ਨੇ, ਉਹ ਹੁੱਕੇ ਸੂਟੇ ਵਾਲੇ ਪੀਰ ਨਾ। ਅੱਛਾ ਇੱਕ ਮਰੀਦ ਆਇਆ ਤੇ ਉਹ ਆ ਕੇ ਨਾ ਕਹਿੰਦਾ ਪੀਰ ਸਾਹਿਬ ਤੁਸੀਂ ਪਰੇਸ਼ਾਨ ਹੋ ਤੇ ਲੇਕਿਨ ਮੈਨੂੰ ਇੱਕ ਖ਼ਾਬ ਆਇਆ ਹੈ। ਮੈਨੂੰ ਵੀ ਖ਼ਾਬ ਆਇਆ, ਅਸੀਂ ਵੀ ਤੁਹਾਡੇ ਮਰੀਦ ਹਾਂ, ਸਾਨੂੰ ਵੀ ਸ਼ਾਇਦ ਕੋਈ ਸੱਚਾ ਆ ਗਿਆ ਹੋਵੇ। ਉਹਨੇ ਕਿਹਾ ਕੀ? ਕਹਿੰਦਾ ਮੈਨੂੰ ਖ਼ਾਬ ਆਇਆ ਕਿ ਅਗਰ ਇਸ ਮੁੰਡੇ ਦੀ ਤੁਸੀਂ ਸ਼ਾਦੀ ਕਰਾ ਦਿਓ ਨਾ ਪੀਰ ਸਾਹਿਬ, ਤੇ ਇਹ ਬਚ ਸਕਦਾ। ਕੀ ਹੋਇਆ ਭਲਾ? ਜੀ ਹੁਕਮ ਕਰੋ ਭਾਈ, ਦੱਸੋ। ਨਹੀਂ ਤੁਸੀਂ ਮੇਰੀ ਗੱਲ ਸੁਣੀ। ਉਹ ਮਰੀਦ ਨੇ ਕਿਹਾ ਵੀ ਮੈਨੂੰ ਖ਼ਾਬ ਆਇਆ ਕਿ ਅਗਰ ਇਹ ਮੁੰਡੇ ਦੀ ਕਰਾ ਦਿਓ ਨਾ ਸ਼ਾਦੀ ਤੁਸੀਂ, ਤੇ ਇਹ ਬਚ ਸਕਦਾ, ਮੈਨੂੰ ਇਹ ਖ਼ਾਬ ਆਇਆ ਜੀ। ਅੱਛਾ ਜੀ। ਅੱਛਾ ਹੁਣ ਪੀਰ ਸਾਹਿਬ ਨੇ ਕੀ ਕੀਤਾ? ਪੀਰ ਸਾਹਿਬ ਨੇ ਕਿਹਾ ਵੀ ਲਓ ਜੀ ਜਨਾਬ ਚੱਕ ਦਿਓ ਫੱਟੇ, ਨੱਪ ਦਿਓ ਕਿੱਲੀ, ਸਵੇਰੇ ਜਲੰਧਰ ਤੇ ਸ਼ਾਮ ਨੂੰ ਦਿੱਲੀ। ਪੀਰ ਸਾਹਿਬ ਨੇ ਭਾਈ ਉਹ ਨਿੱਕਾ ਜਿਹਾ ਮੁੰਡਾ ਫੜਿਆ, 2.5 ਸਾਲ ਦੀ ਕੁੜੀ ਫੜੀ 2.5 ਸਾਲ ਦੀ, ਤੇ ਵਿਆਹ ਕਰਾਤਾ ਹੀ ਦੋਵਾਂ ਦਾ। ਅੱਲਾ ਮਾਫ ਕਰੇ ਨਾ। 2.5 ਸਾਲ ਦੀ ਕੁੜੀ ਦੇ ਨਾਲ ਵਿਆਹ ਤਾਂ ਮਾਫ। 2.5 ਸਾਲ ਦੀ ਕੁੜੀ ਨਾਲ ਵਿਆਹ ਕਰਾ ਦਿੱਤਾ। ਅੱਛਾ ਉਹ ਮੁੰਡਾ ਫੇਰ ਮਰ ਗਿਆ। ਲੈ ਕਰੋ ਰੱਬ ਦਾ, ਵੇਖੋ ਰੱਬ ਨਾਲ ਪੰਗੇ ਲੈਂਦਾ ਸੀ, ਵੇਖੋ ਰੱਬ ਦੀਆਂ ਕਰਨੀਆਂ। ਉਹ ਮੁੰਡਾ ਫੇਰ ਮਰ ਗਿਆ ਹੀ, ਨਹੀਂ ਬਚਿਆ। ਇਹ ਜੇ ਗੱਲਾਂ, ਇਹ ਜਦੋਂ ਰੱਬ ਨਾਲ ਪੰਗੇ ਲਈਏ ਨਾ ਤੇ ਮਤਲਬ ਕਰੀਏ ਆਪਣੇ ਟੂਣੇ ਟੂਟ ਕੇ, ਤੇ ਉਹ ਮੁੰਡਾ ਭਾਜੀ ਮਰ ਗਿਆ। ਅੱਛਾ ਲੋਕਾਂ ਹੁਣ ਗੱਲਾਂ ਕੀਤੀਆਂ, ਉਹਨੇ ਕਿਹਾ ਤੂੰ ਬੜਾ ਪੀਰ ਬਣਨਾ ਹੈ, ਤੂੰ ਕਹਿੰਦਾ ਹੈ ਤੈਨੂੰ ਜੋ ਖਾਬ ਆਇਆ ਸੀ ਹੈ, ਤੂੰ ਜੋ ਕਹਿੰਦਾ ਮੈਨੂੰ ਰੱਬ ਨੇ ਆਖਿਆ ਮੁੰਡਾ ਮਰ ਜਾਣਾ, ਤੇ ਫੇਰ ਕਿਉਂ ਬਚਾਉਣ ਤੁਰ ਪਿਆ ਇਹਨੂੰ?
ਫਿਰ ਕਿਉਂ ਤੂੰ ਇਹ ਵਿਆਹ ਵਾਲੇ ਟੂਣੇ ਕੀਤੇ ਨੇ? ਐਡਾ ਬੇਸ਼ਰਮ ਹੈ ਅੱਗੋਂ, ਫਿਰ ਵੀ ਢੀਠ ਨਹੀਂ ਹੋਇਆ। ਉਹ ਫਿਰ ਗੱਲ ਅੱਲਾ ਤੇ ਪਾਤੀ, ਕਹਿੰਦਾ ਬਸ ਠੀਕ ਹੈ, ਫਿਰ ਉਹ ਹੁਣ ਮਰ ਗਿਆ ਤੇ ਇਹ ਵੀ ਅੱਲਾ ਦੀ ਮਰਜ਼ੀ, ਨਹੀਂ ਸੀ ਮਰਨਾ ਤਾਂ ਵੀ ਅੱਲਾ ਦੀ ਮਰਜ਼ੀ। ਅੱਲਾ ਦਾ ਸਵਾਲ ਹੁੰਦਾ ਵੀ ਕੁਛ ਨਹੀਂ। ਮੈਨੂੰ ਦੱਸੋ ਗੱਲ ਕਰਨ ਦਾ ਮਕਸਦ ਕੀ? ਤੁਹਾਡੇ ਨਾਲ ਮੈਂ ਇੱਕ ਦੋ ਗੱਲ ਕਰਨੀਆਂ ਨੇ। ਹਾਂ ਅੱਛਾ, ਮਕਸਦ ਹੁਣ ਮਕਸਦ ਉਹ ਦੇਖੋ ਨਾ, ਤੁਸੀਂ ਕਿਹਾ ਸੀ ਇਸਲਾਮ ਦੀ ਤਬਲੀਗ, ਹੁਣ ਇਹ ਮੁਸੀਬਤਾਂ ਨੇ, ਮੈਂ ਤਬਲੀਗ ਤੇ ਕਰਾਂ, ਮੇਰੇ ਮੁਸਲਮਾਨ ਮੈਨੂੰ ਪੈ ਜਾਂਦੇ ਨੇ, ਇਹਨਾਂ ਦੇ ਪੀਰਾਂ ਦੇ ਖਿਲਾਫ ਗੱਲ ਕਰਦੇ ਆ, ਇਹ ਡੰਡੇ ਚੁੱਕ ਲੈਂਦੇ ਨੇ। ਇਹ ਸ਼ਿਰਕ ਹੈ ਕਿ ਨਹੀਂ? ਤੁਸੀਂ ਮੈਨੂੰ ਦੱਸੋ ਵੀ ਇਹ ਇੱਕ ਬੰਦਾ ਰੱਬ ਇੱਕ ਨੂੰ ਮਾਰੇ ਤੇ ਉਹ ਕਵੇ ਨਹੀਂ ਮੈਂ ਬਚਾ ਲਵਾਂਗਾ ਵਿਆਹ ਕਰਾ ਕੇ ਉਹਦਾ, ਉਹ ਵੀ 2.5 ਸਾਲ ਦੀ ਬੱਚੀ ਨਾਲ ਯਾਰ, ਨਿੱਕੀ ਜੀ ਨੇ। ਇਹ ਗੱਲਾਂ ਹੈ ਨੇ ਕੋਈ ਕਰਨ ਦੀਆਂ? ਮੈਂ ਗੱਲ ਮਕਸਦ ਭਾਈ ਬੜੇ ਅਦਬ ਨਾਲ, ਬੜੇ ਪਿਆਰ ਨਾਲ, ਮੁਹੱਬਤ ਦੇ ਨਾਲ ਤੁਹਾਨੂੰ ਅਰਜ਼ ਕਰਨੀ ਸੀ। ਮੈਂ ਸਿਰਫ ਇਹ ਜਿਹੜੇ ਬਜ਼ੁਰਗ ਨੇ ਨਾ, ਚਿੱਟੀ ਦਾੜੀ ਵਾਲੇ ਸ਼ੇਖ ਸਾਹਿਬ, ਓਏ ਬਜ਼ੁਰਗਾਂ ਨੂੰ ਤੇ ਛੱਡੋ, ਪਹਿਲੇ ਇਹਦਾ ਤੇ ਕੁਝ ਕਰੋ। ਇਹ ਲਿਆਕਤ ਹਜ਼ਾਰਵੀ ਦਾ ਤੇ ਦੱਸੋ ਮੈਨੂੰ, ਇਹ ਉਹਨੇ ਚਵਲ ਮਾਰੀ ਕਿ ਨਹੀਂ ਮਾਰੀ? ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਭਾਈ, ਮੇਰੀ ਗੱਲ ਸੁਣ ਲਓ। ਇੱਕ ਅਰਜ਼ਾ ਛੋਟੀ ਜੀ, ਵੇਖੋ ਤੁਸੀਂ 4 ਘੰਟੇ 7-10 ਦਿਨ, ਮਹੀਨਾ 2 ਮਹੀਨੇ ਵੀ ਕਿਸੇ ਦੇ ਖਿਲਾਫ ਗੱਲਾਂ ਕਰੋਗੇ ਨਾ ਜਮਾਤ ਦੇ, ਉਹਨਾਂ ਨੂੰ ਸਗੋਂ ਤੁਸੀਂ ਓਏ ਜਮਾਤ ਨੂੰ ਤੇ ਮੈਂ ਛੱਡਤਾ ਮੁਬਸ਼ਰ ਭਾਈ, ਇਹਦਾ ਇਹ ਪੀਰ ਦਾ ਦੱਸੋ ਪਹਿਲੇ ਮੈਨੂੰ ਪਤਾ ਲੱਗੇ ਨਾ ਤੁਸੀਂ ਸੱਚੇ ਆਦਮੀ ਹੋ ਕਿ ਨਹੀਂ। ਤੁਸੀਂ ਮੰਨਦੇ ਜੇ ਪੀਰਾਂ ਪੂਰਾਂ ਨੂੰ? ਉਹ ਭਾਈ ਅਸੀਂ ਅੱਲਾ ਤੋਂ ਸਿਵਾ ਕਿਸੇ ਨੂੰ ਨਹੀਂ ਮੰਨਦੇ। ਤੇ ਅੱਛਾ ਫਿਰ ਇਹ ਜਿਹੜਾ ਪੀਰ ਨੇ ਕੰਮ ਕੀਤਾ, ਮੁੰਡੇ ਦੀ ਵਿਆਹ ਕਰਾ ਦਿੱਤਾ 2.5 ਸਾਲ ਦੀ ਕੁੜੀ ਨਾਲ, ਇਹ ਸ਼ਿਰਕ ਕੀਤਾ ਕਿ ਨਹੀਂ ਉਹਨੇ? ਉਹ ਮੇਰੇ ਭਾਈ ਤੂੰ ਹੀ ਜਾਣਦੇ ਜੇ ਇਸ ਪੀਰ ਨੂੰ, ਮੈਂ ਤੇ ਇਸ ਪੀਰ ਨਾਲ ਨਾ ਹੀ ਪਹਿਲੀ ਵਾਰ ਸੁਣਿਆ। ਇਹ ਮੁਲਤਾਨ ਦਾ ਪੂਰੇ YouTube ਤੇ ਆਂਦਾ, ਲਿਆਕਤ ਹਜ਼ਾਰਵੀ ਸਰਚ ਕਰੋ ਤੁਸੀਂ, ਹੁਣੇ ਆ ਜਾਏਗਾ। ਅੱਛਾ ਗੱਲ ਸੁਣੋ, ਮੈਂ ਮੇਰੀ ਛੋਟਾ ਜਿਹਾ ਤੁਹਾਨੂੰ ਮਸ਼ਵਰਾ ਨਹੀਂ, ਪਰ ਤੁਸੀਂ ਮੇਰੀ ਗੱਲ ਦਾ ਜਵਾਬ ਤੇ ਦਿਓ ਨਾ ਯਾਰ, ਫਿਰ ਅੱਗੇ ਟੁਰਾਂਗੇ। ਪਹਿਲੇ ਦੱਸੋ ਨਾ ਉਹਨੇ ਇਹ ਕੰਮ ਜਿਹੜਾ ਕੀਤਾ ਹੈ ਕਿ ਮੈਂ, ਰੱਬ ਕਹਿੰਦਾ ਮੈਂ ਮਾਰ ਦੇਣਾ ਤੇਰਾ ਮੁੰਡਾ, ਪੀਰ ਕਹਿੰਦਾ ਨਹੀਂ ਮੈਂ ਬਚਾ ਲੈਣਾ ਵਿਆਹ ਕਰਾ ਕੇ। ਜਦੋਂ ਰੱਬ ਕਹਿ ਦਿੰਦਾ ਤੇ ਰੱਬ ਜਦੋਂ ਕਹਿ ਦਿੰਦਾ ਹੋ ਜਾ ਤੇ ਉਹ ਕੰਮ ਹੋ ਜਾਂਦਾ। ਤੇ ਫਿਰ ਉਹਨੇ ਵਿਆਹ ਕਿਉਂ ਕਰਾਇਆ 2.5 ਸਾਲ ਦੀ ਕੁੜੀ ਨਾਲ? ਇਹ ਚਵਲ ਮਾਰੀ ਕਿ ਨਹੀਂ? ਇਸਲਾਮ ਦੇ ਖਿਲਾਫ ਹੈ ਜਿਹੜਾ ਕਰਦਾ ਤੇ ਉਹ ਰੱਬ ਫੜ ਲੈਂਦਾ ਉਹਨੂੰ। ਜੇ ਜਮਾਤ ਇਸਲਾਮ ਦੇ ਖਿਲਾਫ ਹੈ ਤੇ ਰੱਬ ਉਹਨਾਂ ਨੂੰ ਆਪੇ ਫੜ ਲੈਣਗੇ। ਉਹ ਜਮਾਤ ਨੂੰ ਵਿੱਚ ਕਿੱਥੇ ਲੈਣ ਦੇ ਮੁਬਸ਼ਰ ਭਾਈ, ਲਿਆਕਤ ਹਜ਼ਾਰਵੀ ਮਤਲਬ ਚਲੋ ਉਹਦੀ ਤਾਂ ਗੱਲ ਨਹੀਂ ਮੈਂ ਤੁਹਾਨੂੰ ਕਰ ਸਕਦਾ, ਮੈਂ ਉਹਨੂੰ ਜਾਣਦਾ, ਲੇਕਿਨ ਮੈਂ ਛੋਟਾ ਜਿਹਾ ਅਰਜ਼ ਇਹ ਨਹੀਂ, ਤੁਸੀਂ ਬੰਦੇ ਨੂੰ ਛੱਡੋ, ਜਿਹੜਾ ਕੰਮ ਉਹਨੇ ਕੀਤਾ ਵੇ, ਇੱਕ ਦੱਸੋ ਮੈਨੂੰ, 2.5 ਸਾਲ ਦੀ ਬੱਚੀ ਦਾ ਵਿਆਹ ਕਰਾ ਦੇਣਾ, ਉਹ ਫਿਰ ਮੁੰਡਾ ਮਰ ਜਾਵੇ, 2.5 ਸਾਲ ਦੀ ਬੇਵਾ ਵਿਚਾਰੀ, ਇਹ ਕੋਈ ਗੱਲ ਹੈ? ਕੋਈ ਅਕਲ ਦੀ, ਇਹ ਕੋਈ ਸ਼ਰਮ ਦੀ ਗੱਲ ਹੈ ਵੇ? ਬਾਈ ਵੇਖੋ, ਪਹਿਲੀ ਤੇ ਗੱਲ ਹੈ ਇਸਲਾਮ 'ਚ ਜੋ ਚੀਜ਼ਾਂ ਨੇ ਨਾ ਉਹ ਸਮਝਣਾ ਉਹਨੂੰ, ਉਹ ਬੜੀ ਵੱਡੀ ਗੱਲ ਹੈ। ਸਾਡੀ ਗੱਲ ਹੈ, ਮਿਸਾਲ ਦੇਣ ਦਾ ਕਿ ਮੈਂ ਜਾਤੀ ਤੌਰ ਤੇ ਮੈਂ ਇਹ ਕਹਿੰਦਾ ਤੁਸੀਂ ਬੜੇ ਬੰਦੇ ਜੀ, ਸ਼ੇਖ ਸਾਹਿਬ ਵੀ ਬੜੇ ਚੰਗੇ ਨੇ, ਲੇਕਿਨ ਤੁਸੀਂ ਇਹਦਾ ਟਾਈਮ ਜ਼ਾਇਆ ਨਾ ਕਰੋ। ਉਹਨਾਂ ਜਮਾਤ ਜੇ ਝੂਠੇ ਬੰਦੇ ਹੋਣ ਨਾ ਜਮਾਤ ਦੇ, ਅੱਲਾ ਆਪੇ ਉਹਨਾਂ ਨੂੰ। ਯਾਰ ਮੁਬਸ਼ਰ ਭਾਈ, ਜਮਾਤ ਦੀ ਤੇ ਮੈਂ ਗੱਲ ਹੀ ਨਹੀਂ ਕਰ ਰਿਹਾ ਪਿਆਰਿਓ, ਜਮਾਤ ਨੂੰ ਤੇ ਮੈਂ ਛੱਡ ਦਿੱਤਾ ਵੇ। ਨਹੀਂ ਚਲੋ ਉਹ ਸ਼ੇਖ ਸਾਹਿਬ ਚਾਹ ਬਣਾਉਣ ਗਏ ਨੇ, ਹੈ ਨਹੀਂ ਗੇ। ਮੇਰੀ ਗੱਲ ਰੱਬ ਦਾ ਮਸਲਾ, ਤੁਹਾਡਾ ਤੇ ਰੱਬ ਦਾ ਮਸਲਾ, ਠੀਕ ਹੈ। ਲਿਆਕਤ ਹਜ਼ਾਰਵੀ ਦਾ ਮਸਲਾ ਕਿਹਦੇ ਨਾਲ ਵੇ? ਉਹ ਪੀਰ ਦਾ ਕਿਹਦੇ ਨਾਲ ਮਸਲਾ? ਤੁਸੀਂ, ਮੇਰੀ ਛੋਟੀ ਜਿਹੀ ਰਿਕੁਐਸਟ ਹੈ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡੋ। ਤੇ ਉਹ ਮੈਨੂੰ ਤਾਂ ਲੱਗਦਾ ਤੁਸੀਂ ਆ ਸਾਰੇ ਉਹਨਾਂ ਦੀ ਏਜੰਟੀ ਜੇ ਜਿੰਨੇ ਰਲੇ। ਕਿੰਨਾ ਦੇ ਮੁਬਸ਼ਰ ਭਾਈ, ਕਿੰਨਾ ਦੇ? ਜਮਾਤ ਅਹਿਮਦੀਆ ਦੇ। ਉਹ ਇਹਦੇ ਵਿੱਚ ਜਮਾਤ ਦਾ ਕੀ ਲੈਣਾ ਦੇਣਾ ਆ ਗਿਆ? ਮੈਂ ਤੁਹਾਨੂੰ ਪੀਰ ਲਿਆਕਤ ਹਜ਼ਾਰਵੀ ਦੀ ਗੱਲ ਕਰ ਰਿਹਾ। ਹਾਂਜੀ, ਤਾਂ ਤੁਸੀਂ ਮੈਂ 1 ਘੰਟੇ 2 ਘੰਟੇ ਗੱਲਾਂ ਕਰਦੇ ਨਾ, ਸ਼ੇਖ ਸਾਹਿਬ ਵੀ ਪੀ ਜਮਾਤ ਇੰਜ ਹੋ ਗਈ। ਅੱਛਾ ਚਲੋ ਛੱਡੋ ਯਾਰ, ਤੁਸੀਂ ਜੱਟ ਭਰਾ ਹੋ। ਇੱਕ ਹੋਰ ਗੱਲ ਸੁਣੋ, ਮੁਲਾਕਾਤ ਕਰਨ ਆਏ ਹਨ, ਮੈਂ ਇਸਲਾਮਾਬਾਦ। ਇੱਕ ਹੋਰ ਗੱਲ ਸੁਣੋ, ਅੱਛਾ ਮੌਕਾ ਤੇ ਦੇ ਦਿਓ ਮੁਬਸ਼ਰ ਭਾਈ, ਗੱਲ ਤੇ ਸੁਣ ਲਓ। ਜਿੰਨੇ ਵੀ ਹੈ ਹਾਂਜੀ ਸਾਰੇ ਭਰਾ ਵਾ, ਹੁਣ ਗੱਲ ਤੇ ਸੁਣ ਲਓ ਨਾ। ਭਰਾ ਦੀ ਗੱਲ ਵੀ ਨਹੀਂ ਯਾਰ, ਕੈਸਾ ਭਰਾ ਜੱਟ ਆਦਮੀ ਵੇਲਾ ਗੱਲ ਨਹੀਂ ਸੁਣਦਾ ਤੂੰ ਮੇਰੇ ਭਾਈ। ਅੱਛਾ, ਇਸੇ ਪੀਰ ਲਿਆਕਤ ਹਜ਼ਾਰਵੀ ਦਾ ਇੱਕ ਹੋਰ ਕਿੱਸਾ ਸੁਣ। ਇਹ ਜਿਹੜਾ ਮੁੰਡਾ ਇਹਦਾ ਮਰ ਨਹੀਂ ਗਿਆ, ਜਿਹੜਾ ਮਤਲਬ ਇਹਨੇ 2.5 ਸਾਲ ਦੀ ਕੁੜੀ ਨਾਲ ਵਿਆਹ ਕਰਾ ਦਿੱਤਾ, ਇਹ ਪੀਰ ਨੇ, ਇਹਨੇ ਆਪਣੇ ਮੁਰੀਦਾਂ ਨੂੰ ਕੀ ਗੱਪ ਚਾੜੀ ਹੋਵੇ, ਕਹਿੰਦਾ ਕਿ ਇਹ ਮੇਰਾ ਮੁੰਡਾ ਜਦੋਂ ਮਾਂ ਦੇ ਢਿੱਡ ਦੇ ਵਿੱਚ ਸੀ ਨਾ ਅੰਦਰ, ਅੱਛਾ, ਇਹ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਉੱਥੋਂ। ਅੱਛਾ ਜੀ, ਇਹ ਹੁਣ ਕੋਈ ਗੱਲ ਹੈ, ਕੋਈ ਮੰਨਣ ਦੀ ਹੈ? ਉਹ ਪੀਰ ਨੂੰ ਉਹਦੇ ਹਾਲ ਤੇ ਛੱਡੋ। ਤੁਸੀਂ ਜੋ ਤੁਹਾਡਾ ਦਿਲ ਮੰਨਦਾ, ਤੁਸੀਂ ਆਪਣੇ ਦਿਮਾਗ ਨਾਲ ਕੁਰਾਨ ਪੜੋ, ਨਮਾਜ਼ ਪੜੋ। ਇਹ ਤੁਸੀਂ ਦੱਸੋ ਹਾਂ ਆਪਣੇ ਦਿਮਾਗ ਨਾਲ ਕਿ ਕੁਰਾਨ ਦੇ ਮੁਤਾਬਕ ਇਹ ਗੱਲ ਹੈ ਕਿ ਮਾਂ ਦੇ ਢਿੱਡ ਚੋਂ ਮੁੰਡਾ ਗੱਲਾਂ ਕਰ ਰਿਹਾ? ਉਹਨੂੰ ਉਹਦੇ ਹਾਲ ਤੇ ਛੱਡ ਦਿਓ। ਉਹ ਜਿਹੜਾ ਪੀਰ ਆ ਉਹਨੂੰ ਉਹਦੇ ਹਾਲ ਤੇ ਛੱਡ ਦਿਓ। ਅੱਛਾ ਨਹੀਂ, ਉਹ ਇਹਨੂੰ ਇਹਦੇ ਪਿੱਛੇ ਮੰਨਣਾ ਚਾਹੀਦਾ ਹੈ, ਇਸ ਪੀਰ ਦੇ, ਇਹਦੀ ਇਤਬਾਹ ਕਰਨੀ ਚਾਹੀਦੀ ਹੈ, ਜਾਂ ਇਹਨੂੰ ਛੱਡ ਦੇਈਏ, ਦਫਾ ਕਰੀਏ ਤੇ ਅੱਲਾ ਨੂੰ ਮੰਨੀਏ? ਉਹਨੂੰ ਉਹਦੇ ਹਾਲ ਤੇ ਛੱਡੋ, ਜੋ ਰੱਬ ਉਹਨੂੰ ਆਪੇ ਜੋ ਕਰੇਗਾ, ਰੱਬ ਦਾ ਤੇ ਉਹਦਾ ਮਸਲਾ। ਨਹੀਂ, ਲੇਕਿਨ ਉਹਦੇ ਪਿੱਛੇ ਉਹਨੂੰ ਉਹਦੇ ਦਰਬਾਰ ਤੇ ਜਾਣਾ, ਉਹਨੂੰ ਪੈਸੇ ਦੇਣਾ, ਹਦੀਏ ਦੇਣਾ, ਇਹ ਜਾਇਜ਼ ਹੈ ਇਸ ਪੀਰ ਨੂੰ? ਯਾਰ ਲੋਕੀ ਸਦਕਾ ਖੈਰਾਤ ਦਿੰਦੇ ਨੇ, ਚਾਹੇ ਕਿਸੇ ਨੂੰ ਦੇ ਦਿਓ, ਪਰ ਚਾਹੇ ਕਿਸੇ ਨੂੰ ਬੈਂਕ ਚ ਘਲਾ ਦਿਓ, ਚਾਹੇ ਅੰਗੋਰਿਆਂ ਦਾ ਵੀ ਤੇ ਇੱਥੇ ਲੈਣੇ। ਉਹਨੂੰ ਸਿਰੀਆਂ ਦੇਣਾ ਜਾਇਜ਼ ਹੈ? ਜਿਹੜਾ 2.5 ਸਾਲ ਦੀ ਕੁੜੀ ਦਾ ਵਿਆਹ ਕਰਾ ਦੇਵੇ ਉਹਨੂੰ ਸਿਰੀ ਦੇ ਸਕਦੇ ਸਦਕੇ ਵਾਲੀ? ਜਾਦੂ ਟੂਣੇ ਤੇ ਉਂਝ ਹੀ ਇਸਲਾਮ ਚ ਮਨਾ ਨੇ, ਲੇਕਿਨ ਤੁਸੀਂ ਇਹ ਨਮਾਜ਼ ਪੜੋ, ਜੋ ਕੁਰਾਨ ਕਹਿੰਦਾ ਉਹਨੂੰ ਕਰੋ, ਗੋਰਿਆਂ ਨੂੰ ਤਬਲੀਗ ਕਰੋ, ਇਹਨਾਂ ਨੂੰ। ਉਹ ਯਾਰ ਮੈਂ ਗੋਰਿਆਂ ਨੂੰ ਕੀ ਕਰਾਂ, ਮੇਰੇ ਆ ਆਪਣੇ ਮੁਸਲਮਾਨ ਹੁਣ ਜਿਹੜੇ ਇਸ ਪੀਰ ਨੂੰ ਮੰਨਦੇ ਨੇ, ਇਹਨਾਂ ਦਾ ਮੈਂ ਕਿੱਥੇ ਜਾ ਕੇ ਭਾਂਡਾ ਇਹਨਾਂ ਦਾ ਕਿਹੜੇ ਪਾਣੀ ਚ ਪਾਵਾਂ ਜਿਹੜੇ ਇਹਨੂੰ ਮੰਨਦੇ ਨੇ? ਨਹੀਂ ਸਮਝਦਾ ਤੇ ਰੱਬ ਤੇ ਛੱਡ ਦਿਓ।
ਅੱਛਾ ਉਹ ਤੁਸੀਂ ਇੱਕ ਗੱਲ ਦਾ ਤੇ ਫੈਸਲਾ ਕਰੋ ਨਾ, ਪਿਆਰ ਨਾਲ ਤੇ ਸਮਝਾ ਦਿੰਨੇ ਆ, ਲੇਕਿਨ ਅੱਛਾ ਮਾਂ ਦੇ ਢਿੱਡ ਵਿੱਚ, ਅੱਛਾ ਫੇਰ ਕਹਿੰਦਾ ਮਾਂ ਦੇ ਢਿੱਡ ਤੋਂ ਵੀ ਪਹਿਲੇ, ਜਦੋਂ ਮਾਂ ਦੇ ਢਿੱਡ 'ਚ ਵੀ ਨਹੀਂ ਸੀ ਨਾ ਹਲੇ ਮੁੰਡਾ ਮੇਰਾ ਉਹ ਵਾਲਾ, ਹੈਨਾ, ਯਾਰ ਤੂੰ ਮੇਰੇ ਕਹਿੰਦਾ ਭਾਈ ਉਦੋਂ ਵੀ ਇੱਕ ਵਾਰੀ ਮੇਰੇ ਨਾਲ ਗੱਲਾਂ ਕਰਦਾ ਰਿਹਾ ਹੈ ਮੁਬਸ਼ਰ ਬਾਈ, ਕਹਿੰਦਾ ਮਾਂ ਦੇ ਢਿੱਡ 'ਚ ਜਾਣ ਤੋਂ ਪਹਿਲੇ ਵੀ ਗੱਲਾਂ ਕਰਦਾ ਰਿਹਾ ਮੇਰੇ ਨਾਲ, 2 ਵਾਰੀ ਗੱਲ ਕੀਤੀ ਇਹਨੇ, 2 ਵਾਰੀ ਕਲਾਮ ਕੀਤਾ। ਯਾਰ ਉਹ ਜਿਹੜੇ ਪੀਰ ਫਕੀਰ ਉਹਨਾਂ ਨੂੰ ਛੱਡੋ, ਉਹਨਾਂ ਦੇ ਹਾਲ ਤੇ, ਪਰ ਉਹ ਗੱਲਾਂ ਕਿੱਥੋਂ ਕਰਦਾ ਰਿਹਾ ਹੈ? ਮਾਂ ਦੇ ਢਿੱਡ 'ਚ ਤੇ ਫਿਰ ਵੀ ਸਮਝ ਆਂਦਾ ਸੀ, ਉਸ ਤੋਂ ਪਹਿਲੇ ਕਿੱਥੋਂ ਗੱਲਾਂ, ਕਿਹੜਾ ਟੈਲੀਫੋਨ ਫੜ ਕੇ ਗੱਲਾਂ ਕਰਦਾ ਰਿਹਾ? ਯਾਰ ਦੁਨੀਆ ਤੇ ਬੜੇ ਟੌਪਿਕ ਉਹਨੇ ਮੇਰੇ, ਲੇਕਿਨ ਜੋ ਠੀਕ ਹੈ ਤੁਹਾਡਾ ਭਾਈ, ਜੋ ਤੁਹਾਡਾ ਦਿਲ ਕਰਦਾ ਵੇਖੋ ਤੁਸੀਂ ਕਿਹਾ ਸੀ ਜਮਾਤ ਨੂੰ ਛੱਡੋ, ਮੈਂ ਜਮਾਤ ਨੂੰ ਛੱਡਤਾ, ਪਰ ਹੁਣ ਮੈਂ ਲਿਆਕਤ ਹਜ਼ਾਰਵੀ ਨੂੰ ਜ਼ਰੂਰ ਫੜਨਾ। ਇਹ ਮੈਨੂੰ ਗੱਲ ਦੱਸੋ, ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਇੱਕ ਅੱਲਾ ਨੂੰ, ਤੁਸੀਂ ਮੁਬਸ਼ਰ ਭਾਈ ਇੱਕ ਅੱਲਾ ਨੂੰ ਮੰਨਣ ਵਾਲੇ ਸੱਚੇ ਮੁਸਲਮਾਨ ਆਦਮੀ ਆਪਣੇ ਆਪ ਨੂੰ ਕਿਹਾ ਵੇ, ਤੁਸੀਂ ਅੱਲਾ ਨੂੰ ਮੰਨਣ ਵਾਲੇ ਬੰਦੇ ਜੇ, ਤੁਸੀਂ ਝੂਠ ਨਹੀਂ ਬੋਲੋਗੇ ਇਨਸ਼ਾਅੱਲਾ, ਤੇ ਸ਼ਿਰਕ ਦਾ ਤੇ ਤੁਸੀਂ ਸਾਥ ਦੇ ਹੀ ਨਹੀਂ ਸਕਦੇ, ਮੈਂ ਮੰਨ ਹੀ ਨਹੀਂ ਸਕਦਾ ਇਹ ਗੱਲ ਨੂੰ, ਤੇ ਲਿਹਾਜ਼ਾ ਤੁਸੀਂ ਗੱਲ ਮੇਰੇ ਨਾਲ ਕਲੀਅਰ ਕਰੋ ਕਿ ਇਹ ਗੱਲਾਂ ਕਰਨੀਆਂ ਕਿ ਮੈਂ ਮਰਦਾ ਮੁੰਡਾ ਬਚਾ ਲਵਾਂਗਾ ਵਿਆਹ ਕਰਾ ਕੇ, ਫਿਰ ਕਹਿਣਾ ਜੀ 2 ਵਾਰੀ ਮਾਂ ਦੇ ਢਿੱਡ 'ਚੋਂ ਮੇਰੇ ਨਾਲ ਬੋਲਿਆ, ਯਾਰ ਇਹ ਕੋਈ ਗੱਲ ਹੈ ਵੇ? ਮੇਰੀ ਗੱਲ ਸੁਣ, ਪਾਕਿਸਤਾਨ 'ਚ ਕਿਹੜਾ ਕੰਮ ਨਹੀਂ ਹੋਣ ਦਿਆ, ਉੱਥੇ ਦਫ਼ਤਰ ਪਰ ਇਹ ਜਿਹੜਾ ਕੰਮ ਹੋਣ ਡਿਆ, ਇਹ ਜਿਹੜਾ ਕੰਮ ਹੋਣ ਡਿਆ, ਇਹ ਹੈ ਕਿ ਨਹੀਂ ਹਰਾਮ ਦਾ ਕੰਮ, ਮਤਲਬ ਹਰਾਮ ਕੰਮ ਹੈ ਕਿ ਨਹੀਂ ਇਸਲਾਮ ਦੇ ਵਿੱਚ? ਉਹਨੂੰ ਪਿਆਰ ਨਾਲ ਸਮਝਾਓ, ਜੇ ਕੋਈ ਸਮਝਦਾ ਹੈ ਤੇ ਨਹੀਂ ਤੇ ਪਿੱਛੇ ਹੋ ਜਾਓ। ਅੱਛਾ, ਤੇ ਜਿਹੜੀ ਉਹ 2.5 ਸਾਲ ਦੀ ਬੇਵਾ ਹੋ ਗਈ ਏ, ਇੱਕ ਮਿੰਟ, ਜਿਹੜੀ 2.5 ਸਾਲ ਦੀ ਬੇਵਾ ਹੋ ਗਈ ਏ, ਉਹਦੀ ਜ਼ਿੰਦਗੀ ਬਰਬਾਦ ਹੋ ਗਈ ਵਿਚਾਰੀ, ਉਹਦਾ ਕੀ ਕਰਨਾ? ਉਹ ਤੁਹਾਡੀ ਕੋਈ ਤੁਹਾਡਾ ਕੀ ਤਲਕ ਆ ਉਹ ਕੁੜੀ ਨਾਲ? ਤੁਸੀਂ ਮੈਨੂੰ ਸਾਡੇ ਨਾਲ ਕੀ ਤਲਕ ਹੈ? ਹਾਂਜੀ ਯਾਰ ਉਹ ਕੁੜੀ ਵੇਖੋ ਯਾਰ, ਕਿਸੇ ਦੀ ਧੀ ਭੈਣ ਹੈ, ਧੀ ਧਿਆਣੀ ਹੈ ਵਿਚਾਰੀ ਨਿੱਕੀ ਜੀ, ਉਹ ਯਾਰ ਉਹਦਾ ਫੜ ਕੇ ਵਿਆਹ ਕਰਾ ਦਿੱਤਾ ਇਹਨਾਂ ਨੇ। ਇੱਕੋ ਜਿਹੀਆਂ ਧੀਆਂ ਭੈਣਾਂ ਵਾਲੇ ਸਾਰੇ, ਭਾਵੇਂ ਕੋਈ ਮੁਸਲਮਾਨ ਹੈ ਚਾਹੇ ਕੋਈ ਗੈਰ ਮੁਸਲਮ ਹੈ, ਸਾਰਿਆਂ ਦੀਆਂ ਧੀਆਂ ਭੈਣਾਂ ਨੇ, ਠੀਕ ਹੈ? ਇਹੀ ਤੇ ਕਹਿਣਾ। ਅੱਛਾ ਹੁਣ ਵੇਖੋ ਨਾ, ਸਾਰਿਆਂ ਦੀਆਂ ਧੀਆਂ ਭੈਣਾਂ ਨੇ। ਮੁਬਸ਼ਰ ਬਾਈ ਤੁਸੀਂ ਗੱਲ ਦੱਸੋ, ਕਿਆ ਜਮਾਤ ਦੇ ਵਿੱਚ ਅੱਜ ਤੱਕ ਇਹ ਕੰਮ ਹੋਇਆ ਹੈ ਕਿ ਜਮਾਤ ਦੇ ਨੌਜ਼ ਬਿੱਲਾ ਅਸਤਗਫਿਰullah, ਜਮਾਤ ਦੇ ਕਿਸੇ ਖੁਲਫਾ ਨੇ 2.5 ਸਾਲ ਦੀ ਕੁੜੀ ਦੀ ਸ਼ਾਦੀ ਫੜ ਕੇ ਕਰਾ ਦਿੱਤੀ ਹੋਵੇ? ਤੁਹਾਡੀ ਜਮਾਤ 'ਚ ਤੁਸੀਂ ਕਦੀ ਵੇਖਿਆ ਵਾਕਿਆ? ਕੰਮ ਇਸ ਗੱਲੋਂ ਤੇ ਅਹਿਮਦੀ ਚੰਗੇ ਨੇ, ਮੈਂ ਤਾਰੀਫ ਕਰਨਾ ਜਿਹੜੀ ਗੱਲ ਹੈ ਵੇ, ਅਹਿਮਦੀਆਂ ਨੇ ਇੰਜ ਦਾ ਕੰਮ ਨਹੀਂ ਕੀਤਾ ਹੋਣਾ, ਇਹ ਜਿਵੇਂ ਦਾ ਸਾਡੇ ਪੀਰਾਂ ਨੇ ਨੇਰ ਚੁੱਕਿਆ ਪਿਆ। ਮੇਰੇ ਪਿਆਰੇ ਭਾਈ ਛੋਟੀ ਜਿਹੀ ਰਿਕੁਐਸਟ ਹੈ ਕਿ ਉਹ ਵਿਚਾਰੇ ਮਾਸੂਮ ਲੋਕ ਨੇ, ਅਹਿਮਦੀ ਨਾ ਤਾਂ ਕੋਈ ਲੜ ਸਕਦੇ ਨੇ ਕਿਸੇ ਨਾਲ, ਨਾ ਨਹੀਂ, ਪਰ ਇੱਕ ਇਹ ਜਿਹੜੀ ਕਰਤੂਤ ਹੁਣ ਇਹ ਪੀਰ ਲਿਆਕਤ ਹਜ਼ਾਰਵੀ ਨੇ ਕੀਤੀ ਹੈ, ਉਹਨਾਂ ਦੇ ਟਾਈਮ ਦਾ ਇਹ ਜਮਾਤ 'ਚ ਕਦੀ ਤੁਸੀਂ ਸੁਣਿਆ ਵੇ ਕਿ 2.5 ਸਾਲ ਦੀ ਕੁੜੀ ਦਾ ਵਿਆਹ ਹੋ ਜਾਂਦਾ ਹੋਵੇ? ਕਦੀ ਸੁਣਿਆ? ਉਹ ਯਾਰ ਤੁਸੀਂ ਛੱਡੋ ਪਰਾਂ, 2.5 ਸਾਲ ਦੀ ਕੁੜੀ ਇਸ ਤਰ੍ਹਾਂ ਦੇ ਕਿਉਂ ਛੱਡਦੀ ਹੈ ਯਾਰ? ਉਹ ਕਿਸੇ ਦੀ ਧੀ ਭੈਣ ਨਹੀਂ ਹੈ ਮੁਬਸ਼ਰ ਭਾਈ, ਕਿਉਂ ਛੱਡਦੀ ਹੈ ਯਾਰ? ਇੱਕ ਪਾਦਰੀ ਸੀ ਸਵਿਟਜ਼ਰਲੈਂਡ, ਹੁਣ ਮੇਰੀ ਗੱਲ ਸੁਣੋ, ਇੱਕ ਪਾਦਰੀ ਸੀ ਸਵਿਟਜ਼ਰਲੈਂਡ, ਉਹ ਕਹਿੰਦਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਪਤਾ ਨਹੀਂ 9 ਸਾਲਾਂ ਦੀ ਕਿੰਨੀ ਬੱਚੀ ਨਾਲ ਸ਼ਾਦੀ ਕਰ ਲਈ, ਹਾਲਾਂਕਿ ਰੁਸਤੀ ਬਾਅਦ ਚ ਹੋਈ ਸੀ। ਹੁਣ ਉਹਨੂੰ ਬੰਦਾ ਕੀ ਕਵੇ ਜਾ ਕੇ? ਉਹਨਾਂ ਜ਼ਮਾਨਾ ਉਹਨੂੰ ਮੈਂ ਦੱਸ ਦੇਣਾ ਨਾ, ਉਹ ਜਦੋਂ ਆਏਗਾ ਉਹਨੂੰ ਜਵਾਬ ਦੇ ਦਿਆਂਗੇ। ਗੈਰ ਮੁਸਲਮਾਨ ਸੋਚਣ ਦਾ ਸਮਝਣ ਦਾ ਉਹ ਜਦੋਂ ਆਏਗਾ ਨਾ, ਉਸ ਲਾਂਤੀ ਨੂੰ ਅਸੀਂ ਜਵਾਬ ਦੇ ਲਵਾਂਗੇ, ਉਹ ਸਾਡੇ ਕੋਲ ਜਵਾਬ ਵੀ ਆਵੇ, ਹਦੀਸਾਂ ਵੀ ਨੇ, ਸਾਰਾ ਕੁਝ ਵੀ ਹੈ ਨਾ। ਨਹੀਂ ਨਾ ਫੜ ਸਕਦੇ, ਕਈਆਂ ਨੂੰ ਇਨਫੋਰਮੇਸ਼ਨ ਨਹੀਂ ਹੁੰਦੀ। ਆਹਾ ਬਿਲਕੁਲ ਤੁਹਾਡੀ ਗੱਲ ਠੀਕ ਹੈ, ਗਿਰੇਬਾਨ ਤੇ ਨਹੀਂ ਫੜ ਸਕਦੇ, ਲੇਕਿਨ ਸਵਾਲ ਦਾ ਜਵਾਬ ਪਤਾ, ਉਹਨੂੰ ਪਿਆਰ ਨਾਲ ਸਮਝਾਓ। ਉਹ ਤੇ ਗੈਰ ਮੁਸਲਮ ਹੈ ਨਾ, ਉਹ ਤੇ ਗੈਰ ਮੁਸਲਮ, ਉਹਨੇ ਬਕਵਾਸ ਕਰਤੀ, ਤੇ ਇਹ ਲਿਆਕਤ ਹਜ਼ਾਰਵੀ ਤੇ ਮੁਸਲਮਾਨ ਕਹਿੰਦਾ ਆਪਣੇ ਆਪ ਨੂੰ, ਇਹਦਾ ਕੀ ਕਰਨਾ ਜੀ? ਅੱਛਾ ਇਹ ਗੱਲ ਛੱਡੋ, ਤੇ ਮੈਂ ਸ਼ੇਖ ਸਾਹਿਬ ਨਾਲ ਕਿਸੇ ਦਿਨ ਮਿਲਣਾ ਚਾਹੁੰਦਾ। ਕਿੱਥੇ ਉਹ ਸ਼ੇਖ ਸਾਹਿਬ ਤੇ ਗਏ ਨੇ ਨਾ ਚਾਹ ਪੀਣ, ਤੁਸੀਂ ਬੜੇ ਭੋਲੇ ਜੱਟ ਭਾਈ ਹੋ, ਤੁਸੀਂ ਮੈਨੂੰ ਦੱਸੋ, ਮੈਂ ਜਮਾਤ ਦਾ ਖੇੜਾ ਛੱਡ ਦਿੱਤਾ ਹੈ, ਪਰ ਇਹ ਤੁਸੀਂ ਹੁਣ ਲਿਆਕਤ ਹਜ਼ਾਰਵੀ ਦੇ ਬਾਰੇ ਕਿਉਂ ਨਹੀਂ ਮੈਨੂੰ ਦੱਸ ਰਹੇ ਬਈ? ਮੇਰੇ ਭਾਈ ਇੱਕ ਗੱਲ ਦੱਸਾਂ, ਦੱਸ ਛੱਡੋ 100 ਗੋਰਾ ਇਕੱਠਾ ਕਰਕੇ ਨਾ, ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ, ਮੇਅਰ, ਜੱਜ ਘਰ ਚ ਤਸ਼ਰੀਫ ਲਿਆਉਂਦੇ ਨੇ, ਹਾਂਜੀ, ਉਹਨਾਂ ਨੂੰ ਖਾਣੇ ਸਾਣੇ ਖਵਾਈਦੇ ਨੇ, ਅਖਬਾਰਾਂ ਤੇ ਆਉਂਦਾ ਬੜਾ ਖਾਣੇ ਤੇ ਤੁਸੀਂ ਖਵਾਉਂਦੇ ਜੀ, ਅਖਬਾਰਾਂ ਤੇ ਆਉਂਦੇ ਜੀ, ਪਰ ਮੈਨੂੰ ਇਹ ਦੱਸੋ ਕਿ 2.5 ਸਾਲ ਦੀ ਕੁੜੀ ਦਾ ਵਿਆਹ ਕਰਾਉਣਾ, ਯਾਰ ਇਹ ਕੋਈ ਗੱਲ ਹੈ? ਕੋਈ ਸੈਂਸੇਬਲ ਗੱਲ ਹੈ ਯਾਰ? ਉਹਨੂੰ ਉਹਦੀ ਹਾਲਤ, ਉੱਥੇ ਤੇ ਰੇਪ ਹੁੰਦੇ ਨੇ ਪਾਕਿਸਤਾਨ, 2.5 ਸਾਲਾਂ ਦੀਆਂ ਕੁੜੀਆਂ ਨੂੰ ਰੇਪ ਹੁੰਦੇ ਨੇ, ਉਹਦਾ ਕੀ ਕਰੇ ਬੰਦਾ? ਤੁਸੀਂ ਉਹਨੂੰ ਫੜ ਕੇ ਕੀ ਕਰੋਗੇ? ਉਹ ਅੱਛਾ, ਤੇ ਉਹ ਜਿਹੜੀ 2.5 ਸਾਲ ਦੀ ਅੱਗੋਂ ਵਿਚਾਰੀ ਨਾ ਹਾਂ ਕਹਿ ਸਕੇ ਨਾ ਕਹਿ ਸਕੇ, ਉਹਦਾ ਕੀ ਫਿਰ ਰੇਪ ਹੋਇਆ ਜਾਂ ਕੀ ਕੀਤਾ ਉਹਦੇ ਨਾਲ? ਫਿਰ ਭਾਈ ਅੱਲਾ ਬਿਹਤਰ ਜਾਣਦਾ, ਜਾਂ ਤੁਸੀਂ ਜਾਣਦੇ? ਅਸੀਂ ਕੀ ਕਹਿ ਸਕਦੇ? ਉਹ ਅੱਲਾ ਬਿਹਤਰ ਜਾਣਦਾ, ਇੱਥੇ ਪਾਕਿਸਤਾਨ 'ਚ ਕੁੜੀਆਂ ਦੇ ਰੇਪ ਹੁੰਦੇ ਨੇ, ਉਹ ਤੁਸੀਂ ਜਾਣਦੇ ਜੇ। ਇਹ ਲਿਆਕਤ ਹਜ਼ਾਰਵੀ ਦਾ ਅੱਲਾ ਜਾਣਦਾ, ਪਾਕਿਸਤਾਨੀਆਂ ਦਾ ਤੁਸੀਂ ਜਾਣਦੇ। ਇਹ ਕੰਮ ਵੰਡਤਾ ਅੱਲਾ ਨੇ, ਅੱਧਾ ਤੁਹਾਨੂੰ ਦੇ ਛੱਡਿਆ। ਰਿਕੁਐਸਟ ਹੈ ਕਿ ਉਹਨਾਂ ਤੇ ਟਾਈਮ ਜ਼ਾਇਆ ਨਾ ਕਰੋ, ਵਿਚਾਰੇ ਬੜੇ ਮਸਕੀਨ। ਕਿੰਨਾ ਤੇ ਟਾਈਮ ਨਾ ਜ਼ਾਇਆ ਕਰੀਏ ਯਾਰ? ਮੈਂ ਤੁਸੀਂ ਮੁਬਸ਼ਰ ਭਾਈ, ਤੁਸੀਂ ਦਿਮਾਗ ਤੁਹਾਡਾ ਠੀਕ ਹੈ, ਮੈਂ ਜਮਾਤ ਦੀ ਕੋਈ ਗੱਲ ਕੀਤੀ ਹੈ ਯਾਰ? ਤੁਸੀਂ ਬਿਲਾ ਵਜ੍ਹਾ ਫਜ਼ੂਲ ਗੱਲਾਂ ਕਰੀ ਜਾਂਦੇ। ਚੰਗਾ ਭਲਾ ਤੁਸੀਂ ਸਿਆਣੇ ਆਦਮੀ ਜੀ ਯਾਰ, ਚੰਗੇ ਭਲੇ ਸਿਆਣੇ ਆਦਮੀ। ਉਹ ਸ਼ੇਖ ਸਾਹਿਬ ਤੇ ਚਲੇ ਗਏ ਨੇ ਭਾਈ, ਉਹਨਾਂ ਦੀ ਆਈਡੀ ਪਈ, ਉਹ ਤੇ ਚਲ ਗਏ ਨੇ, ਦਫ਼ਤਰ ਚਲ ਗਏ ਨੇ, ਆਪਣੇ ਕੰਮ ਉਹਨਾਂ ਨੂੰ ਉਹ ਚਲ ਗਏ ਨੇ। ਮੇਰੀ ਗੱਲ ਦਾ ਜਵਾਬ ਦਿਓ, 2.5 ਸਾਲਾਂ ਦੀ ਕੁੜੀ ਤੇ ਮਾਂ ਦੇ ਢਿੱਡ ਚੋਂ ਗੱਲ ਕਰਨੀ, ਇਹ ਪੀਰ ਲਿਆਕਤ ਹਜ਼ਾਰਵੀ ਨੇ ਜਿਹੜੀ ਇੱਕ ਚਵਲ ਮਾਰੀ ਏ, ਤੁਸੀਂ ਕਿਉਂ ਨਹੀਂ ਗਲਤ ਕਹਿ ਰਹੇ? ਉਹਨੂੰ ਦੱਸੋ ਮੈਨੂੰ, ਤੁਹਾਨੂੰ ਕੋਈ ਖੁੜਕਦੀ ਤੇ ਨਹੀਂ ਪਈ ਕੋਈ ਗੱਲ? ਭਰਾ ਮੈਂ ਨਾ ਕੁੜੀ ਨੂੰ ਜਾਣਦਾ, ਨਾ ਮੈਂ ਪੀਰ ਨੂੰ ਜਾਣਦਾ।
ਚਲੋ ਜੇ ਕੁੜੀ ਦੀ ਤੁਹਾਨੂੰ ਪਛਾਣ ਕਰਾ ਦਿਆਂ, ਜੇ ਕੁੜੀ ਤੁਹਾਡੀ ਜਾਣਨ ਵਾਲੀ ਹੋਵੇ ਤੇ ਫੇਰ ਗੱਲ ਕਰੋਗੇ, ਫੇਰ ਤੁਹਾਨੂੰ ਕੋਈ ਰੱਬ ਦਾ ਡਰ ਆਏਗਾ, ਕੋਈ ਸ਼ਰਮ ਆਏਗੀ ਤੁਹਾਨੂੰ? ਮੇਰੇ ਭਾਈ ਦੇਖੋ, ਮੈਂ ਬੜੀ ਅਦਬ ਨਾਲ ਬੜੇ ਇਤਰਾਮ ਨਾਲ ਤੁਹਾਡੇ ਨਾਲ ਗੱਲ ਨਹੀਂ, ਕਰਨ ਡਿਆ। ਮੈਂ ਨਾ ਤੁਹਾਡਾ ਅਦਬ ਮੇਰੇ ਦਿਲ ਚੋਂ ਨਿਕਲ ਗਿਆ। ਇੱਕ ਤੁਹਾਨੂੰ 2.5 ਸਾਲਾਂ ਦੀ ਬੱਚੀ ਤੇ ਤਰਸ ਨਹੀਂ ਆਉਣ ਡਿਆ। ਤੁਸੀਂ ਐਸੇ ਜ਼ਾਲਮ ਲੋਕ ਹੋ ਤੇ ਤੁਸੀਂ ਕਹਿੰਦੇ ਅਸੀਂ ਬੜੇ ਮਾਸੂਮ ਅਹਿਮਦੀ ਆ। ਅੱਲਾ ਭਾਈ ਆਪਣੀ ਕਬਰ ਦਾ ਮਾਪ ਕੁੜੀ ਦੱਸਾਂ ਕੌਣ ਸੀ? ਕੁੜੀ ਖਲੋ ਜੋ ਹੁਣ, ਮੁਬਸ਼ਰ ਭਾਈ ਦੱਸਾਂ ਕੁੜੀ ਕੌਣ ਸੀ ਤੇ ਮੁੰਡਾ ਕੌਣ ਸੀ? ਜੀ ਭਾਈ ਦੱਸਾਂ? ਉਹ ਮੁੰਡਾ ਤੁਹਾਡੇ ਮਿਰਜ਼ਾ ਸਾਹਿਬ ਦਾ ਮੁੰਡਾ ਸੀ, ਉਹ ਮੁਬਾਰਕ ਅਹਿਮਦ, ਇੱਕ ਮਿੰਟ ਜਿਹਦੇ ਨਾਲ 2.5 ਸਾਲ ਦੀ ਸੁਣ ਲਓ ਗੱਲ ਸੁਣ ਲਓ, ਹੌਸਲਾ। ਇਹ ਤੁਹਾਡੇ ਮਿਰਜ਼ਾ ਸਾਹਿਬ ਦਾ ਮੁੰਡਾ ਸੀ, ਉਹ ਮੁਬਾਰਕ, ਜਿਹਨੇ ਮਾਂ ਦੇ ਢਿੱਡ ਚੋਂ 2 ਵਾਰੀ ਕਲਾਮ ਕੀਤਾ ਸੀ। ਇੱਕ ਵਾਰੀ ਮਾਂ ਦੇ ਢਿੱਡ ਚੋਂ ਤੇ ਇੱਕ ਵਾਰੀ ਮਿਰਜ਼ਾ ਸਾਹਿਬ ਦੇ ਗੋਡਿਆਂ ਚੋਂ। ਇਹ ਮਿਰਜ਼ਾ ਸਾਹਿਬ ਨੇ ਲਿਖਿਆ ਜੀ। ਤੇ ਇਹ ਉਹ ਕੁੜੀ ਜਿਹੜੀ ਇਹ 2.5 ਸਾਲ ਦੀ ਫੜ ਕੇ ਵਿਆਹ ਮਿਰਜ਼ਾ ਸਾਹਿਬ ਨੇ ਕਰਵਾਇਆ ਸੀ ਕਿ ਮੈਨੂੰ ਅੱਲਾ ਨੇ ਇਲਹਾਮ ਕੀਤਾ ਤੇਰਾ ਮੁੰਡਾ ਮਰ ਜਾਣਾ, ਤੇ ਬਾਅਦ ਚ ਉਹਦਾ ਕਰਾ ਦਿੱਤਾ ਵਿਆਹ, ਟੂਣਾ ਕੀਤਾ ਕਿ ਉਹ ਬਚ ਜਾਏਗਾ। ਉਹ ਫਿਰ ਵੀ ਨਹੀਂ ਬਚਿਆ, ਮਰ ਗਿਆ। ਤੇ 2.5 ਸਾਲਾਂ ਦੀ ਦੁਨੀਆ 'ਚ ਬੇਵਾ ਕਰਾਉਣ ਦਾ ਰਿਕਾਰਡ ਤੁਹਾਡੇ ਅਹਿਮਦੀਆਂ ਦੇ ਸਿਰ ਤੇ ਵੇ, ਜਿਹੜੇ ਤੁਸੀਂ ਏਡੇ ਭੋਲੇ ਤੇ ਮਾਸੂਮ ਜੇ। ਤੇ ਅਸਤਗਫਿਰullah ਤੇ ਇੱਕ ਵਾਰੀ ਤੁਹਾਡੇ ਮੂੰਹੋਂ ਵੀ ਨਿਕਲ ਗਿਆ, ਜਦੋਂ ਪਿੱਛੇ ਰਿਕਾਰਡਿੰਗ ਸੁਣਿਓ, ਜਦੋਂ ਪਹਿਲੇ ਮੈਂ ਤੁਹਾਨੂੰ ਵਾਕਿਆ ਸੁਣਾਇਆ ਨਾ, ਤੇ ਅਸਤਗਫਿਰullah ਤੁਹਾਡੇ ਮੂੰਹੋਂ ਵੀ ਨਿਕਲਿਆ। ਹੁਣ ਮੇਰਾ ਸਵਾਲ ਹੈ ਕਿ ਮੇਰੇ ਬੜੇ ਜੱਟ ਤੇ ਮਾਸੂਮ ਭਾਈ, ਤੁਹਾਡੇ ਕੋਲੋਂ ਮੇਰਾ ਸਵਾਲ ਹੈ ਕਿ ਦੱਸੋ ਹਾਂ ਜ਼ਰਾ ਮੈਨੂੰ, ਹੁਣ ਤੁਹਾਡੀ ਮੈਂ ਮਾਸੂਮੀਅਤ ਵੇਖਦਾ ਵਾਂ। ਇਹ 2.5 ਸਾਲਾਂ ਦੀ ਬੱਚੀ ਜਿਹੜੀ ਚੂੰ ਨਾ ਚਾਹ ਕਰ ਸਕੇ, ਅੱਗੋਂ ਨਾ ਬੋਲ ਸਕੇ, ਨਾ ਦੱਸ ਸਕੇ, ਉਹਦਾ ਫੜ ਕੇ ਮਿਰਜ਼ਾ ਸਾਹਿਬ ਨੇ ਵਿਆਹ ਕਰਾ ਦਿੱਤਾ ਆਪਦਾ ਮੁੰਡਾ ਬਚਾਉਣ ਦੇ ਚੱਕਰਾਂ 'ਚ, ਤੇ ਮੁੰਡਾ ਫੇਰ ਨਹੀਂ ਬਚਿਆ। ਇਹ ਕੀ ਕੀਤਾ ਜੀ? ਇਹ ਕੰਮ ਹੈ? ਖੋਲੋ ਨਾ ਜ਼ਰਾ ਮਾਈਕ। ਤੁਸੀਂ ਬੜੇ ਮਾਸੂਮ ਹੋ, ਅਹਿਮਦੀਆਂ ਦੀ ਮਸ਼ਹੂਰੀ ਨਾ ਕਰਾਓ, ਅਹਿਮਦੀਆਂ ਨੂੰ ਛੱਡ ਦਿਓ। 36 ਸਾਲ ਨਿਦਾ ਨਸਰ ਦਾ ਰੇਪ ਕੀਤਾ ਤੁਸੀਂ ਲੋਕਾਂ ਨੇ। 36 ਸਾਲ ਪਾਕਿਸਤਾਨ 'ਚ ਬੜੇ ਰੇਪ ਹੋਣਦੇ ਨੇ ਕੁੜੀਆਂ ਦੇ। 36 ਸਾਲ ਨਿਦਾ ਦਾ ਰੇਪ ਕੀਤਾ ਹੈ ਉਹਦੇ ਸੱਕੇ ਪਿਓ ਨੇ। ਕਸਮਾਂ ਚੁੱਕ ਚੁੱਕ ਕੁੜੀ ਦੱਸਦੀ ਤੁਹਾਡੀ ਅਹਿਮਦੀਆਂ ਦੀ ਕੁੜੀ ਏ, ਉਹ ਮਿਰਜ਼ਾ ਸਾਹਿਬ ਦਾ ਖੂਨ ਏ, ਤੁਹਾਡੇ ਖਲੀਫੇ ਦੀ ਧੀ ਜੇ, ਖਲੀਫੇ ਦੀ ਨਵਾਸੀ ਜੇ ਤੁਹਾਡੇ ਦੀ। ਇੱਕ ਖਲੀਫੇ ਦੀ ਨਵਾਸੀ ਜੇ, ਇੱਕ ਖਲੀਫੇ ਦੀ ਭਤੀਜੀ ਜੇ, ਮਸਰੂਰ ਦੀ ਭਤੀਜੀ ਜੇ, ਪਿਛਲੇ ਖਲੀਫੇ ਦੀ ਤੁਹਾਡੇ ਦੀ ਨਵਾਸੀ ਜੇ। ਉਹ ਕਸਮਾਂ ਚੁੱਕ ਚੁੱਕ ਕੇ ਮਸਰੂਰ ਦੇ ਅੱਗੇ ਰੋਂਦੀ ਰਹੀ ਹੈ ਕਿ ਚਾਚਾ ਜਾਨ ਮੇਰਾ 36 ਸਾਲ ਜ਼ਨਾ ਬਿਲ ਜਬਰ ਮੇਰੇ ਨਾਲ ਹੋਇਆ, ਰੇਪ ਹੋਇਆ, ਮੇਰਾ ਸਕਾ ਪਿਓ ਮੇਰੇ ਨਾਲ ਇਹ ਕੰਮ ਕਰਦਾ ਰਿਹਾ। ਕਿਉਂ ਮੁਬਸ਼ਰ ਸਾਹਿਬ, ਤੁਹਾਨੂੰ ਸ਼ਰਮ ਨਹੀਂ ਆਈ? ਤੁਹਾਡੇ ਚੋਂ ਇੱਕ ਅਹਿਮਦੀ ਨਹੀਂ ਬੋਲਿਆ। ਇੱਥੇ ਤੁਸੀਂ ਸ਼ੇਖ ਸਾਹਿਬ ਨੂੰ ਲੈਕਚਰ ਦੇਣ ਆ ਗਏ ਹੋ ਕਿ ਛੱਡ ਦਿਓ ਸ਼ੇਖ ਸਾਹਿਬ, ਅਹਿਮਦੀ ਬੜੇ ਮਾਸੂਮ ਨੇ, ਅਹਿਮਦੀ ਕਿਸੇ ਨੂੰ ਕੁਝ ਕਰ ਨਹੀਂ ਸਕਦੇ। ਉਹ ਭਾਈ ਅਹਿਮਦੀ ਬੜਾ ਕੁਝ ਕਰ ਸਕਦੇ ਨੇ। 36 ਸਾਲ ਕੁੜੀਆਂ ਦੇ ਰੇਪ ਕਰ ਸਕਦੇ ਨੇ ਅਹਿਮਦੀ। 214 ਮੁੰਡਿਆਂ ਦਾ ਰੇਪ ਉੱਥੇ ਕੀਤਾ ਹੀ ਉਹਨੇ, ਬੱਚਿਆਂ ਦਾ, ਉੱਥੇ ਰਬਵਾ ਦੇ ਵਿੱਚ, ਨੁਸਰਤ ਜਹਾਂ ਅਕੈਡਮੀ ਦੇ ਵਿੱਚ, ਤੁਹਾਡੇ ਟੀਚਰ ਨੇ ਉਸਮਾਨ ਨੇ। ਭੁੱਲ ਗਏ ਜੀ? ਕੋਈ ਨਹੀਂ ਪਤਾ? ਪਾਕਿਸਤਾਨ 'ਚ ਰੇਪ ਹੋਣ ਡੇ ਨੇ। ਉਹ ਕੀ ਕਰਦਾ ਰਿਹਾ ਉੱਥੇ? ਉਹ ਬੱਚਿਆਂ ਦੇ ਨਾਲ ਪੜ੍ਹਨ, ਨਿੱਕੇ ਨਿੱਕੇ ਮਾਸੂਮ ਬੱਚੇ ਮਾਂ ਪਿਓ ਨੇ ਘਰ ਘੱਲੇ, ਤੁਹਾਡੇ ਅਹਿਮਦੀ ਟੀਚਰ ਕੋਲ ਉਹਨੇ ਫੜ ਕੇ ਜ਼ਨਾ ਕਰ ਛੱਡਿਆ। ਉਹ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਮੁਰੱਬੀ ਫੜਿਆ ਪਿਆ ਅਹਿਮਦੀਆ ਮੁਸਲਿਮ ਯੂਥ ਦਾ, ਤੁਹਾਡਾ ਜਿਹੜਾ ਲੀਡਰ ਹੈ ਨਾ ਉੱਥੇ, ਨਾਜ਼ਮ ਤਬਲੀਗ। ਉਹ ਨਾਜ਼ਮ ਤਬਲੀਗ ਤੁਹਾਡਾ ਜੇਲ੍ਹ 'ਚ ਇਸ ਟਾਈਮ ਛੋਟੇ ਬੱਚਿਆਂ ਦੀਆਂ ਗੰਦੀਆਂ ਵੀਡੀਓ ਸਪਲਾਈ ਕਰਦਾ ਸੀ। ਹਰੇ ਉਸਮਾਨ ਉਹਨੂੰ ਬਣਾ ਕੇ ਭੇਜਦਾ ਸੀ ਤੇ ਇਹ ਅਬਦੁੱਲਾ ਸ਼ਫੀਕ ਉੱਥੇ ਸ਼ੇਅਰ ਕਰਦਾ ਸੀ। ਇੱਕ ਤੁਹਾਡਾ ਮੁਰੱਬੀ ਅਮਰੀਕਾ ਦੇ ਵਿੱਚ ਪਿਆ, 30 ਸਾਲ ਦੀ ਉਹਨੂੰ ਸਜ਼ਾ ਹੋਈ ਹੈ। ਤੁਸੀਂ ਇੱਥੇ ਆ ਕੇ ਸਾਨੂੰ ਲੈਕਚਰ ਦੇਣ ਡੇ ਜੋ। ਅਹਿਮਦੀਅਤ ਦੀ ਮਸ਼ਹੂਰੀ ਨਾ ਕਰਾਓ ਜੀ, ਅਹਿਮਦੀਆਂ ਦੀ ਮਸ਼ਹੂਰੀ ਨਾ, ਇਹ ਮਸ਼ਹੂਰੀ ਕਰਵਾਓ ਬਈ, ਕਰਾਓ, ਤੁਹਾਡੀ ਮਸ਼ਹੂਰੀ ਖੂਬ ਹੋਵੇ, ਅੱਲਾ ਕਰੇ। ਸ਼ੇਖ ਸਾਹਿਬ ਤੁਸੀਂ ਤੇ ਏਜੰਟ ਹੋ ਅਹਿਮਦੀਆਂ ਦੇ, ਮੈਂ ਵੀ ਏਜੰਟ ਹੀ ਹਾਂ ਤੁਹਾਡਾ ਭਾਈ। ਇਹ ਦੱਸਣ ਡਿਆ ਮੈਂ ਲੋਕਾਂ ਨੂੰ। ਇਹ ਕੰਮ ਕਰਦੇ ਜੇ ਤੇ ਤੁਸੀਂ ਉੱਤੋਂ ਆ ਕੇ ਸਾਨੂੰ ਸਮਝਾ ਰਹੇ ਜੇ ਪਾਕਿਸਤਾਨ 'ਚ ਜਨਾਬ ਇਹ ਹੁੰਦਾ ਪਿਆ ਤੇ ਉਹ ਹੁੰਦਾ ਪਿਆ, ਤੇ ਅਹਿਮਦੀ ਬੜੇ ਮਾਸੂਮ ਨੇ ਜੀ, ਅਹਿਮਦੀਆਂ ਨੂੰ ਛੱਡ ਦਿਓ ਜੀ, ਕੁਝ ਨਾ ਆਖੋ ਅਹਿਮਦੀਆਂ ਨੂੰ। ਭਾ ਮੁਬਸ਼ਰ ਕੂੰਦਾ ਨਹੀਂ, ਹੁਣ ਖੋਲੇ ਨਾ ਮਾਈਕ, ਖੋਲ ਯਾਰ, ਕੋਈ ਗੱਲ ਕਰੋ ਨਾ, ਹੁਣ ਪਤਾ ਲੱਗੇ ਮੈਨੂੰ ਕਿੱਡੇ ਕੁ ਜੱਟ ਹੋ ਤੁਸੀਂ, ਕਿੱਡੇ ਧੀਆਂ ਵਾਲੇ ਹੋ, ਗੈਰਤਮੰਦ ਹੋ। ਤੁਹਾਡੇ ਘਰ ਵੀ ਧੀਆਂ ਹੋਣਗੀਆਂ। ਜਰਾ 2 ਲਫ਼ਜ਼ ਮੈਂ ਸੁਣਾ ਤੁਹਾਡੇ ਮੂੰਹੋਂ। ਖੋਲੋ ਮਾਈਕ। ਮੈਂ ਤਾਂ ਦੇ ਰਿਹਾ ਜੀ ਉਹਨਾਂ ਨੂੰ, ਅੱਲਾ ਯਾਰ ਸਾਹਿਬ ਚਾਂਸ ਹੀ ਦੇ ਰਿਹਾ ਨਾ ਬੋਲਣ। ਖੋਲਣ ਮਾਈਕ, ਖੋਲਣ ਜ਼ਰਾ। ਬਸ ਉਹ ਚੁੱਪ ਲੱਗ ਗਈ ਜੀ ਹੁਣ ਸਦਾ ਬਾਅਦ। ਭਾਈ ਹੁਕਮ ਹੱਥ ਨੂੰ ਪਿਆ ਗਿਆ ਸੀ। ਕੋਈ ਸੁਣੀ ਵੀ ਹੈ ਮੇਰੀ ਕਿ ਮੋਬਾਈਲ ਪਰਾਂ ਸੁੱਟ ਦਿੱਤਾ ਸੀ ਜਦੋਂ ਮੈਂ ਬੋਲਦਾ ਰਿਹਾ? ਮੋਬਾਈਲ ਪਰਾਂ ਸੁੱਟ ਛੱਡਿਆ? ਮੇਰੇ ਭਾਈ ਤੁਹਾਡੇ ਨਾਲ ਮੈਂ ਬੜੇ ਗੌਰ ਨਾਲ ਗੱਲ ਸੁਣਨ ਦੀ। ਮੁਬਸ਼ਰ ਸਾਹਿਬ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਘਰ ਕੋਈ ਧੀ ਅੱਲਾ ਨੇ ਦਿੱਤੀ? ਤੁਹਾਡੇ ਤੇ ਕੋਈ ਕਰਮ ਕੀਤਾ? ਧੀ ਹੈ ਵੇ ਘਰ ਕੋਈ? ਮੇਰੇ ਭਾਈ ਇੱਜ਼ਤਾਂ ਵਾਲੇ, ਸ਼ਰਮ ਹਯਾ ਵਾਲੇ, ਗੈਰਤਮੰਦ ਹੈ, ਠੀਕ ਹੈ ਨਾ? ਦੂਜਿਆਂ ਦਾ ਹਰ ਇਹ ਤੁਸੀਂ ਇੱਕ ਗੱਲ ਮੈਨੂੰ ਦੱਸੋ, ਅੱਲਾ ਤੁਹਾਡੀਆਂ ਇੱਜ਼ਤਾਂ ਸਲਾਮਤ ਰੱਖੇ ਔਰ ਤੁਹਾਡੇ ਮੁਰੱਬੀਆਂ ਤੋਂ ਬਚਾ ਕੇ ਰੱਖੇ ਸਭ ਦੀਆਂ ਧੀਆਂ ਭੈਣਾਂ ਨੂੰ, ਇਹ ਮੇਰੀ ਅੱਲਾ ਅੱਗੇ ਦੁਆ ਵੇ। ਇਹ ਦੱਸੋ ਕਿ ਜਦੋਂ ਨਿਦਾ ਨਸਰ ਰੋ ਰੋ ਕੇ ਕਹਿੰਦੀ ਰਹੀ ਕਿ ਚੱਚਾ ਹਜ਼ੂਰ 36 ਸਾਲ ਮੇਰੇ ਨਾਲ ਰੇਪ ਹੋਇਆ, ਮੈਨੂੰ ਇਨਸਾਫ ਦਿਵਾਓ, ਤੇ ਤੁਹਾਡੇ ਖਲੀਫੇ ਦੀ ਗੈਰਤ ਨਹੀਂ ਜਾਗੀ? ਯਾਰ ਮੈਂ ਕਈ ਬੰਦੇ ਨਾਲ ਗੱਲ ਕੀਤੀ ਆ, ਮੇਰਾ ਭਾਈ ਆ, ਉਹ ਕਹਿੰਦਾ ਲੋਕੀ ਟੇਪ ਬਣਾ ਕੇ ਨਾ, ਟੇਪ ਦੇ ਨਾਲ ਗੱਲਾਂ ਕਰ ਲੈਂਦੇ, ਉਂਝ ਦੀ ਆਵਾਜ਼ ਕੱਢ ਲੈਂਦੇ। ਉਹ ਬੰਦਾ ਜਿਹੜਾ ਤੁਹਾਨੂੰ ਕਹਿ ਰਿਹਾ ਨਾ ਲੋਕੀ ਟੇਪ ਬਣਾ ਕੇ ਗੱਲਾਂ ਕਰ ਲੈਂਦੇ ਨੇ, ਮਸਰੂਰ ਮੰਨਿਆ ਵੇ ਉਹਦੇ ਵਿੱਚ, ਮਸਰੂਰ ਖੁਦ ਮੰਨਿਆ ਵੇ ਕਿ ਹਾਂ ਇਹ ਕੰਮ ਹੋਇਆ ਵੇ। ਅੱਗੋਂ ਬੱਚੀ ਨੂੰ ਕਹਿੰਦਾ ਤੂੰ ਵੀ ਤੇ ਪੇਸ਼ ਕੀਤਾ ਸੀ ਆਪਣੇ ਆਪ ਨੂੰ, ਉਹ ਟੇਪ ਨਹੀਂ ਬਣੀ ਹੋਈ, ਉਹ ਤੁਹਾਡੇ ਵੱਡੇ ਵੱਡੇ ਮੁਰੱਬੀਆਂ ਨੇ ਮੰਨਿਆ ਵੇ। ਕਿ ਕੈਸੀਆਂ ਭੋਲੀਆਂ ਗੱਲਾਂ ਕਰਦੇ ਹੋ ਤੁਸੀਂ ਬਹਿ ਕੇ, ਭੋਲੇ ਬਾਦਸ਼ਾਹ।
ਕਿ ਟੇਪਾਂ ਬਣ ਗਈਆਂ ਨੇ। ਯੂਕੇ ਦੇ ਵਿੱਚ ਕੇਸ ਚੱਲਦਾ ਰਿਹਾ, ਉੱਥੇ ਕੇਸ ਚੱਲਦਾ ਰਿਹਾ। ਇੱਕ ਇੱਕ ਬੰਦੇ ਨੂੰ ਜਿਹੜਾ ਧਮਕੀਆਂ ਲਾ ਕੇ ਤੁਸੀਂ ਗਵਾਹਾਂ ਨੂੰ ਚੁੱਪ ਕਰਾਇਆ ਵੇ ਤੇ ਤੁਸੀਂ ਕਹਿੰਦੇ ਜੇ ਜਨਾਬ ਉਹ ਟੇਪਾਂ ਬਣੀਆਂ। ਉਹ ਕੇਸ ਕਾਹਦੇ ਲਈ ਚੱਲਦਾ ਰਿਹਾ ਫਿਰ ਅਦਾਲਤ 'ਚ ਜੇ ਟੇਪ ਬਣੀ ਸੀ ਤੇ? ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਪਦੈਸ਼ੀ ਅਹਿਮਦੀ ਸੀ ਕਿ ਜਾਂ ਤੁਹਾਡੇ ਅਬੂ ਆਪ ਅਹਿਮਦੀ ਹੋ ਕੇ ਬਾਅਦ? ਮੈਂ ਤੁਹਾਨੂੰ ਦੱਸਣਾ ਨਾ ਜੀ, ਤੁਸੀਂ ਠਹਿਰ ਜਾਓ ਨਾ, ਅਸੀਂ ਪਦੈਸ਼ੀ ਸੀ ਜਾਂ ਕਿਹੜੇ ਸੀ। ਅਬਦੁੱਲਾ ਸ਼ਫੀਕ ਜਿਹੜਾ ਆਸਟ੍ਰੇਲੀਆ ਦੇ ਵਿੱਚ ਫੜਿਆ ਗਿਆ, ਉਹ ਨਾਜ਼ਮ ਤਬਲੀਗ ਸੀ ਤੁਹਾਡਾ, ਜਿਨ੍ਹਾਂ ਨੂੰ ਤੁਸੀਂ ਇਹ ਦਾਲਾਂ ਪਵਾ ਕੇ ਖਵਾ ਕੇ ਪਾਲ ਕੇ ਇਹਨਾਂ ਨੂੰ ਜਲਸਿਆਂ ਤੇ ਗੋਸ਼ਤ ਖਵਾ ਕੇ ਇਹਨਾਂ ਦੇ ਢਿੱਡ ਢੇਡੇ ਕੀਤੇ ਨੇ। ਉਹਨੇ ਕਨਫੈਸ ਕੀਤਾ 16 ਅਕਾਊਂਟਸ ਆਫ ਸ਼ੇਅਰਿੰਗ ਐਂਡ ਪੋਜੈਸਿੰਗ ਚਾਈਲਡ ਪੋਰਨੋਗ੍ਰਾਫੀ ਮਟੀਰੀਅਲ। ਸਮਝਦੇ ਹੋ ਇਹ ਗੱਲ ਨੂੰ? ਛੋਟੇ ਬੱਚਿਆਂ ਦੀਆਂ ਜ਼ਨਾ ਹੁੰਦੀਆਂ ਹੋਈਆਂ ਵੀਡੀਓ, ਉਹ ਫੜਿਆ ਗਿਆ ਆਸਟ੍ਰੇਲੀਆ ਦੇ ਵਿੱਚ। ਪਤਾ ਜੀ? ਨਹੀਂ ਬਾਈ ਪਤਾ ਮੈਨੂੰ ਨਹੀਂ ਪਤਾ। ਰਬਵਾ ਨੁਸਰਤ ਜਹਾਂ ਅਕੈਡਮੀ ਦੇ ਵਿੱਚ ਉਸਮਾਨ ਟੀਚਰ ਫੜਿਆ ਗਿਆ ਤੁਹਾਡਾ। 214 ਜਾਂ ਪਤਾ ਨਹੀਂ 114 ਬੱਚੇ, ਬਹਰਾਲ ਸੈਂਕੜਿਆਂ ਦੇ ਵਿੱਚ ਨੇ। 14 ਸਾਲ ਉਹਨਾਂ ਬੱਚਿਆਂ ਨੂੰ ਫਾਰਮ ਹਾਊਸ ਤੇ ਲਿਜਾ ਕੇ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਜ਼ਿਆਦਤੀਆਂ ਕਰਦਾ ਰਿਹਾ। ਕਈ ਮਾਂ ਪਿਓ ਉੱਥੇ ਜਿਹੜੇ ਨੇ ਨਾ ਅਕੈਡਮੀ ਦੇ ਪ੍ਰਿੰਸੀਪਲ ਨੂੰ ਸ਼ਿਕਾਇਤਾਂ ਕਰਦੇ ਰਹੇ ਤੇ ਉਹਨਾਂ ਦੇ ਕੰਨ ਤੇ ਜੂੰ ਨਹੀਂ ਰਿੰਗੀ ਤੇ ਅਖੀਰ ਏਜੰਸੀਆਂ ਨੇ ਕਾਰਵਾਈ ਕੀਤੀ, ਉਹਨੂੰ ਚੱਕਿਆ, ਉਹਦੇ ਮੋਬਾਈਲ 'ਚੋਂ ਵੀਡੀਓ ਬਰਾਮਦ ਹੋਈਆਂ ਨੇ ਤੇ ਉਹ ਫੜਿਆ ਗਿਆ। ਪਤਾ ਤੁਹਾਨੂੰ ਇਸ ਗੱਲ ਦਾ? ਨਹੀਂ ਮੇਰੇ ਭਾਈ ਮੈਨੂੰ ਨਹੀਂ ਪਤਾ। ਤੇ ਫਿਰ ਹੁਣ ਬੋਲੋ ਨਾ, ਹੁਣ ਕਹੋ ਨਾ ਅਹਿਮਦੀ ਮਾਸੂਮ ਨੇ, ਅਹਿਮਦੀਆਂ ਨੂੰ ਨਾ ਛੇੜੋ ਤੇ ਬੜੇ ਮਜ਼ਲੂਮ ਨੇ ਵਿਚਾਰੇ। ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਇੰਜ ਕਰੋ ਕਿ ਤੁਸੀਂ ਇੰਨਾ ਸ਼ੋਰ ਨਾ ਕਰੋ, ਉਹਨਾਂ ਨੂੰ ਤੁਸੀਂ ਦੁਆ ਕਰੋ ਹੁਣ ਅੱਲਾ ਅੱਗੇ ਨਾ ਕਿ ਅਸੀਂ ਝੂਠੇ ਤੇ ਅੱਲਾ ਬਰਬਾਦ। ਇਹੀ ਗੱਲ ਹੈ ਨਾ ਤੁਹਾਡੇ? ਅੱਲਾ ਨਾ ਕਰੇ, ਅੱਲਾ ਨਾ ਕਰੇ। ਮੈਂ ਨਹੀਂ ਤੁਹਾਨੂੰ ਝੂਠਾ ਕਹਿੰਦਾ, ਮੈਨੂੰ ਇਸ ਗੱਲਾਂ ਦਾ ਨਹੀਂ ਪਤਾ ਜਿਹੜੀਆਂ ਤੁਸੀਂ ਦੱਸਣ ਦੇ ਜੇ। ਨਹੀਂ, ਕਿਹੜੀ ਦੁਨੀਆ 'ਚ ਰਹਿੰਦੇ ਜੇ ਤੁਸੀਂ? ਕਿੱਥੇ ਭਾਈਜਾਨ ਤੁਸੀਂ ਟੀਵੀ ਨਹੀਂ ਵੇਖਦੇ, ਖਬਰਾਂ ਨਹੀਂ ਵੇਖਦੇ? ਉਹ ਬਾਈ ਇੱਥੇ ਅਹਿਮਦੀ ਦੀਆਂ ਖਬਰਾਂ ਕਿੱਥੇ ਚੱਲਦੀਆਂ? ਚੱਲ ਟੈਲੀਵਿਜ਼ਨ ਤੇ ਉੱਥੇ ਨਜ਼ਮ ਪਾਕਿਸਤਾਨ 'ਚ ਅਗਰ ਕੋਈ ਮੁਸਲਮਾਨ ਅਹਿਮਦੀ ਦੀ ਜੁੱਤੀ ਦੇ ਉੱਤੇ ਪੈਰ ਵੀ ਰੱਖ ਦੇਵੇ ਤੇ ਉਹ ਖਬਰ ਚੱਲ ਜਾਂਦੀ ਹੈ ਤੁਹਾਡੇ ਉੱਥੇ ਕਿ ਉਹ ਜੀ ਉਹ ਮੁਸਲਮਾਨ ਨੇ ਸਾਡੀ ਜੁੱਤੀ ਤੇ ਪੈਰ ਰੱਖਤਾ, ਉਹ ਅਹਿਮਦੀ ਸ਼ਹੀਦ ਹੋ ਗਿਆ ਜੀ, ਫੜ ਲਓ। ਤੇ ਜਿਹੜੇ ਆਪਣੇ 214 ਬੱਚੇ ਰਗੜ ਦਿੱਤੇ ਅਹਿਮਦੀਆਂ ਨੇ, ਉਹਦਾ ਕਿਸੇ ਨੂੰ ਨਹੀਂ ਪਤਾ। ਉਹਨਾਂ ਦਾ ਕੀ ਬਣੇਗਾ? ਓਏ ਅੱਲਾ ਆਲਿਓ, ਉਹ ਬਜ਼ੁਰਗੋ, ਉਹ ਮੇਰੀ ਗੱਲ ਸੁਣੋ, ਕੋਈ ਖੁਦਾ ਦਾ ਖੌਫ ਕਰ ਲੋ, ਹਲੇ ਵੀ ਟਾਈਮ ਜੇ, ਤੁਸੀਂ ਵੀ ਧੀਆਂ ਪੈਣਾ ਵਾਲੇ ਜੇ ਤੁਹਾਡੇ ਖਲੀਫੇ ਦੀ ਨਵਾਸੀ ਦੋਤਰੀ ਉਹ ਰੋਂਦੀ ਰਹੀ ਹੈ ਨਾ ਤੇ ਉਹਨੂੰ ਇਨਸਾਫ ਨਹੀਂ ਜਮਾਤ ਨੇ ਦਿੱਤਾ ਨਾ, ਤੇ ਅੱਲਾ ਨਾ ਕਰੇ, ਮੈਂ ਰੱਬ ਤੋਂ ਡਰ ਕੇ ਕਹਿ ਰਿਹਾ, ਅੱਲਾ ਨਾ ਕਰੇ ਕਿਸੇ ਗਰੀਬ ਦੀ ਬੱਚੀ ਨਾਲ ਇਹ ਕੰਮ ਹੋ ਗਿਆ ਨਾ ਤੇ ਖਲੀਫੇ ਨੇ ਥੁੱਕਣਾ ਵੀ ਨਹੀਂ ਮੁੜ ਕੇ ਤੁਹਾਡੇ ਵੱਲ। ਇਹ ਮੇਰੀ ਗੱਲ ਲਿਖ ਲਵੋ। ਉਹ ਤੁਹਾਡੇ ਖੱਤ ਤੱਕ ਨਹੀਂ ਪੜਦਾ, ਥੱਲੋਂ ਸਦਰ ਸੁਦਰ ਤੇ ਸੈਕਟਰੀ ਜਿਹੜੇ ਨੇ ਨਾ ਉਹ ਤਿਲਕਾ ਦਿੰਦੇ ਨੇ ਤੁਹਾਨੂੰ ਕਿ ਪੜ ਲਿਆ ਹਜ਼ੂਰ ਨੇ, ਦੁਆ ਤੁਹਾਡੀ ਕਬੂਲ ਹੋ ਗਈ, ਜਾਓ। ਮਲੇਸ਼ੀਆ ਦਾ ਮੁਰੱਬੀ ਇੱਕ ਤੁਹਾਡਾ ਟਿਕਟੋਕ ਤੇ ਬਹਿ ਕੇ ਸਾਰਾ ਦਿਨ ਉਹ ਕਰਤੂਤਾਂ ਦੱਸਦਾ ਕਿ ਕੀ ਹੁੰਦਾ। ਉਹਨੇ ਸੁਣਾਈ ਪੂਰੀ ਗੱਲ ਕਿ ਕੁੜੀਆਂ ਨੂੰ ਲਿਜਾ ਕੇ ਤੇ ਮੁਰੱਬੀ ਸਾਹਿਬ ਫੇਰਨ ਤੋਰਨ ਲਿਜਾ ਕੇ ਦੋਵਾਂ ਕੁੜੀਆਂ ਨਾਲ ਜ਼ਨਾ ਕਰਕੇ ਤੇ ਘਰ ਛੱਡ ਗਿਆ ਤੇ ਪਿਓ ਅਹਿਮਦੀ ਵਿਚਾਰਾ ਸੋਚਦਾ ਰਿਹਾ ਕਿ ਮੁਰੱਬੀ ਸਾਹਿਬ ਨਾਲ ਜਾਂਦੀਆਂ ਨੇ ਸ਼ਾਇਦ ਵਿਆਹ ਹੀ ਕਰ ਲਵੇ ਮੁਰੱਬੀ ਸਾਹਿਬ, ਧੀ ਮੇਰੀ ਮੁਰੱਬੀ ਸਾਹਿਬ ਦੇ ਘਰ ਵਾਲੀ ਹੋ ਜਾਏਗੀ ਜੀ, ਬੜੀ ਉੱਚੇ ਰੁਤਬੇ ਵਾਲੀ ਹੋ ਜਾਏਗੀ। ਉਹ ਦੋਵਾਂ ਨਾਲ ਜ਼ਿਆਦਤੀਆਂ ਕਰਕੇ ਘਰ ਛੱਡ ਗਿਆ ਦੋਵਾਂ ਨੂੰ, ਪਿਓ ਰੋਂਦਾ ਫਿਰਦਾ ਪਿੱਛੇ। ਹਾਂਜੀ ਮੁਰੱਬੀ ਸਾਹਿਬ ਸਨ, ਤੇ ਤੁਹਾਡੇ ਹੀ ਮੁਰੱਬੀ ਸਾਹਿਬ ਹੀ ਇੱਕ ਹੋਰ ਨੇ ਜਿਹੜੇ ਰਿਟਾਇਰ ਛੱਡ ਚੁੱਕੇ ਨੇ ਜਮਾਤ ਨੂੰ, ਉਹ ਹੀ ਦੱਸ ਰਹੇ ਨੇ ਇੱਥੇ ਬਹਿ ਕੇ ਸਾਰੀਆਂ ਗੱਲਾਂ। ਉਹ ਰਿਟਾਇਰ ਜਿਹੜਾ ਉਹਦਾ ਨਾਂ ਕੀ ਹੈ? ਉਹ ਰਿਟਾਇਰ ਦਾ ਨਾਂ ਇੱਥੇ ਹੈਗਾ ਵੇ ਨਾ, ਉਹਦਾ ਕਿਸੇ ਨੂੰ ਯਾਦ ਹੋਏਗਾ ਤੁਹਾਨੂੰ ਦੱਸ ਦਿੰਦੇ ਨੇ। ਇਹ ਟਿਕਟੋਕ ਤੇ ਉਹ ਵੀਡੀਓ ਬਣਾਉਂਦਾ ਵੇ यार आसिफ भाई उसका नाम याद है आपको? उसका नाम इसरार है जी जनाब। सुनो जी ਉਹਨਾਂ ਦਾ ਕਰੋ ਸਰਚ ਇੱਥੇ ਟਿਕਟੋਕ ਤੇ, ਤੁਹਾਨੂੰ ਲੱਗੇ ਪਤਾ। ਇਹ ਦੱਸੋ ਵੀ ਸ਼ੇਖ ਸਾਹਿਬ ਹੁੰਦੇ ਕਿੱਥੇ ਨੇ ਹੁਣ? ਇਹ ਮੈਨੂੰ ਦੱਸੋ, ਇਹਨਾਂ ਦੇ ਮਿਲਣਾ ਤੁਹਾਨੂੰ ਤੁਹਾਡੀ ਸੂਈ ਉੱਥੇ ਹੀ ਹੈ ਸ਼ੇਖ ਸਾਹਿਬ ਤੇ ਹੀ ਹੈ। ਯਾਨੀ ਮੈਂ ਪੂਰਾ ਤੁਹਾਨੂੰ ਦੁਨੀਆ ਦੀ ਘੁਮਾ ਕੇ ਲੈ ਆਇਆ ਤੁਹਾਨੂੰ ਰਾਮ ਕਹਾਣੀ, ਤੇ ਤੁਸੀਂ ਸ਼ੇਖ ਸਾਹਿਬ ਦੇ ਪਿੱਛੇ ਘਰੋਂ ਤੁਹਾਨੂੰ ਉਹਨਾਂ ਨੇ ਛੱਡਿਆ ਕਿ ਬਸ ਸਿਰਫ ਜਾ ਕੇ ਸ਼ੇਖ ਸਾਹਿਬ ਦੇ ਦੁਆਲੇ ਰਹਿ ਤੇ ਉਹਨਾਂ ਨੂੰ ਕਹਿ ਜੀ ਤੁਸੀਂ ਮਸ਼ਹੂਰੀ ਕਰ ਰਹੇ ਹੋ, ਤੁਸੀਂ ਏਜੰਟ ਹੋ ਜਾ। ਉਹ ਮੁਬਸ਼ਰ ਪਾ ਕੀ ਹੋ ਗਿਆ ਯਾਰ? ਉਹ ਜੱਟ ਆਦਮੀ, ਤੂੰ ਤੇ ਜੱਟ ਤੇ ਬੜੇ ਇੱਜ਼ਤਾਂ ਦੇ ਪਹਿਰੇਦਾਰ ਹੁੰਦੇ ਨੇ, ਜੱਟ ਤੇ ਬੜੇ ਗੈਰਤਮੰਦ ਹੁੰਦੇ ਨੇ। ਭਾਈਜਾਨ ਇਸ 2.5 ਸਾਲ ਵਾਲਾ ਸਵਾਲ ਦੁਬਾਰਾ ਰਿਪੀਟ ਕਰਕੇ ਮੋੜ ਪੁੱਛੋ। ਹਾਂ ਹੁਣ ਦੱਸੋ ਨਾ ਜੀ, ਆ ਮੋੜ ਪੁੱਛ ਲੈਂਦੇ ਆ ਜੀ। ਉਹ 2.5 ਸਾਲ ਦਾ ਜਿਹੜਾ ਉਹ ਪੀਰ ਲਿਆਕਤ ਹਜ਼ਾਰਵੀ ਦਾ ਜਦੋਂ ਨਾਂ ਲਿਆ ਤੇ ਤੁਹਾਡੇ ਮੂੰਹ ਚ ਅਸਤਗਫਰੁੱਲਾ ਨਿਕਲਿਆ, ਤੇ ਜਦੋਂ ਮੈਂ ਮਿਰਜ਼ਾ ਸਾਹਿਬ ਦਾ ਦੱਸਿਆ ਵੀ ਇਹ ਕੰਮ ਅਸਲ ਚ ਮਿਰਜ਼ਾ ਸਾਹਿਬ ਨੇ ਪਾਇਆ ਤੇ ਤੁਹਾਡੇ ਮੂੰਹੋਂ ਉਫ ਤੱਕ ਨਹੀਂ ਨਿਕਲੀ, ਉਹਦੇ ਬਾਰੇ ਕੀ ਖਿਆਲ ਹੈ ਬਸ਼ਰ ਭਾਈ? ਕਰੋ ਨਾ ਫਿਰ ਅਦਾਲਤ ਸ਼ੇਖ ਸਾਹਿਬ ਨੂੰ ਕਹੋ ਨਾ ਕੋ ਵਕੀਲ ਕਰਨ ਇੱਥੇ। ਹਾਂ ਉਹ ਜਦੋਂ ਆਪਣੀ ਵਾਰੀ ਆਵੇ ਤੇ ਵਕੀਲ ਕਰੋ। ਅੱਛਾ ਚਲੋ ਇੱਕ ਗੱਲ ਦੱਸੋ ਮੁਬਸ਼ਰ ਭਾਜੀ, ਇੱਕ ਹੋਰ ਗੱਲ, ਸਾਦਾ ਗੱਲ ਕਰਦੇ ਆ। ਪਾਕਿਸਤਾਨ ਦੀ ਗਵਰਨਮੈਂਟ ਹੈ, ਯੂਕੇ ਦੀ ਹੈ, ਅਮਰੀਕਾ ਦੀ। ਆਖਰੀ ਗੱਲ, ਪਾਕਿਸਤਾਨ ਦੀ ਗਵਰਨਮੈਂਟ ਨੇ ਤਾਂ ਹੀ ਤੇ ਤੁਹਾਨੂੰ ਕੱਢ ਮਾਰਿਆ, ਪਰ ਅਗਲਿਆਂ ਨੇ 74 ਦੇ ਵਿੱਚ ਇਹੀ ਤੇ ਕੀਤਾ ਨਾ ਕਿ ਤੁਸੀਂ ਇਹ ਕੰਮ ਕਰਦੇ ਸੀ। ਉਹਨਾਂ ਨੇ ਫਿਰ ਕਲੀਅਰ ਕਰ ਦਿੱਤਾ ਨਾ ਕਿ ਯਾਰ ਇਹਨਾਂ ਦਾ ਇਸਲਾਮ ਨਾਲ ਤਲਕ ਨਹੀਂ ਹੈ, ਇਹ ਕੋਈ ਵੱਖਰੀ ਚੀਜ਼ ਨੇ, ਲਿਆਦਾ ਇਹਨਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ। ਪਾਕਿਸਤਾਨੀ ਗਵਰਨਮੈਂਟ ਨੇ ਲਿਆ ਤੇ ਹੈ ਵੇ ਐਕਸ਼ਨ, ਹੋਰ ਕੀ ਕਰੇ ਹੁਣ? ਕੋਈ ਨੌਜ਼ ਬਿੱਲਾ ਇਹ ਤੇ ਨਹੀਂ ਵੀ ਤੁਹਾਨੂੰ ਮਾਰਨ ਕੁੱਟਣ ਲੱਗ ਪੈਣ, ਏਡੇ ਜ਼ਾਲਮ ਨਿਗੇ। ਇੱਜ਼ਤ ਉਲਟੋ ਤਾਂ ਮਾਰਨਾ ਚਾਹੀਦਾ, ਇੱਜ਼ਤ ਦੀ ਖਾਤਰ, ਇੱਜ਼ਤ ਤੋਂ ਵੱਡੀ ਨਹੀਂ। ਤੇ ਉਹ ਤੁਹਾਡਾ ਖਲੀਫਾ ਮਾਰੇ ਨਾ ਭਾਈ, ਉਹ ਤੁਹਾਡੇ ਤੇ ਮੈਨ ਆਫ ਗੋਡ ਹੈ, ਅੱਲਾ ਦਾ ਬੰਦਾ ਤੁਹਾਡੇ ਤੇ ਲੱਗਾ, ਉਹ ਕੁੱਟੇ ਉਹਨੂੰ ਚਾਹੀਦਾ ਕੋੜੇ ਮਾਰੇ, 80 ਕੋੜੇ ਮਾਰੇ ਉਹਦੇ, ਬਲਕਿ ਮਾਰ ਕੇ ਮਾਰ ਦੇਵੇ ਉਹਨਾਂ ਨੂੰ, ਜ਼ਨਾਈਆਂ ਨੂੰ। ਜ਼ਨਾ ਦੀ ਸਜ਼ਾ ਤੇ ਉਹਨੂੰ ਪਤਾ ਵੇ ਇਸਲਾਮ ਚ ਕੀ ਵੇ, ਉਹ ਕਿਹੜਾ ਮਾਸੂਮ ਹੈ, ਉਹਨੂੰ ਪਤਾ ਨਹੀਂ ਹੈ।
ਉਹ ਕਿਉਂ ਨਹੀਂ ਮਾਰਦਾ? ਕਾਹਦਾ ਖਲੀਫਾ ਵੇ? ਖਲੀਫਾ ਬੱਚਿਆਂ ਦਾ ਰੋਟੀਆਂ ਚੈੱਕ ਕਰਨ ਲਈ ਰੱਖਿਆ? ਉਹ ਕੁੜੀਆਂ ਦੀਆਂ ਰੋਟੀਆਂ ਤੇ ਯਾਰੋ ਬੜੀਆਂ ਸੋਹਣੀਆਂ ਚੈੱਕ ਕਰਦਾ। ਇਹ ਤੇਰੀ ਰੋਟੀ ਗੋਲ ਹੈ, ਤੇਰੀ ਸੜੀ ਹੈ, ਉਹ ਲੰਬੇ ਨੱਕ ਵਾਲੀ, ਹਲੋ ਹਲੋ, ਉਹ ਲਾਲ ਦੁਪੱਟੇ ਵਾਲੀ, ਉਹ ਇੱਧਰ ਇੱਧਰ ਆ ਜਰਾ। ਇਹ ਕੰਮ ਤੇ ਮੁਬਸ਼ਰ ਪਾ, ਤੇਰਾ ਖਲੀਫਾ ਏਡੇ ਸੋਹਣੇ ਕਰਦਾ ਹੀ ਤੇਰਾ ਖਲੀਫਾ। ਆਏ ਹਾਏ ਛੱਡ ਗੱਲਾਂ ਦੇ, ਐ ਜਿਵੇਂ ਘਰੇਲੂ ਭਰਜਾਈ ਹੁੰਦੀ। ਆਈ ਲਵ ਯੂ ਮੇਰੇ ਭਰਾ, ਤੁਹਾਡੀਆਂ ਗੱਲਾਂ ਸੁਣਨ ਦਾ ਤਾਂ ਪਾਣੀ ਪੀ ਚੱਲ। ਅੱਛਾ ਆਖਰੀ ਗੱਲ ਭਾ ਮੁਬਸ਼ਰ, ਆਖਰੀ ਗੱਲ ਫਿਰ ਮੈਂ ਖਤਮ ਕਰਨਾ ਵਾ। ਤੂੰ ਮੇਰੀ ਇੱਕ ਗੱਲ ਗੌਰ ਨਾਲ ਭਾ ਮੁਬਸ਼ਰ ਸੁਣ ਯਾਰ, ਤੇ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੈਨੂੰ ਕਸਮ ਹੈ ਤੇਰੇ ਪੈਦਾ ਕਰਨ ਵਾਲੇ ਰੱਬ ਦੀ, ਜਵਾਬ ਮੈਨੂੰ ਸੱਚਾ ਦੇਣਾ ਹੀ, ਡੰਡੀ ਨਹੀਂ ਮਾਰਨੀ। ਵੇਖੀ ਜੱਟ ਆਦਮੀ ਹੈ, ਖਰੀ ਗੱਲ ਕਰੀ। ਹਾਂਜੀ ਸਵਾਲ ਮੇਰਾ ਸੁਣ ਲੈ। ਮੈਂ ਮਿਰਜ਼ਾ ਮਸਰੂਰ ਨੂੰ ਮਿਰਜ਼ਾ ਤਾਹਰ ਤੋਂ ਜ਼ਿਆਦਾ ਅਫਜ਼ਲ ਸਮਝਣਾ ਵਾ, ਕਿਉਂਕਿ ਮਿਰਜ਼ਾ ਮਸਰੂਰ ਨੇ ਕਦੀ ਸ਼ਰਾਬ ਨਹੀਂ ਪੀਤੀ। ਅੱਛਾ ਦੱਸ ਤੇਰਾ ਕੀ ਖਿਆਲ, ਇਸ ਗੱਲ ਦੇ ਬਾਰੇ ਕੀ ਖਿਆਲ ਹੈ? ਮੈਂ ਭਾਈ ਉਹਨਾਂ ਨੂੰ ਉਹਨਾਂ ਦੇ ਜਦੋਂ ਪਾਣੀ ਛਾਣੀ ਪੀਂਦੇ ਅੰਦਰ ਜਾ ਕੇ ਤਰੀਨਾ ਵੇਂਦਾ। ਹਾਂਜੀ ਨਹੀਂ, ਲੇਕਿਨ ਮੇਰੀ ਗੱਲ ਤੇ ਭਾ ਮੁਬਸ਼ਰ ਗੌਰ ਕਰ। ਮਿਰਜ਼ਾ ਮਸਰੂਰ ਜਿਹੜਾ ਨਾ ਮਿਰਜ਼ਾ ਤਾਹਰ ਨਾਲੋਂ ਅਫਜ਼ਲ ਹੈ, ਕਿਉਂਕਿ ਮਿਰਜ਼ਾ ਮਸਰੂਰ ਨੇ ਜ਼ਿੰਦਗੀ 'ਚ ਕਦੀ ਸ਼ਰਾਬ ਨਹੀਂ ਪੀਤੀ। ਅੱਛਾ ਜੀ, ਨਹੀਂ ਗੱਲ ਸਮਝ ਨਹੀਂ ਆਈ। ਚਲੋ ਮੈਂ ਦੂਸਰੀ ਤਰ੍ਹਾਂ ਪੁੱਛ ਲੈਣਾ। ਮਿਰਜ਼ਾ ਤਾਹਰ ਜਿਹੜਾ ਹੈ ਨਾ, ਉਹ ਮਿਰਜ਼ਾ ਮਸਰੂਰ ਨਾਲੋਂ ਅਫਜ਼ਲ ਹੈ, ਕਿਉਂਕਿ ਮਿਰਜ਼ਾ ਤਾਹਰ ਦਾ ਕਦੀ ਵੀ ਬਾਜ਼ਾਰੀ ਔਰਤਾਂ ਦੇ ਨਾਲ ਤਾਲੁਕ ਨਹੀਂ ਰਿਹਾ, ਕਦੀ ਵੀ ਨਹੀਂ ਰਿਹਾ ਫਾਹਿਸ਼ਾ ਔਰਤਾਂ ਦੇ ਨਾਲ। ਅੱਛਾ ਕੀ ਖਿਆਲ ਹੈ ਮੇਰੇ ਜੁਮਲੇ ਦੇ ਬਾਰੇ? ਕੀ ਖਿਆਲ? ਇੱਕ ਪਾਸੇ ਤੁਸੀਂ ਤਾਰੀਫ ਕਰੀ ਜਾਂਦੇ ਜੇ ਉਹਨਾਂ ਦੀ, ਹਾਂਜੀ ਹੁਣ ਤੁਸੀਂ ਤਾਰੀਫ ਕਰਨ ਦੇ ਜੇ ਨਹੀਂ ਪੀਤੀ ਤੇ ਚੰਗਾ ਨਾ, ਨਹੀਂ ਪੀਤੀ ਸ਼ਰਾਬ। ਹਾਂ ਤੇ ਇਹਦੇ 'ਚ ਗੁੱਸਾ ਕਿਉਂ ਹੋ ਰਿਹਾ? ਇਹਦੇ 'ਚ ਕਿਹੜੀ ਗੱਲ ਹੈ? ਇਹਦੇ 'ਚ ਇਤਰਾਜ਼ ਵਾਲੀ ਕਿਹੜੀ ਗੱਲ ਹੈ? ਮੈਂ ਤੇ ਕਹਿ ਰਿਹਾ ਕਿ ਮਿਰਜ਼ਾ ਮਸਰੂਰ ਬਹੁਤ ਚੰਗਾ ਹੈ, ਕਿਉਂਕਿ ਉਹਨੇ ਕਦੀ ਸ਼ਰਾਬ ਨਹੀਂ ਪੀਤੀ। ਤਾਹਰ ਨਾਲੋਂ ਚੰਗਾ ਹੈ ਉਹ। ਦੋਵੇਂ ਚੰਗੇ ਹੋਏ। ਨਹੀਂ ਨਹੀਂ, ਦੋਵੇਂ ਤੇ ਚੰਗੇ ਨੇ, ਲੇਕਿਨ ਮਸਰੂਰ ਜ਼ਿਆਦਾ ਚੰਗਾ ਕਿਉਂਕਿ ਇਹਨੇ ਕਦੀ ਸ਼ਰਾਬ ਨਹੀਂ ਨਾ ਪੀਤੀ। ਆ ਸ਼ੇਖ ਸਾਹਿਬ ਵੀ ਬੜੇ ਚੰਗੇ ਮੇਰੇ ਭਾਈ, ਤੁਸੀਂ ਵੀ ਚੰਗੇ ਜੇ। ਹਾਂਜੀ ਮਸਰੂਰ ਸਾਡੇ ਸਾਰਿਆਂ ਚੋਂ ਚੰਗਾ ਵੇ, ਕਿਉਂਕਿ ਮਸਰੂਰ ਨੇ ਕਦੀ ਜ਼ਿੰਦਗੀ 'ਚ ਸ਼ਰਾਬ ਨੂੰ ਹੱਥ ਨਹੀਂ ਲਾਇਆ। ਤਾਹਰ ਦਾ ਮੈਨੂੰ ਪਤਾ, ਤਾਹਰ ਦਾ ਮੈਨੂੰ, ਲੇਕਿਨ ਤਾਹਰ ਇਸ ਗੱਲੋਂ ਚੰਗਾ ਵੇ, ਤਾਹਰ ਇਸ ਗੱਲੋਂ ਚੰਗਾ ਵੇ ਕਿਉਂਕਿ ਤਾਹਰ ਦਾ ਕਦੀ ਵੀ ਮਸਰੂਰ ਨਾਲੋਂ ਚੰਗਾ ਵੇ, ਕਿਉਂਕਿ ਤਾਹਰ ਦਾ ਕਦੀ ਵੀ ਬਾਜ਼ਾਰੀ ਔਰਤਾਂ ਦੇ ਨਾਲ ਤਾਲੁਕ ਨਹੀਂ ਰਿਹਾ। ਮਸਰੂਰ ਦਾ ਪਤਾ ਨਹੀਂ। ਅੱਛਾ ਇਸ ਤਰ੍ਹਾਂ ਕਿ ਹੁਣ ਤੂੰ ਬੜੀ ਬਹਿਸ ਹੋ ਗਈ ਹੈ ਤੇ ਜੋ ਤੁਹਾਡਾ ਦਿਲ ਕਰਦਾ ਨਹੀਂ ਨਹੀਂ, ਇਹ ਮੇਰੇ ਜੁਮਲੇ ਦੇ ਬਾਰੇ ਤੇ ਦੱਸੋ, ਇਹ ਜੁਮਲਾ ਕੈਸਾ ਵੇ? ਇਹ ਜੋ ਮੈਂ ਕਹਿ ਰਿਹਾ ਵਾਂ, ਇਹ ਗੱਲ ਕੈਸੀ ਹੈ ਦੱਸੋ ਤੇ ਸਹੀ। ਬੜੀ ਚੰਗੀ ਗੱਲ ਹੈ, ਉਹਨਾਂ ਨੇ ਸ਼ਰਾਬ ਨਹੀਂ ਪੀਤੀ ਤੇ ਚੰਗੀ ਗੱਲ ਹੈ, ਕੋਈ ਵੀ ਨਾ ਪੀਵੇ ਸ਼ਰਾਬ। ਸ਼ਰਾਬ ਤੇ ਤਾਹਰ ਜਿਹੜਾ ਵੇ ਮਿਰਜ਼ਾ ਤਾਹਰ, ਉਹ ਮਿਰਜ਼ਾ ਮਸਰੂਰ ਨਾਲੋਂ ਤਾਂ ਚੰਗਾ ਵੇ ਕਿਉਂਕਿ ਮਿਰਜ਼ਾ ਤਾਹਰ ਦਾ ਕਦੀ ਵੀ ਬਾਜ਼ਾਰੀ ਔਰਤਾਂ ਦੇ ਨਾਲ ਤਾਲੁਕ ਨਹੀਂ ਰਿਹਾ। ਮਸਰੂਰ ਦਾ ਮੈਨੂੰ ਨਹੀਂ ਪਤਾ। ਅੱਛਾ ਠੀਕ ਹੈ। ਅੱਛਾ ਤੇ ਇਹ ਜੁਮਲਾ ਕੈਸਾ ਵੇ? ਇਸ ਤਰ੍ਹਾਂ ਮੇਰੇ ਭਾਈ ਮੈਂ ਮੇਰੀ ਤੇ ਸਵਾਲ ਦਾ ਤੇ ਜਵਾਬ ਦੇ ਦਿਓ ਨਾ। ਇਹ ਜੁਮਲਾ ਕੈਸਾ ਵੇ? ਉਹ ਯਾਰ ਮੈਂ ਕਿਹੜਾ ਉਹਨਾਂ ਨੂੰ ਵੇਖਣਾ ਪੀਂਦੇ ਨਹੀਂ ਪੀਂਦੇ ਹੈ। ਨਹੀਂ, ਲੇਕਿਨ ਇਹ ਗੱਲ ਕਹਿਣਾ ਕਿ ਵੀ ਮਸਰੂਰ ਨਾਲੋਂ ਉਹ ਚੰਗਾ ਹੈ ਕਿਉਂਕਿ ਉਹਨੇ ਕਦੀ ਨਹੀਂ ਪੀਤੀ, ਇਹ ਗੱਲ ਕੈਸੀ? ਯਾਰ ਵੇਖੋ ਮੈਂ ਕਹਦਾ ਸ਼ੇਖ ਨੂੰ ਤੁਸੀਂ ਚੰਗੇ, ਸ਼ੇਖ ਸਾਹਿਬ ਤੁਹਾਡੇ ਨਾਲ ਚੰਗੇ, ਤੁਸੀਂ ਦੋਵੇਂ ਨਹੀਂ ਪੀਂਦੇ ਸ਼ਰਾਬ। ਮੈਂ ਉਹਦਾ ਜਵਾਬ ਨਹੀਂ ਦੋਵੇਂ ਨਹੀਂ, ਮੈਂ ਇਹੀ ਤੇ ਗੱਲ ਏ। ਅਗਰ ਤੇ ਤੁਸੀਂ ਕਹੋ ਨਾ ਕਿ ਦੋਵੇਂ ਨਹੀਂ ਪੀਂਦੇ ਤੇ ਮੈਂ ਕਹਾਂਗਾ ਬਈ ਮਿਹਰਬਾਨੀ, ਸ਼ੇਖ ਸਾਹਿਬ ਵੀ ਕਹਿਣਗੇ ਮਿਹਰਬਾਨੀ। ਪਰ ਅਗਰ ਤੁਸੀਂ ਕਹੋ ਕਿ ਸ਼ੇਖ ਸਾਹਿਬ ਆ ਫਰੂਕ ਤੁਹਾਡੇ ਨਾਲੋਂ ਚੰਗਾ, ਇਹਨੇ ਕਦੀ ਸ਼ਰਾਬ ਨਹੀਂ ਪੀਤੀ, ਤੇ ਸ਼ੇਖ ਸਾਹਿਬ ਤੇ ਕੀ ਗੁਜ਼ਰੇਗੀ? ਜੋ ਵੀ ਹੈ ਨਾ, ਮੈਂ ਵੈਸੇ ਤੁਹਾਨੂੰ ਇੱਕ ਐਡਵਾਈਸ ਦਿੰਦਾ ਕਿ ਤੁਸੀਂ ਅੱਛਾ ਤੁਸੀਂ ਮਤਲਬ ਜ਼ਿਆਦਾ ਹੀ ਕੋ ਭੋਲੇ ਜਾਟੋ ਕਿ ਤੁਹਾਨੂੰ ਮੇਰੀ ਗੱਲ ਨਹੀਂ ਸਮਝ ਚ ਆ ਰਹੀ। ਮੈਂ ਕਹਾਂ ਕਿ ਦੋ ਬੰਦਿਆਂ ਦੇ ਵਿੱਚੋਂ ਇੱਕ ਮੈਨੂੰ ਜ਼ਿਆਦਾ ਪਸੰਦ ਹੈ ਕਿਉਂਕਿ ਇਹ ਸ਼ਰਾਬ ਨਹੀਂ ਪੀਂਦਾ, ਤੇ ਦੂਸਰਾ ਕੀ ਹੋਇਆ? ਫਿਰ ਦੂਸਰਾ ਕੀ ਹੋਇਆ? ਇਹਦਾ ਮਤਲਬ ਇਹੀ ਹੋਇਆ ਨਾ ਕੋ ਪੀਂਦਾ ਵੇ। ਬੱਲਾ ਬਿੱਤਰ ਜਾਣਦਾ ਭਾਈ, ਜਿੰਨਾ ਚਿਰ ਤੁਸੀਂ ਵੇਖੋਗੇ ਨਾ ਬਿਹਤਰ ਜਾਣਦਾ। ਬੜੇ ਯਾਰ ਤਿਲਕਣੇ ਅਹਿਮਦੀ ਹੋ ਤੁਸੀਂ, ਹਰ ਸਵਾਲ ਚੋਂ ਹੈ ਤਿਲਕ ਕੇ ਗਾਂ ਨਿਕਲ ਜਾਂਦੇ ਹੋ। ਕਿਤੇ ਖਲੋਵੋ ਵੀ ਤੇ ਸਹੀ। ਦੇਖ ਮੇਰੀ ਗੱਲ ਸੁਣ, ਬੱਲਾ ਵਾਲਮ ਬਿਸਵਾਬ। ਹੁਣ ਸ਼ੇਖ ਸਾਹਿਬ ਨੇ ਨਾ, ਮੈਂ ਕਹਾਂਗਾ ਅੱਛਾ ਹੁਣ ਸੁਣ ਲੈ ਪਾਮ ਮਸ਼ਰ, ਮੈਂ ਗੱਲ ਮੁਕਾਨਾ ਵਾ, ਮੇਰੀ ਗੱਲ ਸੁਣ ਲੈ। ਦੋਵੇਂ ਅੱਲਾ ਦੇ ਮਿਰਜ਼ਾ ਗੁਲਾਮ ਕਾਦੀਆਨੀ ਕਹਿੰਦਾ ਵੇ, ਹੈਲੋ, ਮਿਰਜ਼ਾ ਗੁਲਾਮ ਕਾਦੀਆਨੀ ਹਜ਼ਰਤ ਈਸਾ ਦਾ ਤੇ ਇੱਕ ਹੋਰ ਅੱਲਾ ਦੇ ਨਬੀ ਦਾ ਨਾਂ ਲੈ ਕੇ ਕਹਿੰਦਾ ਵੇ ਕਿ ਉਹ ਜਿਹੜਾ ਦੂਸਰਾ ਨਬੀ ਹੈ ਨਾ, ਉਹਦਾ ਕੁਰਾਨ ਦੇ ਵਿੱਚ ਨਾਂ ਆਇਆ ਬੜੀ ਇੱਜ਼ਤ ਇਹਤਰਾਮ ਨਾਲ, ਕਿਉਂਕਿ ਉਹਨਾਂ ਨੇ ਕਦੀ ਜ਼ਿੰਦਗੀ 'ਚ ਸ਼ਰਾਬ ਨਹੀਂ ਪੀਤੀ ਤੇ ਕਦੀ ਜਨਾਬੇ ਵਾਲਾ ਫਾਹਿਸ਼ਾ ਔਰਤਾਂ ਦੇ ਨਾਲ ਤਾਲੁਕ ਨਹੀਂ ਰਿਹਾ। ਇਹ ਗੱਲ ਕਰਨੀ ਕੈਸੀ? ਇਸ ਤਰ੍ਹਾਂ ਮੇਰੇ ਭਾਈ ਦੇਖੋ, ਜਿਹੜਾ ਹਜ਼ਰਤ ਈਸਾ ਦੇ ਬਾਰੇ, ਉਹ ਭਾਈ ਮੇਰੇ ਠਹਿਰ ਜੋ, हजरत ईसा के बारे ਤੁਹਾਡਾ मिर्जा साहब ਜਿਹੜਾ ना बानी जमात वो कहता है कि दादियां और नानियां उनकी फाहिशा औरतें थी। पता जी? नहीं भाई मैंने नहीं पता। अल्लाह आलम, हर गल ते वल्लाह आलम, ते दुनिया ते की लेना आए हो? प्यार मोहब्बत, ए प्यार मोहब्बत है? ए जेड़ा कीता है मिर्जा साहब ने, ए प्यार मोहब्बत है कि दादियां नानियां फाहिशा औरतें थी? मेरी सुनो गल,
ਤੁਸੀਂ ਮੈਂ ਤੁਹਾਡੇ ਵਾਸਤੇ ਇਸ ਕਰਕੇ ਆਇਆ ਹਾਂ ਵੀ ਤੁਸੀਂ ਉਹਨਾਂ ਦੇ ਵਿਚਾਰਿਆਂ ਦੇ ਮਾਸੂਮਾਂ ਦੇ ਬਾਰੇ ਇਹ ਮਾਸੂਮ ਨੇ, ਇਹ ਮਾਸੂਮ ਹੈ। ਅੱਲਾ ਦੇ ਨਬੀਆਂ ਨੂੰ ਕਹਿਣਾ ਕਿ ਉਹਨਾਂ ਦੀਆਂ ਦਾਦੀਆਂ ਨਾਨੀਆਂ ਗਲਤ ਔਰਤਾਂ ਸੀ ਤੇ ਉਹ ਸ਼ਰਾਬਾਂ ਪੀਂਦੇ ਸਨ, ਇਹ ਗਲਤ, ਇਹ ਮਾਸੂਮ ਆਦਮੀ ਹੈ, ਤੁਹਾਡੇ ਬੋਲਣ ਇਹ ਦਾ ਬੰਦਾ ਮਾਸਾ ਮਾਸੂਮ ਹੈ। ਫਰਕ ਨਹੀਂ ਪੈਣਾ, ਤੁਸੀਂ ਉਹਨਾਂ ਦੀ ਸਗੋਂ ਹੋਰ ਉੱਤੇ ਵਧਾਉਂਦੇ ਜੇ ਜਾਂ ਤੇ ਪੜੋ ਨਾ। ਇਹੀ ਤੇ ਮੈਂ ਕਹਿ ਰਿਹਾ ਕਿ ਤੁਹਾਨੂੰ ਜ਼ਰਾ ਤੁਹਾਨੂੰ ਫਰਕ ਨਹੀਂ ਪੈਣਾ, ਕਿਉਂਕਿ ਤੁਸੀਂ ਐਡੇ ਢੀਠ ਜੇ ਔਰ ਐਡੇ ਪੀੜੇ ਕਾਫਰ ਹੋ ਚੁੱਕੇ ਜੇ ਤੁਸੀਂ, ਤੇ ਮਿਰਜ਼ੇ ਨੇ ਤੁਹਾਡਾ ਐਡਾ ਕ ਦਿਮਾਗ ਮਾਰਤਾ ਕਿ ਵੇਖੋ ਜ਼ਰਾ ਗੈਰਤ ਨਹੀਂ ਤੁਹਾਡੀ। ਪਾ ਮੁਬਸ਼ਰ ਸਾਹਿਬ, ਇੰਨੀ ਤੇਰੀ ਗੈਰਤ ਨਹੀਂ ਜਾਗੀ ਕਿ ਤੂੰ ਮੈਨੂੰ ਕਹਿ ਦੇਵੇਂ ਓਏ ਬੇਸ਼ਰਮਾ, ਖਬਰਦਾਰ ਚੁੱਪ ਕਰ, ਤੂੰ ਮੇਰੇ ਖਲੀਫੇ ਦੇ ਬਾਰੇ ਕਿਵੇਂ ਕਹਿ ਰਹੇ ਤੇ ਖਬਰਦਾਰ ਤੂੰ ਅੱਲਾ ਦੇ ਇੱਕ ਨਬੀ ਦੇ ਬਾਰੇ। ਤੁਸੀਂ ਐਡੇ ਢੀਠ ਹੋ ਚੁੱਕੇ ਹੋ, ਤੁਹਾਨੂੰ ਕੋਈ ਫਰਕ ਨਹੀਂ ਪੈਂਦਾ, ਜਿੰਨੂੰ ਜੋ ਮਰਜ਼ੀ ਕਹੀ ਜੋ। ਮਲੰਗ ਤਨਹਾ ਮਲੰਗ ਦੁਨੀਆ ਤੋਂ ਤੰਗ ਜੀ, ਇਹ ਹੁੰਦਾ ਜੀ ਅਹਿਮਦੀ। ਵੱਲਾ ਇਹ ਅਹਿਮਦੀ ਜੇ ਜਿਹਦੇ ਬਾਰੇ ਉਹਨਾਂ ਨੇ ਕਿਹਾ ਸੀ ਜੀ हजरत साहब ने कहा है मोमिन तो खस्सी होता है। चुप सुकून, मेरे सामने मेरे प्यो ਨੂੰ ਕੋ ਗਾਲ ਕੱਢੇ ਮੈਂ ਉਹਦੇ ਧੌਣ ਉਹਦੇ ਮੈਂ ਗਾਟੇ ਫਿੱਟ ਹੋ ਜਾਵਾਂ ਤੇ ਤੁਸੀਂ ਆਪਣੇ ਆਪ ਨੂੰ ਜੱਟ ਫਰਮਾ ਰਹੇ ਹੋ। ਨਾ ਤੁਹਾਨੂੰ ਉਧਰ ਫਰਕ ਪਿਆ ਨਾ ਤੁਹਾਨੂੰ ਉਧਰ ਫਰਕ ਪਿਆ। ਕਿਸੇ ਅੱਲਾ ਦੇ ਨਬੀ ਦੀ ਇੱਜ਼ਤ ਗੈਰਤ ਦੀ ਤੁਹਾਨੂੰ ਟੈਨਸ਼ਨ ਕੋਈ ਨਹੀਂ। ਇਹ ਦੇ ਕੇ ਗਏ ਨੇ ਮਿਰਜ਼ਾ ਸਾਹਿਬ ਤੁਹਾਨੂੰ, ਉਹ ਕੋਈ ਤੇ ਯਾਰ ਖੁਦਾ ਦਾ ਖੌਫ ਕਰ ਲਵੋ। ਕੁਝ ਸੋਚੋ ਇਸ ਬਾਰੇ, ਕੁਝ ਸੋਚੋ ਕਿ ਰੱਬ ਦੀ ਜ਼ਾਤ ਦਾ, ਅੱਲਾ ਦੇ ਪਾਕ ਨਬੀਆਂ ਦਾ ਕੋਈ ਇਹਤਰਾਮ ਤੁਹਾਨੂੰ ਜਮਾਤ ਨੇ ਸਿਖਾਇਆ ਵੇ ਕਿ ਤੁਹਾਡੇ ਸਾਹਮਣੇ ਕੋਈ ਬੰਦਾ ਇਹੋ ਜੀ ਬਕਵਾਸ ਕਰੇ ਤੇ ਤੁਸੀਂ ਉਹਨੂੰ ਕਹੋ, ਪੁੱਛੋ ਉਹਨੂੰ ਸਵਾਲ ਕਿ ਭਾਈ ਕਿਉਂ ਇਹ ਗੱਲ ਕਰ ਰਹੇ ਆ ਤੂੰ। ਲੇਕਿਨ ਨਹੀਂ, ਕੋਈ ਜਵਾਬ ਨਹੀਂ ਸਾਡੇ ਕੋਲ, ਅਸੀਂ ਮੁਕੰਮਲ ਖਾਮੋਸ਼। ਉਹ ਨਿਕਲਿਆ ਤੇ ਇੱਕ ਅਸਤਗਫਿਰullah ਤੁਹਾਡੇ ਮੂੰਹੋਂ ਨਿਕਲਿਆ, ਉਹ ਵੀ ਪੀਰ ਲਿਆਕਤ ਹਜ਼ਾਰਵੀ ਤੇ। ਜਦੋਂ ਮਿਰਜ਼ਾ ਸਾਹਿਬ ਦੀ ਵਾਰੀ ਆਈ ਤੇ ਉਹ ਅਸਤਗਫਿਰullah ਵੀ ਅੰਦਰੋਂ ਅੰਦਰ ਹੀ ਖਾ ਗਏ ਤੁਸੀਂ। ਠੀਕ ਹੈ, ਤੇ ਬੜੀ ਮਿਹਰਬਾਨੀ ਪਾ ਮੁਬਸ਼ਰ ਸਾਹਿਬ, ਮੇਰਾ ਸ਼ੌਕ ਪੂਰਾ ਹੋ ਗਿਆ। ਬੜੇ ਦਿਨਾਂ ਦਾ ਸੀਗਾ ਕਿ ਕੋਈ ਅਹਿਮਦੀ ਆਵੇ ਤੇ ਮੈਂ ਉਹਦੇ ਨਾਲ ਨਾ ਸ਼ੌਕ ਥੋੜਾ ਜਿਹਾ ਪੂਰਾ ਕਰ ਲਾਂ। ਹੁਣ ਤੁਸੀਂ ਜਾਓ, ਉਹ ਜਿਹੜੀ ਚਾਹ ਸ਼ੇਖ ਸਾਹਿਬ ਨੂੰ ਪਵਾਈ ਸੀ ਨਾ ਉਹ ਪੀਵੋ ਥੋੜੀ ਜੀ ਆਪ। ਹੁਣ ਜਿਹੜੀ ਸ਼ੇਖ ਸਾਹਿਬ ਨੂੰ ਚਾਹ ਪਿਆਈ ਸੀ ਨਾ ਉਹ ਪੀਵੋ ਆਪ। ਅੱਲਾ ਤੁਹਾਡੀਆਂ ਅਕਲਾਂ ਖੋਲੇ, ਰੱਬ ਤੁਹਾਡੇ ਦਿਮਾਗ ਖੋਲੇ, ਤੁਹਾਨੂੰ ਹਦਾਇਤ ਦੇਵੇ। ਤੇ ਕਾਸ਼ ਤੁਹਾਨੂੰ, ਠੀਕ ਹੈ ਤੁਸੀਂ ਯਾਰ ਨਹੀਂ ਪੜ੍ਹੇ ਲਿਖੇ, ਠੀਕ ਹੈ ਸਾਦਾ ਆਦਮੀ ਹੋ, ਜਮਾਤ 'ਚ ਚਾਹਵਾਂ ਪਕਾਉਣ ਦੀ ਡਿਊਟੀ ਹੈ, ਲੇਕਿਨ ਇੰਨਾ ਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇ ਕਿ ਅੱਲਾ ਕੌਣ ਹੈ ਤੇ ਨਬੀ ਕੌਣ ਨੇ। ਇੰਨੀ ਕਿ ਤੁਹਾਨੂੰ ਕਮ ਅਜ਼ ਕਮ ਹੋਸ਼ ਆ ਜਾਵੇ ਤੇ ਤੁਹਾਨੂੰ ਕੋਈ ਇਹਤਰਾਮ ਦਾ ਪਤਾ ਲੱਗ ਜਾਵੇ। आफरीन फरूक तेरे ते, आफरीन यकीन कर, कमाल कर छड़िए तू, कमाल कर छड़िए। और इस मतलब इस तो की होर बड़ा सबूत हो सकता है कि ये लोग वो दौले शाह दे चूहे ने, इन्हां नूं जे समझ आउंदी है ते बेगैरती और बेहिसी दी इंतहा दे उत्ते ने कि बई इन्हां ने गल नहीं करनी। दूसरे पासे कि अपने जिस काम वास्ते भेजे गए ने ਉਹਦੇ ਵਾਸਤੇ ਕਿੰਨਾ ਵੀ ਝੂਠ ਬੋਲਣਾ ਪਵੇ, ਕਿੰਨਾ ਵੀ ਕਿਸੇ ਦੀ ਚਾਪਲੂਸੀ ਕਰਨੀ ਪਵੇ, ਇਹ ਕਰਦੇ। ਔਰ ਇਹ ਜਿਹੜੇ ਨੇ ਇਹ ਲੋਕ ਜੰਨਤੀ ਨੇ, ਇਹ ਲੋਕ ਮੂਸੀ ਨੇ, ਇਹਨਾਂ ਨੇ ਬਿਸ਼ਤੀ ਮਕਬਰੇ। ਇਹ ਅੱਲਾ ਦੇ ਫੇਵਰਿਟ ਮਖਲੂਕ ਨੇ ਜੀ, ਇਹ ਅੱਲਾ ਦੀ ਫੇਵਰਿਟ ਮਖਲੂਕ ਹੈ ਜੀ। ਯਾਰ ਤੁਸੀਂ ਗੌਰ ਕੀਤਾ ਆਸਿਫ ਭਾਈ, ਅਕਰਮ ਭਾਈ, ਤੁਸੀਂ ਗੌਰ ਕੀਤਾ ਕਿ ਜਿਹੜੀ ਸਕ੍ਰਿਪਟ ਪਿੱਛੋਂ ਦੇ ਕੇ ਭੇਜਿਆ ਸੀ ਨਾ ਕਿ ਤੂੰ ਏਕੇ ਸ਼ੇਖ ਨੂੰ ਟਾਰਗੇਟ ਕਰਨਾ ਹੈ, ਆਖਰੀ ਦਮ ਤੱਕ, ਆਖਰੀ ਸਾਹਾਂ ਤੱਕ ਮੇਰੇ ਪਿਆਰੇ ਭਾ ਮੁਬਸ਼ਰ ਨੇ ਉਹ ਸਕ੍ਰਿਪਟ ਨਹੀਂ ਛੱਡੀ। ਉਹਨੇ ਫਰਜ਼ ਨਿਭਾਇਆ, ਆਪਣਾ ਫਰਜ਼ ਨਿਭਾਇਆ। अच्छा वो जेड़ा ਉਹਦੇ ਮੂੰਹ एक ना छोटी सी बात आगे से आगे निकल जाएगी। देखें, जिस अंदाज से आपने गुफ्तगू की है और जिस अंदाज से वो आंसर दिए गए हैं ना, अच्छा इसमें ना एक चीज मैं आपको, जो आपने कहा ना बेगैरती की इंतहा है, तो मैं आपको एक लेवल बता देता हूँ। इनका अगर खलीफा इनको कहे ना कि अपनी लड़की के लेके आओ, मैंने उसको रेप करना है, और खुद से ला कर देंगे, और अगर वो कह दे कि तुम यहाँ खड़े रहो, मैं तुम्हारे सामने रेप करना है, तो वो तो सर जो है ना झुका के जो कहेंगे हाँ जी बिल्कुल मैं करने के लिए तैयार हूँ। ये हाल है इनका। अल्लाह की कसम, ये अल्फाज आपके सख्त हैं, लेकिन यकीन करें कि आसिफ साहब रोने का मुकाम है, डूब मरने का। क्योंकि ये अल्फाज बिल्कुल निदा नसर जिस तरह रोती रही है ना, मेरे ज़हन में वो पूरी तस्वीर आती है कि वो यही तो हो रहा था। गोया मसरूर की आंखों के सामने वो बच्ची रेप हो रही थी और वो कह रहा था तुमने खुद ही पेश किया है ना, करो अब भुगतो या चुप कर जाओ। तौबा तौबा या अल्लाह, तौबा अस्तगफिरुल्लाह। ऐसी मखलूक और ऐसी ढीठ यार। चलो मजहबी मामला तो शेख साहब एक साइड पे रखें, ये सारे देसी लोग हैं, पाकिस्तानी लोग हैं, ये तो इज्जतों पे मर मिटने वाले लोग थे, ये तो लड़ मर जाते थे इज्जतों के ऊपर। मुझे नहीं समझ आता कितना इनको गुलाम बना दिया जमात ने कि इनको इज्जतें भी भूल गई हैं, कख नहीं पता इनको। वो ये जो जट हैं, ये सारे जनाब इधर की ये सारे तो देसी लोग ही हैं ना, जो इधर गए हुए हैं, ये फैसलाबाद, लाहौर, सियालकोट, इधर उधर के,
ये यहाँ तो पाकिस्तान में तो जनाब ये बंदा मार देते हैं, कोई जनाब वो बात कर दे तो कोई आंख उठा के देख ले इनकी औरत की तरफ तो ये टोके लेके पीछे पड़ जाते हैं। ਤੇ ਜਮਾਤ 'ਚ ਜਾ ਕੇ ਵੇਖੋ ਕਿ ਹੱਥੀ ਜਨਾਬ ਉਹ ਮੁਰੱਬੀ ਜਨਾਬ ਸਭ ਹੋ ਰਿਹਾ ਸਭ, ਲੇਕਿਨ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਰੇਂਗ ਰਹੀ। ਕੀ ਵਜ੍ਹਾ ਹੋ ਸਕਦੀ ਹੈ? ਜਾਂ ਤੇ ਬੇਸ਼ਰਮੀ ਹੈ, ਬੇਗੈਰਤੀ ਹੈ, ਬੇਹਿੱਸੀ ਹੈ, ਤੇ ਜਾਂ ਫਿਰ ਇਹ ਵੇ ਕਿ ਬਸ ਲਾਲਚ ਹੈ, ਪੈਸੇ ਨੂੰ ਸਲਾਮ ਹੈ, ਪੈਸਾ ਖੁਦਾ ਹੈ ਕਿ ਜਮਾਤ ਨਾਲ ਪੰਗਾ ਲਵਾਂਗੇ ਉਹ ਚੁੱਕ ਮਾਰਨਗੇ ਸਾਨੂੰ, ਅਸੀਂ ਜਨਾਬ ਪਤਾ ਨਹੀਂ ਕਿੱਥੇ ਜਾਵਾਂਗੇ, ਸਾਡਾ ਵੀਜ਼ਾ ਲੱਗਾ ਹੈ, ਜਮਾਤ ਨੇ ਲਵਾਇਆ ਹੈ, ਲਿਹਾਜ਼ਾ ਜੀ ਹਜ਼ੂਰੀ ਕੀਤੀ ਜਾਓ। ਤੇ ਜੋ ਹਜ਼ੂਰ ਅੱਗੋਂ ਹਜ਼ੂਰ ਸਾਹਿਬ ਪੱਠੇ ਖਾ ਰਹੇ ਨੇ, ਪਿੱਛੋਂ ਮੇਂਗਣਾ ਸੱਟ ਰਹੇ ਨੇ, ਤੁਹਾਡੀ ਕਿਸਮਤ 'ਚ ਮੇਂਗਣਾ ਨੇ, ਤੁਸੀਂ ਉਹ ਖਾਓ ਬਸ। ਪੱਠੇ ਪੱਠੇ ਹਜ਼ੂਰ ਦੇ ਮੂੰਹ 'ਚ, ਮੇਂਗਣ ਅਹਿਮਦੀਆਂ ਦੇ ਮੂੰਹ 'ਚ, ਤੇ ਦੁੱਧ ਮੁਰੱਬੀਆਂ ਦੇ ਮੂੰਹ 'ਚ, ਮੌਜਾਂ ਹੀ ਮੌਜਾਂ, ਸਭ ਰਾਜ਼ੀ। ਯਾ ਅੱਲਾ। ਸ਼ੇਖ ਸਾਹਿਬ ਤੁਸੀਂ ਜਿਹੜੀ ਗੱਲ ਦੀ ਕਹਿ ਰਹੇ ਸੋ ਨਾ, ਜੀ ਮੈਂ ਇੱਥੇ ਨਾ ਕ੍ਰੈਡਿਟ ਦੇਣਾ ਡਿਊ ਵੇ। ਸ਼ੇਖ ਸਾਹਿਬ ਇਹ ਜਿਹੜੀ ਟੈਕਨੀਕ ਹੈ ਨਾ, ਇਹ ਮੇਰੀ ਨਹੀਂ ਗੀ, ਇਹ ਆਪਣਾ ਨਾ ਉਹ ਸੀਕਰ ਭਾਈ ਨੇ, ਕਿਸ ਦਿਨ ਤੁਹਾਨੂੰ ਮਿਲਾਵਾਂਗਾ, ਇਹ ਉਸ ਬੰਦੇ ਨੇ ਇੰਜ ਕਰਕੇ ਇੱਕ ਅਹਿਮਦੀ ਨੂੰ ਘੇਰਿਆ ਸੀ, ਇਹ ਲਿਆਕਤ ਹਜ਼ਾਰਵੀ ਵਾਲੇ ਕੁਲੀਏ ਤੇ। ਮੈਂ ਸਰ ਕਿਉਂਕਿ ਇੱਕ ਇਮਾਨਦਾਰ ਬੰਦੇ ਦੀ ਇਹ ਨਿਸ਼ਾਨੀ ਹੈ ਕਿ ਕ੍ਰੈਡਿਟ ਉਹਨੂੰ ਦੇਵੇ ਜਿਹਨੇ ਤਰੀਕਾ ਇਜਾਦ ਕੀਤਾ। ਇਹ ਉਸ ਬੰਦੇ ਨੇ ਸ਼ੇਖ ਸਾਹਿਬ ਇੰਜ ਨਾ ਇੱਕ ਅਹਿਮਦੀ ਨੂੰ ਘੇਰਿਆ ਤੇ ਉਹਨੇ ਕਿਹਾ ਅਸਤਗਫਿਰullah ਸ਼ਿਰਕ, ਤੋਬਾ ਸ਼ਿਰਕ। ਤੇ ਜਦੋਂ ਨਾਲ ਹੀ ਉਹਨੇ ਕਿਹਾ ਨਾ ਕਿ ਮਿਰਜ਼ਾ ਸਾਹਿਬ ਹੈ, ਤੇ ਅੱਛਾ ਕਹਿੰਦਾ ਮੈਨੂੰ ਕਾਲ ਆ ਗਈ, ਮੈਨੂੰ ਅੱਛਾ ਉਹ ਬੰਦਾ ਥੱਲੇ ਲੱਤ ਗਿਆ ਤੇ ਇਹ ਆ ਗਿਆ ਜਿਹੜਾ ਤੁਹਾਡਾ ਡਰਾਈਵਰ ਨਹੀਂ ਜਿਹੜਾ ਤੁਹਾਨੂੰ ਫਿਰਾਂਦਾ ਰਿਹਾ, ਕੀ ਨਾਮ ਉਹਦਾ, अताउल मनान टप करके कालते आया। देखें मैं आपको बताता हूँ, असल में बात ये होती है कि यार अल्लाह माफ करे। हाँ जी अकरम साहब, कैसी लगी टिकटॉक दी सैर? तुसी भी वावा दिन हो गए ने इंज दा अहमदी यूट्यूब ते कदी वेखिया तुसी? हरगिज़ नहीं। अस्सलाम अखीर भाई और तमाम मेरे दूसरे भाइयों को, आपकी बात सुन रहा हूँ, बड़े अच्छे अंदाज से आपने तफसील से उसे बताया, लेकिन उसकी अकल में पर्दे पड़े हुए हैं, काले पड़े हुए हैं, जो उसे समझ नहीं आ रही थी। इतनी तफसील से आपने उसे समझाया, और कल की भी गुफ्तगू आपकी बहुत लाजवाब थी, बहुत अच्छा लगा और बहुत मज़ा आया तमाम दोस्तों की बातें सुन के। जज़ाकल्लाह सर, जज़ाकल्लाह, अल्लाह आपको खुश रखे। और जो आप कह रहे हैं काश वाकई हम ऐसे हों। लेकिन अकरम भाई किबला, मैं आपसे पूछ रहा था जनाब, आपको यूट्यूब पे फिर भी बड़े मुहज़्ज़ब अहमदी टकरे होंगे, सुनाओ की हाल चाल है, ठीक हो? नहीं बिल्कुल। हौली हौली ना ये हले देखदा एक अद्धा चावल, ऐसियां इत्थे ऐटमां ने, अल्लाह माफ करे। शेख साहब वो कल जिहदा तुसीं मैनूं पुछ रहे सो परसों ग्रुप दे विच कि तेरी इस बंदे नाल कित्थे गल होई है, वो याद जी? ਉਹ ਬੰਦੇ ਦੀ ਮੈਨੂੰ ਇੱਥੇ ਹੁਣ ਟਿਕਟੋਕ ਤੇ ਉਹਨੇ ਉਹ ਮਾਂ ਭੈਣ ਕੀਤੀ ਹੈ ਇਧਰੋਂ ਪਿੱਛੋਂ ਆ ਕੇ ਕਿਤੇ ਅਹਿਮਦੀਆਂ ਦੀ, ਕਿ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ। ਉਹ ਕਹਿੰਦਾ ਕਿ ਮੈਨੂੰ ਤੁਸੀਂ ਜਿਹੜਾ ਰੋਜ਼ ਤੰਗ ਕਰਦੇ ਹੋ ਨਾ, ਤਫਰਕੇ ਚ ਪਾਉਂਦੇ ਹੋ, ਮੈਂ ਰੁਕਿਆ ਹੋਇਆ ਸਿਰਫ ਅੱਲਾ ਦੀ ਆਇਤ ਦੀ ਵਜ੍ਹਾ। ਹੁਣ ਮੈਨੂੰ ਹਾਸਾ ਵੀ ਆਵੇ, ਕਹਿੰਦਾ ਮੈਂ ਸਿਰਫ ਅੱਲਾ ਦੀ ਆਇਤ ਦੀ ਵਜ੍ਹਾ ਤੋਂ ਰੁਕਿਆ ਹੋਇਆ, ਵਰਨਾ ਕਹਿੰਦਾ ਰੱਬੇ ਜ਼ੁਲ ਜਲਾਲ ਦੀ ਕਸਮ ਹੈ ਅਗਰ ਮੈਂ ਤਫਰਕੇ ਤੇ ਉਤਰ ਆਇਆ ਤੁਹਾਡੇ ਮਰਬੀਆਂ ਨੂੰ ਉੱਥੇ ਤੁੰਨਾ। यार ऐसा इत्थे अहमदी है और एक तो एक फिल्म है, कहंदा मैं तुहाडियां चीखां कढावांगा, ਉਹ ਜ਼ਮੀਨ ਤੇ ਵੀ ਸੁਣਾਈ ਦੇਣਗੀਆਂ, ਔਰ ਜਿਹੜੇ ਤੁਹਾਡੇ ਮਰ ਗਏ ਨੇ ਨਾ ਬਾਓ ਜਦਾਦ ਅੱਲਾ ਦੇ ਕੋਲ, ਉੱਥੇ ਤੱਕ ਚੀਕਾਂ। ਉਹ ਮੈਂ ਕਿਹਾ ਜੀ ਇੱਕ ਜਾਨ ਦੀ ਅਮਾਨ ਪਾਵਾਂ ਤੇ ਇੱਕ ਸਵਾਲ ਹੈ ਕਿ ਉਸ ਬਾਓ ਜਦਾਦ ਦੇ ਵਿੱਚ ਤੇ ਮਿਰਜ਼ਾ ਸਾਹਿਬ ਵੀ ਹੈ ਨੇ ਉੱਤੇ, ਇਹ ਉਹਨਾਂ ਦੀ ਵੀ ਚੀਕ ਕਢਾਈ ਜਾਏ। या अल्लाह पता की है फारूक गल पता की है, सुना रहा सी ना, मैं मेरे ज़हन दे विच ना ਉਹ ਜ਼ਟਲਨਾਮਾ ਜਿਹੜਾ ਸੀ ਨਾ ਐਵੇਂ ਚੱਲ ਰਿਹਾ ਸੀ। ਯਾਰ ਆਮਰ ਭਾਈ ਆਏ ਨੇ ਥੱਲੇ, ਕੋਈ ਬੰਦਾ ਇੱਕ ਸੀਟ ਦਿਓ ਯਾਰ, ਮਿੰਟ ਮਾਰੋ ਜ਼ਰਾ। ਮੈਂ अस्सलाम वालेकुम, मैं ਤੁਹਾਨੂੰ ਸੀਟ ਦੇਣਾ, ਮੈਂ ਕੰਮ ਤੇ ਆ, ਮੈਂ ਸਿਰਫ ਉੱਤੇ ਇਹ ਕਹਿਣਾ ਹੈ मुझे उतार दे आप नीचे। अच्छा एक जना लथ जो आप ही जिन्हें लथना यार, भाईजान मुझे उतार दे आप नीचे, मुझे उतार दे। ਜਿਸ ਹਜ਼ੂਰ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਮੁਰਸ਼ਦ, ਉਹਨਾਂ ਨੇ ਕਿਹਾ ਕਿ ਅਗਰ ਮੈਨੂੰ ਤੁਸੀਂ ਨੇ ਇਖਰਾਜ ਕੀਤਾ ਤੇ ਮੈਂ ਮਾਂ ਭੈਣ ਹੀ ਕਰ ਦਿਆਂਗਾ। ਕੋਈ ਤਕਰੀਬਨ ਅੱਧਾ ਪੌਣਾ ਘੰਟਾ ਪਹਿਲੇ ਉਹਨਾਂ ਨੇ ਜਿਹੜੀ ਵਨ ਥੂ ਦੀ ਜਿਹੜੀ ਕੀਤੀ ਹੈ ਮਿੱਟੀ ਪਲੀਤ ਤੁਸਾਂ ਦੀ ਸੋਚ, ਮਾਂ ਭੈਣ ਉਹਨੇ, ਮੈਂ ਕਹਿੰਦਾ ਉਹਨੇ ਲੰਮਾ ਪਾ ਲਿਆ 1122 ਨੂੰ, ਕਹਿੰਦਾ ਤੇਰੀ ਮਾਂ ਦੀ ਤੇਰੀ ਭੈਣ ਦੀ, ਤੂੰ ਮੈਨੂੰ ਗੱਲ ਕਿਸ ਤਰ੍ਹਾਂ ਕੀਤੀ, ਕਸਮ ਖੁਦਾ ਦੀ। ਵਾਹ ਉਹ ਸ਼ਗੂਫੇ ਨੇ,
ਅੱਲਾ ਮਾਫ ਕਰ ਜੀ। ਜਨਾਬ ਸ਼ੇਖ ਸਾਹਿਬ ਲਓ ਜੀ, ਤੁਹਾਡੇ ਪਿਆਰੇ ਤੇ ਫੇਵਰਟ ਆ ਗਏ ਨੇ ਹਜ਼ਰਤ ਸਾਹਿਬ। ਮੈਂ ਹੁਣ ਛੁੱਟੀ ਲੈਣ ਲੱਗਾ ਥੋੜੀ ਦੇਰ ਲਈ, ਤੁਸੀਂ ਸੰਭੋ। अस्सलामु अलैकुम वरहमतुल्लाहि वबरकातुहू। अलैकुम अस्सलाम वरहमतुल्लाह वालेकुम क्या अस्सलाम अब जनाब। आमिर मेरा ख्याल है मिन्नत तेरी बैत कर लेनी चाहिए है, शायद फिर ही तेरा दीदार नसीब हो जाए। अल्लाह खैर होवे। नहीं सर, मेरा मैं मतलब अभी इन्ना भी की होया कि तू हुण गल ही नहीं करदा। ना 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 शेख साहब इंज नहीं ਤੁਸੀਂ ਤੇ ਮੈਨੂੰ ਮਾਜ਼ੂਰ ਸਮਝਦੇ ਹੋ ਤੇ ਮਜਬੂਰ ਵੀ ਸਮਝਦੇ ਹੋ। ਤੇ ਮੈਂ ਸਰ ਹੁਣੇ ਹਾਜ਼ਰ ਹੋਇਆ ਤੇ ਦੇਖੋ ਮੈਂ ਤੁਹਾਨੂੰ ਵੇਖਿਆ ਤੇ ਮੈਂ ਟੱਕ ਕਰਕੇ ਬਰਾਡ ਤੇ ਆ ਗਿਆ। ਔਰ ਯਕੀਨ ਕਰੋ ਕਿ ਇਸ ਉਮੀਦ ਦੇ ਵਿੱਚ ਕਿ ਹੋ ਸਕਦਾ ਹੈ ਕੋਈ ਅਹਿਮਦੀ ਸਾਡੇ ਨਾਲ ਕੋਈ ਗੱਲਬਾਤ ਕਰੇ, ਆਏ, ਕੋਈ ਤਬਾਦਲਾ ਖਿਆਲ ਹੋਵੇ। ਮੈਂ ਬਦਾਮ ਵੀ ਖਾ ਰਿਹਾ ਸਰ ਇਸ ਟਾਈਮ ਨਾਲ। ਉਹ ਤੁਸੀਂ ਆਏ ਹੋ ਅਮਰ ਭਾਈ ਤੇ ਸਕਰੀਨ ਤੇ ਇੱਕ ਬੈਠਾ ਸੀ, ਤੁਹਾਨੂੰ ਵੇਖ ਕੇ ਥੱਲੇ ਨਿਕਲ ਗਿਆ। ਮੈਨੂੰ ਵੇਖ ਕੇ ਹਾਂ ਉਹ ਤੁਸੀਂ ਆਏ ਹੋ ਤੇ ਥੱਲੇ ਨਿਕਲ ਗਿਆ। ਆਮਰ ਭਾਈ ਤੁਸੀਂ ਆਪਣੀ ਆਈਡੀ ਚੇਂਜ ਕਰੋ, ਤੁਹਾਨੂੰ ਐਵੇਂ ਦੇਖ ਕੇ ਉਹਨਾਂ ਨੂੰ ਵੱਟ ਪੈਣ ਲੱਗ ਪੈਂਦੇ ਨੇ। ਪਲੀਜ਼ ਖੁਦਾ ਦਾ ਵਾਸਤਾ ਆਈਡੀ ਚੇਂਜ ਕਰ ਲਓ ਤੁਸੀਂ। ਇੱਕ ਨਾ ਛਾਪਾ ਮਾਰ ਆਈਡੀ ਬਣਾਓ ਮੇਰੇ ਤਰ੍ਹਾਂ ਕੋਈ, ਫੇਰ ਸ਼ਿਕਾਰ। ਨਹੀਂ ਅੱਲਾ ਮਾਫ ਕਰੇ, ਮੈਂ ਬਦਾਮ ਤੇ ਚਾਕਲੇਟ ਦਾ ਕੰਬੀਨੇਸ਼ਨ वाह शेख साहब नाल चाय तो ਤੁਹਾਡੀ ਖidmat ਚ ਹਾਜ਼ਰ ਹੋ ਗਿਆ। सेहत कैसी है शेख साहब? ठीक हो? बिल्कुल खैरियत है? शुक्र है अल्लाह का, शुक्र है अल्लाह का। अल्लाह आपको सलामत रखे। और बड़ा मादरत खा ताखीर के लिए। तो शेख साहब आपको पता चला है कि जमात अहमदिया टिकटॉक के ऊपर बड़ी मुतहर्रिक हुई है और मैं समझता हूँ कि 200 मुल्कों में तो जमात अहमदिया ने अपने झंडे गाड़ दिए थे। टिकटॉक भी 201वां मुल्क है जिसके ऊपर वो काम कर रहे हैं शेख साहब। वैसे आमिर मैं हैरान हाँ कि ये मैनू बिल्कुल नहीं समझ आ रही कि ये मसरूर ने जड़ा तरीकाकार फड़िया है कि मतलब जिन्हों कहते ना कि खुल के मतलब बेशर्मी और बेहयाई और टिठाई दे नाल मतलब कि जो कुछ भी सारा कुछ करवा रहा है और बज़ाहर उन्हें अखां फेरियां हुई ने, लेकिन सारा कुछ ओदे मतलब बाकायदा ओदे इलम दे विच और ओदे कहण दे उत्ते सारा कुछ हो रहा है। लेकिन इस तो करना की चाह रहा, मैं इस चीज़ में सोचना पिया क्योंकि हुण अहमदी फैमिलीज़ जड़ियां ने यकीन करो वो इस चीज़ तो बहुत ज़्यादा तंग आईयां ने क्योंकि वो जड़ा है ना वो नामुकम्मल बच्चा वो जड़ा हैगा जी जी वो तुसी ये देखो कि उन्हें तरीकाकार की फड़िया हैगा कि वो किताबां कढ़ लियांदा है कि देखो जी फलाने बंदे ने यह गल कर दी थी, फलाने आलम ने गल कर दी थी, फलाने इमाम ने यह गल कह दी सी। यार कोई दुनिया का बंदा गल कह गया ਉਹਦੇ ਨਾਲ तेरे इस ਜਿਹੜਾ गैर मुस्लिम ਤੁਹਾਡਾ ਮਸੀਹ ਮਾਊਦ ਹੈ ਉਹਦਾ ਕੀ ਤਾਲੁਕ ਕੀ ਉਹਦੀ ਸੱਚਾਈ ਦਾ ਇਸ ਚੀਜ਼ ਉਹਦੀ ਕੀ ਸਾਇੰਸ ਹੈ? ਬਿਲਕੁਲ ਇਹ ਉਹਨਾਂ ਨੇ ਤਰੀਕਾਕਾਰ ਕਿ ਨਹੀਂ ਤੁਸੀਂ ਇਸ ਤਰ੍ਹਾਂ ਇਹ ਬਿਲਕੁਲ ਯਕੀਨ ਕਰੋ ਮੈਂ ਬੜਾ ਖੁਸ਼ ਹੋਇਆ ਆਪਣੇ ਇਸ ਇਹਦੇ ਉੱਤੇ फारूक दे उत्ते इन्हें ये जड़ी चीज़ हैगी है। अच्छा ओके कहते ने कि जी उर्दू में सॉरी जी आई एम सॉरी मतलब जिस अंदाज में फारूक ने ये बात की है ना मतलब पहले तो खैर वो जैसे था वो जिस तरह वो कह रहा था जी मैंने आपको चाय पिलाई थी तो मैं फलां मुझे याद ही नहीं है अब मतलब 3-4 साल की बात है तो ठीक है चाय मुझे पिलाई गई मुझे ये पता है लेकिन कि ये बंदा उसकी बातों से पता चल रहा था कि ये 90% अहमदी जो है ये उनकी नुमाइंदगी कर रहा था कि वो ये चीज़ हैं वो लोग मतलब उनको कोई नहीं। फारूक ने जिस तरह बात की है उसी वक्त उसके कान खड़े हुए हैं मतलब ये सिलसिला। अब जब मतलब बेहिसी और बेगैरती का जब ये हाल है अब उसको वो नामुकम्मल बच्चा जो इन्होंने मैंने सुना है उसे इंग्लैंड वो चला गया है यहाँ कनाडा से, इज़ दैट राइट? नहीं नहीं मेरे इल्म में नहीं है। अच्छा चला गया इंग्लैंड उसको बुला लिया? पता नहीं ये अदनान रशीद आए हुए हैं ना
جی جی تو جس دن وہ آئے ہیں تو اس دن ہم لوگ بیٹھے ہوئے تھے تو وہاں پہ بات ہوئی ہے. تو ابھی وہ فرائیڈے کو واپس آئیں گے. وہ مطلب کینیڈا کے اندر مطلب دوسرے شہروں میں دوسرے پروونسز میں گئے ہوئے ہیں. تو فرائیڈے کو واپس آئیں گے وہ. تو دوبارہ بات ہوگی میری ان سے. تو وہ وہاں سے مجھے پتہ چلا کہ اس کو لے گئے وہ. لیکن یار میں حیران ہوں کہ اب جو انہوں نے بغیرتی کا مظاہرہ آفیشلی کرنا شروع کر دیا ہے، مطلب اپنے لیول کے اوپر کہ ہاں جی یہ چیز کرو، یہ سارا سلسلہ. سوری شیخ صاحب، انصر رضا صاحب جو ہیں، جن کا یاری بات آپ کہہ رہے ہیں کہ وہ نہیں اس کی بات نہیں کر رہا. وہ اچھا ناجائز بچہ ہے. وہ حادثاتی بچہ کہ آپ کہہ رہے ہیں ناقص بچہ. ہاں سوری، حادثاتی بچہ ہے. یہ نامکمل جو ہے وہ رضی ہے یہ. اچھا رضی جو نامکمل پری میچور جو برتھ ہوئی اس کی، جی ٹھیک جی ہے. جی 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 یہ نامکمل بچہ جو ہے یہ رضی ہے. تو انصر تو حادثاتی بچہ ہے نا. ہاں بالکل. حادثہ یہ ہے کہ وہ رکا ہی نہیں تھا حادثہ کر کے. بات ٹھیک ہے. شیخ صاحب دیکھیں، سوال یہ ہے، دیکھیں ایک ہمارے دیسی زبان میں مثال ہے کہ جڑے لاہور پیڑے وہ مکے بھی پیڑے. تو مقصد کہنے کا یہ ہے کہ کینیڈا میں بھی وہ جب موجود تھا تو ٹھنڈی یک کھچے مار رہا تھا جماعت کے دفاع میں. اب یو کے جا کر بھی اس نے یہی کچھ کرنا ہے. سوال یہاں جو شیخ صاحب آتا ہے وہ یہ کہ جماعت احمدیہ کے ٹکڑوں پر اور ان کی پھینکی ہوئی ہڈیوں پر پلنے والے یہ وقف کیے ہوئے نامعلوم جو ہیں وہ مخلوقات جو ہیں، یہ میدان میں کب نکلیں گے؟ اب مسئلہ یہ ہے، جماعت لاکھوں روپے کا خرچہ کرتی ہے ان پہ، ٹھیک ہے جی، کروڑوں روپے کا خرچہ جو ہے وہ سالانہ طور پر ہوتا ہے، اور عالمی سطح کے خرچے کو اکٹھا کیا جائے تو یہ کھپت جو ہے وہ کئی کروڑوں اور بعض اوقات اربوں تک جا پہنچتی ہے. ٹھیک ہے، اگر ہم پاکستانی روپے کے اندر اس کو کنورٹ کریں. شیخ صاحب میں جاننا یہ چاہتا ہوں کہ کیا یہ وقت نہیں ان کا کہ یہ آئیں سامنے اور مقدمہ پیش کریں؟ بھی دیکھیں کیسر احمد راجہ صاحب کی شیخ صاحب ویڈیو آئی اور انہوں نے اسی نامکمل بچے کو مکمل طور پر ایکسپوز کر دیا. وہ اس طریقے سے کہ یہ جو مسلم علماء ہیں ان کو کسی طریقے سے کال کروا کے یا ان کی آڈیوز ریکارڈ کر کے ان سے آپ کو پتہ لیتا ہے فلاں کے بارے میں آپ کی کیا رائے ہے، فلاں کیسا ہے، فلاں کیسا ہے. یہ اس نے کیسر احمد راجہ صاحب کے متعلق بھی کیا. اب وہ چیز بیک فائر کر گئی، ایسے کہ کیسر احمد راجہ صاحب نے انہی تمام علماء سے رابطہ کر لیا اور انہوں نے کہا بھائی آپ سے یہ پوچھا گیا تھا تو یہ کیا بات ہے. انہوں نے پول پٹی کھول کے رکھ دی. انہوں نے کہا ختم نبوت کے اوپر سب متفق ہیں، آپ سب کے ترجمان ہیں، کوئی مسئلہ نہیں. تو جس نے بھی آپ کو بات کا بالکل انہوں نے ایکسپوز کر دیا سے اس ناقص بچے کو. شیخ صاحب جن لوگوں کی حالت یہ ہے کہ وہ صرف اور صرف پروپیگنڈا کی بنیاد پر انہوں نے جماعت کا نمک کھایا ہو، افسوس سے کہنا پڑتا ہے کہ جب ان پیسوں کے حلال کرنے کی باری آئی ہے تو یہ ٹپوسیاں مار رہا ہے، کسی طرف آ نہیں رہے، میدان میں نکل نہیں رہے. ان کو میں نے چیلنج کیا اور میدان میں نکلیں، بات کریں. بھائی تو یو کے جا کے کی کرنا جماعت دی، یعنی کیا کر رہے ہیں؟ یہ پیسہ کھا گئے جماعت کا، لوگوں کا، بلکہ جماعت کا. یہ پیسے بھی عامر سلسلہ پتہ کیا ہے، یہ وہ جسے کہتے ہیں نا کہ جب ایک دفعہ یہ ویل جو ہے وہ مومنٹم پکڑ لے نا تو وہ پھر اپنے اس کے زور پہ اپنی رفتار جو ہے مطلب خود ہی تیز کر لیتا ہے، چلتا ہے، پھر وہ خود ہی چلتا ہے. ان کا سلسلہ یہ ہو چکا ہے اس وقت کہ یہ لوگ خاص طور پہ مطلب جو ان کا اور زور چل رہا ہے کہ جتنے بھی زیادہ سے زیادہ لوگ یہ ویسٹرن کنٹریز کے اندر نکل آئیں، جو ویلفیئر سٹیٹس ہیں جہاں پہ آ کے ان کو پیسے ویسے ملتے ہیں، ویلفیئر ملتی ہے. وہ دوسری طرف آپ دیکھیں تو جو چند سو انہوں نے لوگ اور فیملیز کو ملائیشیا جیسے، سری لنکا اور دوسرے ساتھ والے ایک دو ملکوں میں رکھا ہوا ہے، مطلب وہاں سے کیس کے لیے اپلائی کروایا ہوا ہے اپنے وکٹم کارڈ کھیلتے ہوئے،
اب ان لوگوں کے جو میسیجز اور جو میرے پاس آڈیوز آ رہی ہیں، میں نے پتہ نہیں فاروق کو بھیجے تھے. فاروق تمہیں ہے؟ فاروق تم ہو؟ جی شیخ صاحب میں ہوں، لیکن وہ اسی فون کے اندر ہیں تو وہ اچھا نہیں، میں صرف یہ کہ میں کسی وقت تو میں نے فاروق کو باقاعدہ طور پہ وہ آڈیوز، مطلب عورتیں رو رہی ہیں، بلبلا رہی ہیں، لیکن مصیبت جو ہے وہ ساتھ میں یہ آ رہی ہے کہ آپ ان کے بارے میں سوچو، لیکن ان کو وہ اتنے برین واشڈ ہوئے ہیں جیسے یہ شخص آج کا گیا ہے. لیکن بات ہم کر رہے تھے کہ جو پیسہ ان کو کھلا رہی ہے، یقین کر لو عامر کہ ان لوگوں کو یہ کلٹ جو ہے یہ پیسہ نہیں کھلا رہا، یہ نہیں کھلا رہا. ان سے پیسوں کی وصولی، جیسے وہ میں اب نہیں اس کی مثال دینا چاہتا، لیکن سلسلہ یہ ہے کہ ان کے ذمہ ایک چیز لگا دی جاتی ہے کہ تمہارا ٹارگٹ یہ ہے. جیسے کہ مرزا طاہر نے اپنی زندگی میں بیتوں کا ٹارگٹ دیا تھا ان کو کہ تم ادھر لاؤ، ڈبل کرو چاہے جیسے بھی، اور جو انجام ہوا، انہوں نے وہ جو سلسلہ کیا ہے. مسرور نے سب سے پہلے یہ کیا تھا کہ وصیتیں میں ڈبل چاہتا ہوں کہ جتنی ہیں اس وقت تک یہ ڈبل ہو جائے. وہ خیر ابھی تک تو نہیں ہو سکی، لیکن اس میں اضافہ ضرور ہوا تھا، اس میں کوئی شک نہیں ہے. اسی طرح یہ جو ہے یہ چندے کے بارے میں اور ان سے کہ تم نے یہاں تک اپنا ٹارگٹ جو ہے نا وہ پورا کرنا ہے. اب اس میں سے کرنے کے لیے جیسے ہی وہ چیز آتی ہے تو وہ اپنے، جسے کہتے ہیں نا کہ اپنا خرچہ وہ خود نکال لیتے ہیں، اپنے پاؤں پہ خود کھڑے ہو جاتے ہیں. یہ سارا کچھ سلسلہ ہو جاتا ہے. پھر اس نے جو ینگ لینے شروع کر دیے ہیں، اس نامکمل بچے جیسے کہ جن کے فیملیز نہیں ہیں، جو سنگل ہیں یا ابھی ان کی مطلب بچہ کوئی نہیں ہوا، تو ان کو پیکج جو دینا ہے وہ فیملی والا پیکج نہیں ہے، تو اس میں بھی ان کو کافی بچت ہو رہی ہے. مسئلہ ان کا یہ بنتا ہے کہ جو پرانے مربی ہیں نا یہاں پہ بیٹھے ہوئے، جن کے بچے ہیں، ان کو مطلب سارا کچھ دینا پڑتا ہے، یہ ہے وہ ہے. 20-25 سال تک تو کم از کم بچوں کا بھی حساب کتاب ان کا جو ہے وہ ان کے ذمہ آتا ہے. اب ان کے جو نئے ہیں واقفین نو جو ہیں وہ بن کے نکل رہے ہیں جتنے بھی، وہ ایک تو اچھی ولی تنخواہ، اس میں سے لڑکے لڑکیاں جو پڑھ کے جنہیں جی انہوں نے وقف کیا ہوا ہے، ان سے جو پیسہ آ رہا ہے، ان سے اچھا جاب ان کے پاس ہے ادھر سے، وہ سارا سلسلہ یقین کرو کہ یہ ایک جو میں نے کہا ہے نا کہ یہ ویل چل پڑا ہے، یہ اس لحاظ سے انہوں نے یہ کیا ہوا. تو اسی لیے یہ ہر قسم کی عیاشی اور ہر قسم کی اپنی لائف کو انہوں نے اپنی لائف کو ایزی بنایا ہوا ہے. اس میں سے جو حصہ ہے تھوڑا سا یہ جو ان کے سیلز مین ہیں، مربی جو ہے ان کے سیلز مین جو ان کی پروڈکٹ بیچتے ہیں، ان کو یہ تھوڑا رکھتے ہیں کہ ٹھیک ہے پیکجز ان کو دیے ہوئے ہیں. اب اس کے لیے جو طریقہ کار ہے وہ طریقہ کار یہی اختیار کیا گیا جو تم نے بتایا کہ کیسے یہ بہت پہلے سے ہے. یہ آصف محمود باجوہ جو تھا ایم ٹی اے والا، یہ بذات خود یہ بھی یہی کام کرتا رہا ہے کہ فون کر کے اچھا جی یہ بتائیں جی ایسے کیا ہے جی، میں یہ بول رہا ہوں، یہ ہے وہ ہے. تو یہ جو ہے نامکمل یہ بھی بالکل اس طرح جی مولوی نے مان لیا ہے جی، اس نے تو یہ چیز قبول کر لی ہے جی، ایسے ہے، اور اپنے پاس سے لے کے بیٹھا ہوا ہے اور یہ باتیں وہ کر رہا ہے کہ میننگ از دیٹ ون کہ اپنے لوگوں کو یہ تسلی دینے کے لیے کہ ہم گئے نہیں. لیکن آن دی ادر ہینڈ جو ہمارے مرزا صاحب نے چیلنجز دیے ہیں جس میں کہ باقاعدہ پیسے رکھے ہوئے ہیں کہ جی آ کے لے لو، اس کا کوئی جواب نہیں ہے. اس کی ڈیوٹی انہوں نے صرف الفضل اخبار کے ذمہ لگا دی ہے کہ الفضل اخبار جو ہے وہ جواب دے، اور الفضل اخبار دلیلوں کو، کامنٹس کو ایز اے دلائل پیش کر رہی ہے. آپ اندازہ کرو ڈٹھائی کی انتہا اور بے شرمی، بے حیائی کی اور مطلب بے علمی کی انتہا یہ ہے کہ کامنٹس کو دلائل کہ وہ بھی قادیانی کی طرف سے، وہ ایک بندے کے مطلب کامنٹ ہے کہ ہاں جی مجھے بڑا اچھا لگا جی، میں بڑا متاثر ہوا. وہ ہو سکتے ہو بھائی کسی چیز سے بھی، نہیں بالکل. سوری شیخ صاحب، میں سوال میرے ذہن میں کئی بار آیا اور میں تو اسی نتیجے پر پہنچا ہوں کہ
آپ کو پتہ ہے جب ہالی ووڈ میں یا بالی ووڈ میں سی جی آئی وی ایف ایکس افیکٹس وغیرہ نہیں آئے تھے موویز کے لیے، تو اس کا طریقہ کار اختیار یہ کیا تھا کہ جو غنڈے ہوا کریں گے نا لڑائی کے لیے، وہ ماسک میں رومال لپیٹا ہوا ہے، منہ ڈاکو ٹائپ آئیں گے، کیونکہ اگر ان کے بائی فیس آئیں گے نا تو اگلے فریم کے اندر وہ پکڑا جائے گا بندہ. صحیح. ہمیں اس طرح تو سینکڑوں بندے ہائر کرنے پڑیں گے. تو اس کا طریقہ کار یہ ہے، ان کا منہ ڈھانپ دو تاکہ یہ گولی کھا کے نیچے گرے گا نا، آگے ہم اسی کو کھڑا کر دیں گے لپیٹ کے. بالکل صحیح. ہاں تو یہ ایک یا سے پھر ایک کردار سے سارے کام ایک کروا لیں گے، کردار سے ہی ایک کردار سے ایک ہی ہی سارے تنخواہ کے اندر سب. ایک ہی تنخواہ کے. اب مجھے یہ چیز سمجھ آتی ہے کہ جماعت احمدیہ ماسک پہن کر جلسہ سالانہ کے اندر بیعتیں کرتے، سلام لیتے، حضور سے دعائیں لیتے دکھائے جاتے ہیں ماسک پہن کے. اب میں نے بڑی کوشش کی ہے کہ یار یہ میں اس بارے میں ڈسکور کروں کہ یہ کیوں ایسا کرتے ہیں. انہوں نے اس طرح کر دیا جی وہ ایس او پی ہے. ہم جناب ہائیجین کا خیال اور امیونٹی کا خیال رکھتے ہوئے، بھائی مرزا مسرور تھوڑا سپر مین ہے، وہ کیوں نہیں باندھا ماسک؟ اس کی تو عمر بھی ہو گئی ہے اتنی، اور اس کے باڈی گارڈ جو ہیں وہ سپر مین ہے. یا انہوں نے جناب وہ کہتے ہیں جی اس کے اوپر کوئی بھی کیڑا بھی جانا پسند نہیں کرتا. نہیں وہ خود جو چمونے ہیں. وہی یعنی آپ اندازہ کریں شیخ صاحب کہ میں نے دیکھا سیم آدمی جو ہیں وہ جناب علی ماسک پا کے ہر سال آ جاندے نے، جناب اتنی بیعتیں ہو گئی ہیں، ترقی ہو گئی ہے، ترقی ہو گئی. یقین کرو شیخ صاحب ہونا یہ چاہیے تھا کہ ہمیں یہاں ٹک ٹاک پر آئے ہیں. یقین کریں ایسے مسلمانوں سے ملاقات ہوئی ہے جن مسلمانوں کو ہم نے پہلے نہیں دیکھا تھا، پہلے نہیں جانتے تھے، ہمیں نہیں پتا تھا. صحیح. ٹھیک ہے. اب اس ریشو کو کمپیئر کیا جائے قادیانیوں سے، قادیانی یقین کرے گھوم پھر کے وہ کو پال ٹاک سے آیا ہوا ہے، کو فیس بک سے آیا، کو واٹس ایپ، یقین کرے سب کا پتا ہے کسی نہ کسی کھاتے میں. ہم نہیں جانتے تو ہمارے ساتھ والا کوئی جانتا ہوتا ہے. یعنی جس کو میں نہیں جانتا اس کو آپ جانتے ہوں گے، آصف بھائی جانتے ہوں گے، یہی سب. یعنی مل ملا کے کوئی ایسا احمدی ابھی تک نہیں آیا. یعنی میں یہ کہتا ہوں کہ اتنی بوچھاڑ ہو جائے ان لوگوں کی کہ جناب ہمیں سیاپا پڑ جائے کہ یار ہم نے ٹیکل کیسے کرنا ہے اتنے احمدی، ان کے ساتھ مینج کیسے کرنا ہے. کبھی نہیں ایسا ہوا. پہنچوں کے وہی آندے نے گالا گولا کٹ کے نکل جاندے نے. تو یہ جن کو ماسک پہنا کر بیعتیں ہو رہی ہیں وہ جا کدھر رہا ہے، وہ کدھر ہے؟ بالکل. اچھا پھر اگر کہیں کہ نہیں جی ہماری جو ہے اپنا نظارت نشر و اشاعت ہے وہ اور ہے، اور نظارت مال ہے وہ اور ہے، نظارت امور خارجہ ہے وہ اور ہے، ہماری نظارتیں اور ہیں، تو وہاں وہ چلے جاتے ہیں. ٹھیک ہو گیا، تھینک یو، ویری گڈ. تو بھائی پھر جو آپ کے نظارت نشر و اشاعت کے لوگ ہیں وہ کیوں نہیں آتے؟ وہ کدھر ہیں بھائی؟ وہ بھی نہیں نہ آ رہے سامنے. تبلیغ والے کدھر ہیں آپ کے؟ وہ کدھر گئے جنہوں نے فنڈ دیا تھا؟ وہ ہمیں نظر نہیں آ رہے. اچھا اگر یہ کہیں کہ جی یہ ٹک ٹاک پر جو گھوم پھر رہے ہیں یہی تو ہیں بہت اچھے، تو جب ان کو پوچھتے ہیں یہ کہتے ہیں میں عام احمدی ہوں، میں تو عہدیدار ہوں ہی نہیں. تو ہمیں سمجھاؤ تو صحیح کہ آپ کے آفیشل، آپ کے نمائندگان عہدیداران ہیں کہاں؟ ہم تو انہیں ڈھونڈ رہے ہیں، وہ ہمیں نظر ہی نہیں آتا. اور پیسہ دھڑ دھڑ جا رہا ہے کہ جی اتنا پیسہ چلا گیا، اتنا چلا گیا، اتنا چلا گیا. وہ بھائی رزلٹ کیا ہے، آؤٹ کم کیا ہے؟ شیخ صاحب یہاں 3-4 جماعت احمدیہ کے افراد کو میں نے دیکھا ہے کہ جن کا ہر براڈ کے اوپر کام یہ ہے کہ ہمیں جناب بولنے نہیں دیا گیا، ہمارے ساتھ زیادتی ہو گئی، ہمارے ساتھ یہ ہو گیا. مجھے سمجھ نہیں آتی کہ جماعت احمدیہ کے جو منجے ہوئے پلیئر ہیں نا وہ ابھی اس ہی درد سے باہر نہیں نکل پائے کہ ان کے ساتھ زیادتی ہوگی. وہ اسی سے نہیں باہر نکل آئے، وہ ابھی ہاتھ لگا لگا کے کہہ رہے ہیں جی ہمارے ساتھ زیادتی ہوگی. مقصد کہنے کا یہ ہے یہ وقت تھا، وقت مسیحا. تو مرزا نہ آیا ہوتا تو کوئی اور ہی آیا ہوتا، تو آؤ نا، آتے نہیں ہو، یہ بڑا مسئلہ ہے. تو شیخ صاحب بشیر الدین محمود نے الفضل میں ایک نصیحت جاری کی جس کو سیپریٹ کاٹ کے انہوں نے الگ الفضل میں چھاپا ہوا ہے. بشیر الدین کہتا ہے کہ میں تاکیدی نصیحت کرتا ہوں کہ جس آدمی کے پاس تبلیغ کرنے کی صلاحیت ہو اور وہ تبلیغ نہ کرے، ایسا ہی مجرم ہے جیسے نماز نہ پڑھنے والا مجرم ہوتا ہے.
اب ہم اندازہ کریں کہ یہ لوگ جو پیچھے رہ رہے ہیں ان کی حالت اور حیثیت اور وقت کتنی ہے کتنی نہیں. تو یہ ہمیں اچھا جی جی سوری آپ بات کمپلیٹ کر دیں. نہ کریں میں تو دوسرا چل رہا ہے. اچھا عامر بھائی، کل آپ کو پتہ چلا یہاں ایک پولیٹیکل سٹنٹ کھیلا گیا، اور وہ پولیٹیکل سٹنٹ یہ تھا کہ کوئی طاہر نام کا بندہ ہے جو کہتا ہے جی میں نیا احمدی ہوا ہوں، اور وہ ایک کسی ٹوانا کو لے کے آیا، جی ٹوانا میرا دوست ہے اور جو ہے نا یہ اس کے پاس سوالات ہیں، اور اس نے جو ہے نا اس سے سوال کیے ٹوانے سے کہ جی ہاں جی ٹوانے تم مجھے بتاؤ کہ مسلمان جو ہیں ایسا کرتے ہیں، وہ کہہ رہے ہیں ہاں جی ایسا کرتے ہیں، ایسا کرتے ہیں ہاں جی ایسا کرتے ہیں. وہ جو سوال اس نے کرنے تھے نا وہ سارے کر کے اور مسلمانوں کو چیلنج کرا تھا، آؤ جی جواب دو، قرآن اور سنت کی روشنی میں جواب دو کہ جی مسلمان ایسا کرتے ہیں، یہ تو کرتے ہیں، غلط کرتے ہیں. تو وہ جو ہے نا ایسا سٹنٹ کھیلا گیا ہے، اور یہاں پر کل ہیر بھائی نے بھی اس کو ڈیکوڈ کیا تھا یہاں بیٹھ کر، اور سید ظفر اللہ شاہ صاحب گئے تھے وہاں پر بات کرنے کہ بھئی آپ ایک احمدیوں کی لائف پہ بیٹھ کر جو سوال ریز کر رہے ہیں، آپ مسلمانوں کی لائف پہ آ کے پوچھیں یہ باتیں. وہ ایسا زبردست پولیٹیکل سٹنٹ تھا کہ دیکھیں جماعت احمدیہ کے لوگ یہ کرتے ہیں کہ ہم جو ہے نا ان سے اس لیے بہتر ہیں کہ ہم یہ نہیں کرتے، حالانکہ جماعت احمدیہ میں ہر وہ برائی پائی جاتی ہے جو عمومی طور پہ دنیا کے لوگوں میں پائی جاتی ہے. کوئی ایسی برائی مجھے نظر نہیں آتی کہ جو نہ پائی جاتی ہو. اب جیسے مثال کے طور پر یہ لوگ کہتے ہیں جی بدکاری کرتے ہیں. اب آج کل چونکہ میڈیا کھل گیا ہے تو ان کے کتنے لوگوں کی بدکاریاں جو ہیں سامنے آ گئی ہیں، یہاں تک کہ وہ جو بچوں کے ساتھ جو کرتے رہے، بچوں کے ساتھ ہوا بالکل. تو کون سی برائی ہے جو ان میں نہیں ہے؟ تو یہ کیا عجیب سا سٹینڈرڈ نہیں بنایا ہوا انہوں نے. سگا باپ جو بیٹی کے ساتھ کر رہا ہے، جی بالکل جی بالکل صحیح کہہ رہے ہیں. اصل میں دیکھیں آصف بھائی، میں نے یہاں آپ نے جو مقدمہ رکھا ہے خاص ایشو کو سامنے رکھ کر، میں اس پہ بھی تبصرہ کرنا چاہوں گا، مگر یہاں نا میں چاہتا ہوں کہ ہم لوگوں کو نا فرق کر لینا چاہیے کہ ہمارا ان سے اختلاف اصولی طور پر کہاں ہوتا ہے، اور وہ جو ہم ان سے نہیں کرنا چاہتے وہ ان کی مرضی کے مطابق یا ان کی سمجھ کے مطابق ہمیں وہ کرنا پڑتا ہے. جیسے آپ نے بھی تقابل کرایا، دیکھیں ہمارا ماننا یہ ہے کہ جہاں انسان ہوگا وہاں ٹھوکر ہوگی، وہاں غلطی ہوگی، وہاں گناہ بھی ہوگا، وہیں قانون امپلیمنٹ ہوں گے، وہیں سزا. دنیا کا کون سا ملک ہے ترقی یافتہ سے لے کے ترقی پذیر تک جہاں قانون کی بالادستی کرنے کی کوشش نہ کی جاتی ہو؟ ٹھیک ہے نا. اس کا مطلب یہ نہیں ہے کہ ترقی یافتہ ممالک جو ہیں وہاں پر جرم نہیں ہوتا، وہاں بھی جرم ہوتا ہے. مسئلہ یہ ہے کہ جب کوئی اس چیز کو اپنی صداقت کی بنیاد بنا دے، یہ مسئلہ ہے. ہمارا جماعت احمدیہ کے ساتھ مسئلہ یہ ہے کہ جب آپ اپنی اخلاقی حالت کے گن گائیں اور آپ یہ کہیں ہم سب سے بہتر ہیں، ہم سب سے، ہمارا مورل بار بہت اوپر ہے، اور اس کے بعد پھر آپ دوسروں کو مینے دیں، بلیم کریں کہ آپ میں یہ ہے، آپ پہ تو وہ ہے، آپ پہ تو وہ ہے، پھر کم از کم آپ میں وہ چیز نہیں نکلنی چاہیے نا. قرآن تو یہی کہتا ہے اتأمروا بعد اعوذ باللہ من الشیطان الرجیم، قرآن میں اللہ فرماتے ہیں اتأمرون الناس بالبر وتنسون انفسکم، لوگوں کو تم کہتے ہو کہ جناب ایسے 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 ایسے، اور اپنے آپ کو بھول جاتے ہو، اپنی حالت نہیں دیکھتے، لوگوں کو تانے مارتے ہو. اس سے ایک چیز پتہ چلی کہ اللہ کے ہاں معیار یہ ہے کہ ہر انسان غلطی کر سکتا ہے، کوئی مسئلہ نہیں ہے، مگر وہ پلٹ آتا ہے، وہ رجوع کرتا ہے. اس سے کسی کی صداقت کی علامت نہیں ہوتی. ہاں اب جو ہر انسان ہر کمیونٹی کے اندر مسئلہ ہو سکتا ہے، ان کے ساتھ مسئلہ یہ ہے کہ اس کو صداقت کے طور پر استعمال کرتا ہے. اب یہ جس بندے کی آپ نے نام لیا شیخ صاحب، یہ ایک کریکٹر ہے، اور یہ کریکٹر آیا ٹک ٹاک پر، اور میں اپنی اسیسمنٹ دے دیتا ہوں کہ یہ آدمی بیسیکلی ملحد ہے. ٹھیک ہے، یہ احمدیوں کے گروپ میں اس لیے گیا ہے تاکہ وہاں پر ان کو تیلی لگا کے مسلمانوں اور احمدیوں کے تعلقات خراب کروا سکے. یہ میری آپ پریڈکشن لے لیں، یہ میری پیشگوئی آپ لے لیں کہ کچھ ملحدین ہیں، ان کو یہ ٹاسک دیا گیا ہے کہ پہلے ہی احمدیوں کے اور مسلمانوں کے آپس میں تعلقات ٹھیک نہیں ہیں، عام احمدی کے عقائد کی وجہ سے یا بدگمانیوں کی وجہ سے یا غلط فہمیوں کی وجہ سے یا سیاسی حربوں کی وجہ سے، واٹ ایور ریزن، یا معاشرتی دباؤ کی وجہ سے، دونوں طرف سے. تو اس پہ پھر ملحدین جو ہیں وہ ایک کیمپ اختیار کرتے ہیں. وہ کرتے ہی ہیں کہ جماعت احمدیہ میں ہم چلے جائیں گے
تو جماعت احمدیہ میں چھپنا آسان ہے ایک ملحد کے لیے، میں آپ کو گارنٹی کرتا ہوں۔ بالکل ہے، صحیح کہہ رہے، میں صحیح کہہ رہا ہوں شیخ صاحب؟ پلیز مجھے میری بالکل سیکنڈ کریے۔ ہاں بالکل جزاک صحیح۔ اللہ۔ جماعت احمدیہ میں ایک ملحد بہروپیے کا چھپنا آسان ہے بنسبت مسلمانوں میں، کیونکہ مسلمان جو ہیں بڑے اسٹرکٹ ہے اس معاملے میں۔ ہمیں سامنا رہا ہے ان چیز کا، ہمارا اپنا تجربہ ہے، ہمیں سامنا رہا ہے اس چیز کا اپنا تجربہ۔ کس سینس میں مراد کہہ رہا ہوں؟ مثال کے طور پر اگر کسی جگہ پر بھی مسلم لوگوں کو آپ کے متعلق یہ شک بھی گزرے نا کہ آپ قرآن اور سنہ کے منہج سے متضاد کوئی رائے پیش کر رہے ہیں، تو آپ اس کرائٹیریا سے باہر نکل جاتے ہیں۔ یہ آپ کا لٹمس ٹیسٹ ہے، اور الحمدللہ مسلم معاشرے کو جوڑا رکھنے میں اس چیز نے ایک رول پلے کیا۔ لہذا مسلم معاشرے کے اندر ملحد کا زیادہ دیر تک پنپ پانا یہ ممکن نہیں۔ جماعت احمدیہ کے اندر یہ ممکن ہے۔ اس کی وجہ یہ ہے کہ جماعت احمدیہ کا مسلمانوں سے گفتگو کرنے کا جو طریقہ کار ہے وہ طریقہ کار ہے انبیاء کی گستاخی، قرآن کو، اسلام کو بلٹل کرنے پر، ایسے نظریات کو پیش کرنا جس میں آپ نے اعتراض جو ہے وہ مسلم معاشرے پر بظاہر کرنا ہے، مگر اس کی جو دھمک ہے، اس کی جو حدت ہے وہ اسلام کے اوپر پڑے۔ یہ ٹیکنیک ہے جماعت احمدیہ کے پورے نظریے کو پیش کرنے کی پبلک میں۔ اب ملحد یہاں پر فٹ ہو سکتا ہے، یہ پکی بات ہے۔ مثال کے طور پہ جماعت احمدیہ کا خود کو ثابت کروانے کے لیے آپ کو زیادہ زیادہ کیا کرنا ہے؟ مسلم معاشروں پر تنقید کریں، مسلم ممالک کے لیے بد دعا کریں، ٹھیک ہے، علماء کی طرف نفرت پھیلائیں، اور اسی طریقے سے فرقہ فرقہ کریں، اور جناب علی آپ نے ہلکا پھلکا سا مرزا صاحب کے ساتھ درود پڑھ دینا، نام کے ساتھ نا درود پڑھ دینا، نہیں، درود نام بھی صحیح ہے، ان کا نام حضرت مرزا صاحب کر کے لے لو، مطلب ہاں حضرت مسیح موعود، ہاں اس طرح کر، مسیح موعود، حضرت امام مہدی یا مسیح موعود صاحب، ہاں اس طرح کر کے کرتے، درود بھی نہ پڑھیں، تو آپ فٹ ہو کے اس فریم میں بیٹھ جائیں گے۔ اب یہ جو کریکٹر ہے نا آصف بھائی جس کا آپ نے نام لیا ہے، یہ کریکٹر از ون آف دوز جو ہے نا وہ سمجھیں کریکٹر میں سے ہے کہ جو الہاد کی گیم جماعت احمدیہ کے اندر پلے کرے گا، اور یہ مسلمانوں کے اور احمدیوں کے تعلقات مزید جو ہے وہ خراب کرانے میں اپنا رول پلے کرے گا۔ اچھا، اس کا طریقہ کار آصف بھائی جو آپ نے بیان کیا وہ یہی بیسیکلی کرتے ہیں۔ خود کا تو کوئی بیک گراؤنڈ نہیں، خود کی تو کوئی ڈیٹیل نہیں، خود کا تو کوئی معاملہ نہیں ہے، تو لہذا اس کا طریقہ کار یہ کریں کہ جناب علی ہم مسلمانوں کی جانب سے یہ تاثر دینے کی کوشش کریں کہ ہم کو بندہ لے کے آئیں اور وہ بات کریں، مسلمان جواب دیں، تو جو بندہ لے کے آئے وہ کیا ہے؟ جو بندے کو تم لے کے ملحد ہی لگ رہا تھا مجھے اپنے انداز سے، وہ بھی ملحد ہی لگ رہا تھا، دیکھیں بالکل ایسے ہی ہے، بالکل ایسے ہی ہے۔ تو یہ اتنی سی بات ہے۔ تو آصف بھائی یہ ہمارا ان کے ساتھ مسئلہ ہے۔ دیکھیں مجھے بلائے نا کہ میں نے آپ سے سوال کرنے ہیں، یہ شخص بھائی ہمیں بلا لے۔ ظفر اللہ شاہ صاحب کے ساتھ بیٹھا، ایک سیٹنگ ہوئی، پیچھے سے قادیانیوں نے تاریں کھینچنا شروع کر دیں، اوے بچ جا، یہ کیا کر رہا ہے؟ کیونکہ ایجنڈا فیل ہو رہا تھا۔ ظفر اللہ شاہ صاحب کے ساتھ ایک سیٹنگ ہوئی نا، اس کے بعد کدھر گیا؟ یہ بھاگ گیا۔ امتیاز صاحب کے ساتھ اس نے بھاگ گیا۔ اب دیکھیں یہ وہ لوگ ہیں جو علمی نقد کرتے ہیں، میں تو اس کے اوپر اخلاقی نقد بھی کروں گا، میں تو اس کو جانچنے پڑکنے، میں تو اس کی دم بھی اٹھاؤں گا میرے سامنے آیا تو، اور ویسے مجھ سے خار کھاتا ہے، بائی دا وے بھاگتا ہے، تو میں تو ہاں مجھ سے بات۔ شیخ صاحب اگر آپ تھک گئے ہیں تو بے شک آپ روک سکتے ہیں۔ اوکے، میں بس عامر کو بتا رہا تھا کہ میں مطلب، تو عامر میں اجازت چاہوں گا بچوں۔ اچھا شیخ صاحب آپ کا بھی شیخ صاحب پلیز اوکے، اللہ حافظ۔ اچھا عامر بھائی جی ٹھیک ہے، تھینک یو۔ اچھا عامر بھائی دیکھیں 10 سیکنڈ دیجیے گا ذرا۔ عامر بھائی یہ جو تماشا ہوا ہے نا، یہ جو بھی کوئی ٹیمنا ٹیوانا چیمونا چمانا یہ جو کر رہے ہیں نا، یہ تماشا، یہ والا تماشا ایسا بخوبی مجھے کرنا آتا ہے کہ یہ کل ضیاء بھائی بیٹھے ہوئے تھے، یہ کل ہم نے کر کے بھی دکھایا ہے یہاں پہ۔ تو یہ جو ڈرامے کرتے ہیں نا، یہ ہم 2 منٹ میں آصف بھائی یہاں پہ مجمع لگا دیں، اور یہ کلپتے پلپتے ہوئے آئیں گے۔ کل وہ بلوچ دیکھا تھا نا آپ نے، پھر کیسے پیٹتا ہوا روتا ہوا آیا تھا،
ओ यार हाँ जी हाँ जी यार ये देखे ना, आप किसको बिठा के बैठे, किसका इंटरव्यू कर रहे हैं? कौन जाने ये अहमदी है, हमें क्या पता ये अहमदी है? भाई आप अहमदी हैं, तीसरे खलीफा का नाम बताएं। अगले ने बता दिया। अच्छा मुड़ के इसको पूछा भी मिर्जा साहब की औलाद बता कितनी है, तो चुप। जेड़ा बड़ा अहमदी बचान आया उन्होंने नहीं पता कि साडे मिर्जे की औलाद कितनी है। ये जो टीटो पार्टियां हैं ना, ये भैया हमको भी करनी आती हैं और हम आपसे डबल करना जानते हैं। बल्कि मैं देखता हूँ, एक बंदा हुआ ना तो मैं थोड़ी देर में आपको करके दिखा देता हूँ, टेंशन ना लें आप। और ये यार अच्छा हर 2-3 महीने के बाद ये ड्रामा होता है, सही है। जैसे हमें पता नहीं है, हम बड़े बोलू हैं। मैंने तो रिस्पॉन्स देना भी छोड़ दिया था इन चीज़ों पे कि ये आए दिन का तमाशा है, रोज़ एक नया करैक्टर। इनकी ना आसिफ भाई जो लाइवें चलती हैं ना, ये बाकायदा इंडियन किसी डेली सोप की तरह जैसे होता है ना, आज गोपी बहू के हाथ से केतली गिर गई, धूम ताना धूम धूम। अच्छा जी, आज जी अहम जी का लैपटॉप धो दिया, धूम ताना धूम। ये ऐसे ही चला रहे हैं ये अपनी लाइफ में। ये अहमदी रोज एक नया कट्टा खोल देंगे, वो 5-6 एपिसोड उस पर करेंगे, महीना उसको लस्सी की तरह खींचते रहेंगे, फिर वो भी फेल हो जाए, पता चल जाएगा, एक्सपोज हो जाएगी सारी गेम। अच्छा फिर 2-4 हफ्ते सब्र रखेंगे, फिर नया एक बंदा उठा के ले आएंगे। ये हमने नहीं देखे, वो एक लड़की को लेके आए थे जी, ये ओह मैं सुन्नी मुस्लिम हूँ, मैं अहमदी होना चाहती हूँ। लो जी इधर हमारी बराडों में हाल भाई, फाड़ लो। सही है, अल्लाह भला करे। आमर नज़ीर साहब ने तभी बात की थी को बाजू का देखें बड़े हैं तो समझ आ जाती है गेम। उन्होंने कहा यार छड़ दो, मैनू कम अज कम बार बार आके ना दसो ए गेम लग रही है। अच्छा वही बात हुई, थोड़ी दिनों बाद गेम निकल आई वो सारी। आज ही आमिर भाई आपको बता रहे हैं कि ये गेम है, ये देख लीजिएगा आप थोड़ी देर। मेरी तो खुद यही असेसमेंट है कि ये सारा टोपी ड्रामा है, सारी की सारी गेम है, ये सारे एक ही थाली के चट्टे बटे हैं और ये रंगबाजियां करते हैं यहाँ पे, बस गेड़ा देते हैं पब्लिक को और फुद्दू बना रहे हैं। खास करके अपने अहमदियों को फुद्दू बना रहे हैं, जो डबल टैप कर करके मरे पड़े हैं ना इनके वहां पे, जिनको ये नाम ले लेके बताते हैं जी माशाल्लाह आपका 2 लाख डबल टैप हो गया जी। अच्छा इंज दस रहे ने जिवें उन्हें अस्तगफार दा विरद कीता हुंदा है जी, ਤੁਹਾਡਾ 2 ਲੱਖ हो गया। वाह क्या बात है यार, ए ਤੁਹਾਡੀ ਜ਼ਿੰਦਗੀ ਦੀ कारकर्दगी। हई भाई जो आमिर भाई ने अभी बात कही है ना, मुल्हिद होते हैं, एक अहम बात यह है कि अहमदियों में बहुत सारे लोग, बहुत सारे कैरेक्टर्स ऐसे हैं जो असल में मुल्हिद ही हैं। या फिर देखें आमिर भाई, आपका कुरानिस्ट से भी कुछ थोड़ा बहुत इंटरेक्शन हुआ होगा या आपने सुना होगा उनको, वो भी मुझे कहीं ना कहीं मुल्हिद ही लगते हैं। क्या ख्याल है आपका? जी मेरी नज़र में कुरानिस्ट इनके लिए अप्रोप्रिएट टर्म नहीं है, मुनकर हदीस इनके लिए प्रॉपर टर्म है। बाकी मैं समझ गया हूँ जो आप कहना चाह रहे हैं कि जो ये मुनकरीन हदीस होते हैं, देखिए कुरानिस्ट जैसा कि वो हाँ बिल्कुल, जैसा कि नहीं वो ये कहते हैं जी हम ओनली कुरान वाले हैं, लेकिन वो कुरान के भी तर्जुमे जो हैं वो अजीब नहीं करते तो हैं। ओनली नहीं भाई, ओनली कुरान वाले हैं तो हदीस का इनकार ही करते हैं ना। हाँ देखिए मेरी वो बात तो ठीक सुनो। है। हाँ तो हदीस का इनकार करते हैं, इसमें हर्ज क्या है? मुनकर हदीस का मतलब यही होगा ना कि ओनली कुरान मानता है, हदीस का इनकार करता है, तो इसमें दर्द क्या है ना? सोचने की बात है ना। या तो कहते हैं नहीं जी आप हमें मुनकर हदीस कहते हैं, हमें गुदगुदी हो गई, हम तो मानते हैं हदीस को। भाई नहीं मानते तो मुनकर हदीस, सिंपल। ये खुद कहते हैं ना कि हम हदीस को नहीं मानते। हाँ लेकिन उसमें ये लोग जो अपने अकायद पेश करते हैं ना, वो भी बाज़ औक़ात मुझे ऐसा लगता है जैसे इल्हाद वाले हैं। अब वो इनका एक कैरेक्टर है नासिर अहमद, बिल्कुल ऐसे ही, बिल्कुल ऐसे। वो अहमदी होते हुए वो बिल्कुल वही बात कर रहा होता है जो बनी इसराइल वाली बात कर रहे होते हैं, ठीक है ना। तो इनमें वो कैरेक्टर्स भी पाए जाते हैं, इनमें एथियस्ट भी पाए जाते हैं। मेरी कुछ लोगों से बात हुई, वो कहते हैं, उन्होंने एतराज़ ये किया कि भाई ये फरिश्ते जो हैं, उन्होंने जब उनसे कहा गया सजदा करने को तो सब ने किया, तो इब्लीस ने इनकार किया कैसे? क्योंकि वो तो कहा तो फरिश्तों को गया था। अब वो इस अंदाज की बातें वो निकालते हैं ना कि क्वेश्चन रेज करते हैं कि भाई अल्लाह ताला जो है नाउज़ बिल्ला उसने गलती की, इस तरह से नाउज़ बिल्ला। तो ये इनका तरीका है सारा का। क्या कह सकते हैं इस बारे में? अस्सलाम वालेकुम आमिर हक साहब। जी वालेकुम सलाम प्यारे भाई। हाँ भाईजान, ये अभी आसिफ भाई भी बात कर रहे थे, पिछले दिनों ना एक लाइव राड पे ना एक बंदा मिला है बनी इसराइल के नाम से ना, शाम के वक्त। तो वो बात शुरू कर रहा है, तो उसने कहा आपने बात करनी। मैंने कहा आपके लिए ना आमिर हक साहब हैं, अगर आप चाहें तो मैं उनको मैसेज दे देता हूँ, वो आपको सही समझाएंगे। तो फिर वो भाग गया, पर मैं खामोश हो गया। फिर इतनी बात थी बस।
چلے الحمدللہ جزاک اللہ. اچھا آصف بھائی دیکھیں جو چیز آپ نے رکھی حقیقت یہ ہے کہ جماعت اور جن کا آپ نے نام لیا یہ ناصر کر کے جو نام، یقین کریں جماعت احمدیہ کے لوگ خود اس بندے سے تنگ ہیں. وہ جس براڈ پر بیٹھتا ہے مرزا صاحب کے مخالف ہی بولتا ہے. وہ کچھ کی کچھ بات، ہاں میں نے ایک دو دفعہ دیکھا اس کو جماعت احمدیہ کے لوگ ہی اس کو جڑے ہوئے ہیں کہ یہ کیا تو بک بک کر رہا ہے، اور ان کے ساتھ وہ مناظرہ لگا ہوا ہے. اچھا کہتا ہے قرآن میں پڑھوں گا، میں اس کا ترجمہ کروں گا، مجھے عربی آتی ہے، اور اوپر سے دیکھ کے قرآن نہیں پڑھ سکتا. کہتا ہے جی میں قرآن کا ترجمہ کروں گا، اور جوڑ توڑ کر کے کر رہا ہوتا ہے ترجمہ. اچھا کہتا ہے ختم جو ہے یہ بیسیکلی تمام سے نکلا ہے. وہ یا دو ہاتھ جڑے نے ہوئے، وہ یا دو ہاتھ جڑے نے، اے کیڑا ختم ہے جڑا تمام چوں نکلدا ہے. ہاں کمال ہے بھائی، کمال ہے. وہ یا کیڑا ختم ہے جڑا تمام چوں نکلدا ہے. ہوئے وہ امام زمخشری دی یہ بکری ہے، اے کیڑا ختم ہے جڑا تمام چوں نکلدا ہے. یعنی عجیب ہی شگوفیں ہیں، عجیب بڑ بولے بڑ بازی. اچھا یہ آہیر بھائی اس کو گھیر گھار کے ایک دن لے کے آئے تھے. جی آہیر صاحب یاد ہے آپ کو ناصر سے بات؟ سر یاد ہے، کوئی سال 2 سال پرانا قصہ ہے، مجھے یاد ہے. 19 سال 2 سال، یہ چند مہینے پہلے کی بات ہے. کس کی بات کر رہے ہیں والا؟ یہ ناصر احمد. اچھا ناصر، نہیں ہاں ناصر کا، مجھے لگا بنی اسرائیل کا کہہ رہے ہیں. نہیں 4-5 مہینے، ناصر یہ کا تو 2-4 مہینے پہلے کی بات ہے. آپ نے مجھے کہا جی وہ بندہ ایک ریڈی ہے ڈیبیٹ کرنے کے لیے. میں کہا آ جاؤ چلیں. اور جب میں آیا تو وہ ناصر تھا. ریکارڈنگ ہے ہمارے پاس. آپ کے پاس پڑی ہوگی ریکارڈنگ. تو آگے سے کہتا ہے جی صرف قرآن سے بات کرنی ہے. میں نے کہا مجھے کہہ دو کہ مرزا صاحب تمہارے لیے حکم اور عدل نہیں ہے، میں صرف قرآن سے بات کر لوں گا. تو یہ بھی نہ کہے. اور بھائی یہ کون سا مرزا قادیانی آپ کو لڑ گیا ہے کہ جس کو جب بھی آپ نے مار کے رکھنی ہے؟ یعنی مناظرے میں آپ نے اس کو پڑھنا نہیں، اس کو پیش کرنا نہیں، اس کا ذکر کرنا نہیں، اس کو ڈسکس کرنا نہیں، اس کا ٹاپک نہیں لینا، اس پر بحث نہیں کرنی، اس پر انٹیروگیشن نہیں کروانی. ٹھیک ہے جی، اس پر انالیسز نہیں آئے گا. جب کوئی چیز کما حقو ہو اس کے اوپر ہونی نہیں، اور اس کے بعد آپ نے کہنا ہم نے مرزا قادیانی کو منوانا بھی ہے اور ماننا بھی ہے، تو آپ دفع ہو جائیں یہاں سے. آپ کی کوئی ضرورت نہیں ہے، گیٹ آؤٹ. یار عجیب معاملہ ہے ایسی. او جی آصف بھائی، اور اس میں کوئی شک نہیں کہ جماعت احمدیہ میں ایک بڑی تعداد، اور میری نظر میں یہ اس لیے مجھے لگتا ہے کہ ہے آصف بھائی، جیسے ہی آپ اسلام قبول کیا ہوگا نا، آپ کو ایک چیز نظر آئی ہوگی کہ آپ کو اپنے پوٹینشل کے اظہار کا موقع ملتا ہے. آپ کو لگتا ہے کہ آپ ایک باکس سے نکلے ہیں ان اے ویری لٹرل سینس، اور آپ کو لگتا ہے کہ اب میرے پاس اپرچونٹیز ہیں، میں کہیں بھی اس کو اویل کر سکتا ہوں، میرے پہ پابندیاں نہیں ہیں. ٹھیک ہے نا، مجھے خاص سسٹم کے تابع ہو کے نہیں رہنا، بلکہ میرے پاس پوٹینشیل ہے، میں اس کو مطابق چل سکتا ہوں، میں کرنا چاہوں تو. اچھا ہاں ادھر جماعت احمدیہ میں مسئلہ یہ ہے کہ جماعت احمدیہ میں جو بندہ سکلڈ آ جائے، جو ٹیلنٹڈ آ جائے، جماعت اس کو اپنے انڈر رکھنے کی کوشش کرتی ہے، اس کو دبانے کی کوشش کرتی ہے. اچھا پہلی بات ہے کہ وہ اس سلسلہ میں آگے جا نہیں سکتا جب تک کہ اس خاندان سے تعلق نہ رکھتا ہو، یا وہ ان پالیٹکس، ڈرٹی پالیٹکس جو ہے اس کا حصہ نہ بنے، عیاشیوں کا سامان نہ کرے، ٹھیک ہے نا، بدماشیاں نہ کرے، اسٹرانگ فیملی نہ ہو، تب تک وہ آگے نہیں کر سکتا. اس میں کوئی شک نہیں. میں یہ نہیں کہہ رہا کہ باہر ایسا نہیں ہوتا، دنیا میں ہوتا ہوگا، میں یہ نہیں کہہ رہا، مگر مقصد کہنے کا یہ ہے جیسے ہی جماعت احمدیہ سے ایک شخص باہر نکلتا ہے اس کو تحقیقات کرنے کا موقع ملتا ہے. مثال کے طور پر وہ کسی حدیث کو تحقیق کے بعد اور علماء کے فہم کے بعد وہ کہہ سکتا ہے بھئی حدیث ٹھیک ہے، یا فلاں عالم دین کی رائے کو میں مانتا ہوں. جماعت احمدیہ اس پر یہ پابندی لگا دیتی ہے کہ اس نے اپنی کھوپڑی کو استعمال نہیں کرنا. ان کو ایک سلیبس دیا جاتا ہے پاکٹ بک کے نام پر، اس سلیبس کے اندر رہنا ہوتا ہے. اتنی قرآن کی آیتیں ہیں، اس سے باہر یہ نکل ہی نہیں پاتے. اسی لیے میں گارنٹی کرتا ہوں کہ ایک بڑی تعداد جماعت احمدیہ کی سورہ فاتحہ بھی نہیں جانتی. یقین کریں ان کے منہ پہ اس لیے قرآن نہیں چڑھتا، میں آپ کو گارنٹی کر دیتا ہوں. میں نے کتنی بڑی تعداد کے اندر احمدیوں کو دیکھا، ان کی زبان پہ قرآن نہیں چڑھتا نہیں ہے. پتہ کیوں؟ کیونکہ زبان سے گزرا نہیں، کبھی تلاوت نہیں کی ہوئی، نماز میں، رمضان میں عادت نہیں ہے قرآن پڑھنے کی اپنی روٹین میں. اس کا نتیجہ یہ بنتا ہے. جی عامر بھائی کی کال آ گئی ہے شاید.
मसरूफ हो गए। बिल्कुल सही कह रहे हैं, उसका नतीजा यही निकलता है कि ये कुरान जो है ना तो पढ़ते हैं और ना ये समझते हैं, बस इतनी सी बात है। और वो अहादीस के बारे में अहीर भाई, मेरी ना कुछ दिन पहले एक बंदे से बात हो रही थी आपके। सॉरी। जी आ जाए। अच्छा, तो यार वो मैं अपना कुरान का जिक्र कर रहे थे, उनके मुंह पर चढ़ता नहीं जी। हाँ, इनके मुंह पे कुरान जो है वो नहीं चढ़ता, जिसका नतीजा ये निकलता है कि आप इनको देखें, कभी इनके साथ गुफ्तगू हो रही हो, बात हो रही हो, तो इनकी ज़ुबान से कुरान नहीं निकलेगा। आप इनको कहें ऊपर से देख के कुरान नहीं निकलेगा। उसके पीछे एक वजह है। वो वजह ये है कि जमात अहमदिया में तहकीक का, इसी तरीके से आउट ऑफ द बॉक्स निकल कर सोचने का रिवाज नहीं है। ये सारी बात मैं इसलिए कर रहा हूं कि जब ये मिजाज तना हो तो जमात अहमदिया के अंदर जो थोड़ा सा सोचने समझने वाला तबका होता है ना, उसको घुटन होती है। अच्छा, कुरान को पढ़ने का एक अंदाज, अहदीस को समझने का एक अंदाज जिस आदमी को फील होता हो, वो फिर जमात अहमदिया के अंदर सफोकेट फील करता है, वो निकल ही नहीं पाता। फिर इस तरह के फ्रैक्शंस जमात अहमदिया के अंदर जन्म लेते हैं, जो जमात को छोड़ना भी नहीं चाहते और अपनी मर्जी भी चलाना चाहते हैं। नासिर अहमद इज वन ऑफ देम। अच्छा, मलिक अवान का आपने नाम सुना होगा, तो माँ बहन की नंगी गालियां निकाल, हाँ जी बिल्कुल। वो भी वन ऑफ देम है, उसका भी यही है। ठीक है, तो ये वो फ्रैक्शंस हैं जमात अहमदिया के अंदर जो मुनकरीन हदीस की कैटेगरी, इल्हाद, नीम मुल्हिद कैटेगरी के हैं, नीम मुल्हिद। ठीक है, सलीम मीर इस कैटेगरी का है, और भी कई हैं इस कैटेगरी के जो ये मामला करते हैं। जी मैं नहीं दिसानो मंदा, और जी ये मामला है, वो मामला है, ऐसे कर देंगे, वैसे कर देंगे। तो ये है, तो कुरान भी नहीं आता पढ़ना। तो मैंने उसको, जब आप नासिर के, मैं बात अपनी कंक्लूड कर रहा हूँ फिर आप करें। नासिर को मैंने कहा आप मिर्ज़ा साहब को हकम और अदल के तौर पर उससे विड्रॉ कर लें अपने मौक़िफ़ से, मैं कुरान पर बात करने के लिए तैयार हूँ। कहता मैंने नहीं करना, तो फिर पेश करो। यार देखो, कॉमन सेंस यूज़ नहीं करते ये। भाई दो चीज़ों में से एक चीज़ है, मैं अगर कहता हूँ कि मैं रसूलुल्लाह सल्लल्लाहु अलैहि वसल्लम को हकम और अदल मानता हूँ, तो आप उनकी ज़ुबान मुबारक से अदा हुआ कुरान कलामुल्लाह या ऑथेंटिक अहादीस सहीहा जो हैं, सुन्नत है साबिता, आप वो मेरे सामने पेश करें। यार इससे किससे क्लियर को मौक़िफ़ हो सकता है? आप कहते हैं कि आप मिर्ज़ा साहब को हकम और अदल भी मानते हैं और उनको पेश भी नहीं करना। खोपड़ी कभी इस्तेमाल करके देखी है? कभी देखा कैसी होती है खोपड़ी? हराम है इनके यहाँ, हराम। जी भाई प्लीज़ आप बात करें, मैं थोड़ा सा ये सुन, मुझे ना असल में एक मेक श्योर करना एक रब्ता, तो आप कर लेगा। जी जी आमिर भाई कर लें आप। खोपड़ी की आप बात भाई जो मर्जी कीजिएगा, चाहिएगा मत, यहाँ मौजूद रहिएगा आमिर भाई। खोपड़ी का यूज़ इनके यहाँ बिल्कुल हराम है और उसके इस्तेमाल की इजाज़त नहीं होती है। जी दीगर दोस्त भी जुड़े हैं, डॉक्टर डू साहब हैं, वसीम भाई हैं, शान साहब हैं, आप कोई बात करना चाहते हैं तो करें जनाब। अस्सलाम वालेकुम। जी अस्सलाम वालेकुम। जज़ाकल्लाह। वालेकुम अस्सलाम जनाब। मैंने तो बस माशाल्लाह ज्वाइन की है, आमिर भाई की बातें सुन रहा हूँ, तो ज़बरदस्त महफिल लगी हुई है जी। हाँ जी, वो टिवाना साहब की भी बात हो रही थी डॉक्टर डू साहब, तो जी जी बस मैं कुछ सोच रहा हूँ उस बारे में, तो मैं दोस्तों को बता रहा था कि वो जो है ना, हाँ जी, इस तरह के काम हो जाते हैं भाई, इंटरव्यू देने लोग आ जाते हैं अक्सर, तो आप बिल्कुल बिल्कुल। बहरहाल जो टिवाना साहब का डेमो जो उनको मिल गया था, तो उम्मीद है कि समझ आ गई होगा। अच्छा एक टिवाना है कि इनमें और है खटाना, उसकी आईडी है खटाना के नाम से, मौलवी की पिक्चर लगाई, खटाना ही रह गई है, वो भी ना आ जाए उस मामले में, तो आमिर भाई बड़े एक्सपर्ट हैं। पता नहीं कितों कितों कढ़ लिਆਂਦੇ ਨੇ, मतलब ਇਹਨਾਂ ਨੂੰ ਇੰਨਾ ਡਰ ਰੇ ਹੀਰ ਭਾਈ, ਹਰ ਨਾਂ ਦੇ ਅੱਗੇ ਆਪਣੇ ਕਾਸ ਲਾਈ ਹੁੰਦੀ, ਕਿਸੇ ਨੇ ਕਾਲੂ ਲਾਇਆ, ਕਿਸੇ ਨੇ ਖਟਾਣਾ, ਕਿਸੇ ਨੇ ਟਵਾਨਾ। ਉਹ ਪਿੰਡੇ ਨੇ ਭਾਈਜਾਨ, ਬੇਸਿਕਲੀ ਸਾਰੇ ਪਿੰਡੇ ਨੇ ਇੱਥੋਂ ਦੇ ਹੀ ਆ, ਹਾਫਜ਼ਾਬਾਦ, ਸ਼ੋਰਕੋਟ, ਸਿਆਲਕੋਟ ਇੱਧਰ ਦੇ ਹੀ ਨੇ, ਉੱਥੇ ਚਲੇ ਗਏ ਨੇ ਵਿਚਾਰੇ, ਵੀਜ਼ੇ ਲੱਗ ਗਏ ਨੇ, ਆਪਣੇ ਆਪ ਨੂੰ ਉੱਥੇ ਜਾ ਕੇ ਕੁਝ ਸਮਝਦੇ ਨੇ, ਲੇਕਿਨ ਉਹ ਜ਼ਿਹਨ 'ਚ ਜਿਹੜਾ ਉਹ ਰੇਸਿਜ਼ਮ ਤੇ ਉਹ ਕਾਸਟਿਜ਼ਮ ਉਹ ਇਹਨਾਂ ਦੇ ਨਿਕਲਦਾ ਨਹੀਂ ਹੈ।
ਫਖਰ ਵੇਖੋ ਨਾ, ਫਖਰ ਕਰਨਾ ਚਾਹੀਦਾ ਜੀ, ਮੈਂ ਜੀ ਮੁਸਲਮਾਨ ਆ ਜੀ, ਆ ਮੈਨੂੰ ਬੜਾ ਫਖਰ ਹੈ। ਅੱਛਾ ਠੀਕ ਹੈ, ਤੇ ਯਾ ਤੁਸੀਂ ਦੂਜਾ ਫਖਰ ਅਗਰ ਦੁਨਿਆਵੀ ਲਿਹਾਜ਼ ਨਾਲ ਜਰਾ ਆਸਿਫ ਭਾਈ ਕਿ ਦੁਨਿਆਵੀ ਲਿਹਾਜ਼ ਨਾਲ ਫਖਰ ਕਰਨਾ ਹੈ ਜੀ, ਮੈਂ ਜੀ ਉਹ ਅੱਛਾ ਜੀ ਮੈਂ ਫੇਸਬੁੱਕ ਬਣਾਈ ਹੈ ਜੀ, ਮੈਨੂੰ ਬੜਾ ਤੇ ਕੀਤਾ ਕੀ ਹੈ ਤੁਸੀਂ ਯਾਰ, ਨਾ ਉਸ ਪਾਸਿਓਂ ਕੋਈ ਕੰਮ ਨਾ ਉਸ ਅਸੀਂ ਅੱਗੇ ਇੱਕ ਆਇਆ ਸੀ ਗੱਲ ਕੋਈ ਵੀ ਨਹੀਂ, ਉਹੀ ਗੱਲ ਹੈ ਕਿ ਜੀ ਮੈਨੂੰ ਉਹਨੇ ਲਾਤਾ ਤੇ ਮੈਨੂੰ म्यूट करता तो मैंने आपसे बात नहीं हो सकती। लो हाँ बस ਇਹ ਹੀ ਕੰਮ ਨੇ। अगले दिन ना कोई दुआना भी ले आएंगे। यार ठीक सी दुआना। अच्छा ऐसे ऐसे पीस चेक करा रहे ने एक एक करके हैं, ऐसियां ऐसियां ਐਟਮਾਂ ਸਾਡੇ ਵਾਸਤੇ ਕੱਢ ਕੇ ਲਿਆ ਰਹੇ ਨੇ ਕਿ ਯਕੀਨ ਕਰੋ ਪਹਿਲੇ ਉਹ ਜਾਨੀ ਦਾ ਸ਼ੋਅ ਆਂਦਾ ਹੁੰਦਾ ਸੀ, ਉਹ ਵੇਖੀਦਾ ਸੀ, ਫਿਲਹਾਲ ਮੈਂ ਉਹ ਛੱਡ ਦਿੱਤਾ। ਮੈਂ ਤੇ ਇਹਨਾਂ ਦੀਆਂ ਹੀ ਜਿਹੜੀਆਂ ਲਤੀਫੇ ਇਹ ਹੀ ਚੈੱਕ ਕਰਦਾ ਵਾਂ ਕਿ ਯਾਰ ਕੀ ਕੀ ਐਟਮਾਂ ਨੇ। ਮਸलन ਇਹ ਬੜਾ ਜਨਾਬ ਮੁਅੱਜ਼ਜ਼ अस्सलाम वालेकुम वरहमतुल्लाहि वबरकातुहू। आज हमारा एक नशिस्त हमने रखी है, तो इंटरव्यू इस सिलसिले में है। अच्छा और दूसरी आइटम आएगी अस्सलामु अलैकुम खवातीनो हजरात। यार तेरे मुंह ते फबदा है खवातीन, तू क्या कर ओ मेरी ओ भैनो मेरे वर्गियो ते बाकी दूसरी जिन्स दे लोको मेरी वीडियो शुरू होने लगी, तू इंज गल कर उल्लू दिया पठिया। ਉਹ ਆ ਕੇ ਜਨਾਬ ਉਹ ਅੱਛਾ ਉਹ ਆਸਿਫ ਆਮਿਰ ਭਾਈ ਦੱਸ ਰਹੇ ਸਨ, ਉਹ ਮੈਂ ਵੀ ਵੇਖੀ ਕੈਸਰ ਭਾਈ ਦੀ ਵੀਡੀਓ, ਕਿੱਡਾ ਬੇਇੱਜ਼ਤ ਹੋਇਆ। ਖੁਦਾ ਦੀ ਕਸਮੇ ਕੋ ਗੈਰਤ ਹੋਵੇ ਤੇ ਕਿਸੇ ਗਟਰ ਦੇ ਵਿੱਚ ਡੁੱਬ ਕੇ ਮਰ ਜਾਵੇ, ਪਾਣੀ ਦੇ ਵਿੱਚ ਵੀ ਨਹੀਂ, ਖੱਚ ਦੀ ਖੱਚ। ਉਹ ਫੋਨ ਕਰ ਕਰਕੇ एक आदमी कहे मैं शिया भी हूँ, मैं सुन्नी भी हूँ, मैं सबका नुमाइंदा हूँ, तो क्या ख्याल है आपका। ਜ਼ਾਹਿਰ ਹੈ ਇਹਦੇ ਤੇ ਅਗਲਿਆਂ ਨੇ ਕਹਿਣਾ ਸੀ ਵੀ ਯਾਰ ਕਿਸੇ ਇੱਕ ਬੰਨੇ ਲੱਗ ਤੂੰ, ਯਾਰ ਇਹ ਕਿਹੜਾ ਤਮਾਸ਼ਾ ਫੜਿਆ, ਮੈਂ ਉਹ ਉਹ ਕੈਸਰ ਭਾਈ ਨੇ ਉਹਨਾਂ ਹੀ ਮੌਲਵੀਆਂ ਨੂੰ, ਉਹਨਾਂ ਹੀ ਉਲਮਾਵਾਂ ਨੂੰ, ਉਹਨਾਂ ਹੀ ਜਨਾਬ ਮੁਕਰਰਾਂ ਨੂੰ, ਕੁਝ ਉਲਮਾ ਨੇ, ਕੁਝ ਉਹਨਾਂ ਦੇ ਵਿੱਚ ਜਿਹੜੇ ਨੇ ਉਹ ਬਿਆਨ ਕਰਨ ਵਾਲੇ ਨੇ, ਕੁਝ ਤਕਰੀਰਾਂ ਮੁਖਤਲਿਫ ਕਿਸਮ ਦੇ ਲੋਕ, ਉਹ ਕੱਲੇ ਕੱਲੇ ਨੂੰ ਕਾਲ ਖੜਕਾ ਮਾਰੀ ਉਹਨਾਂ ਨੇ ਤੇ ਉਹ ਪੋਲ ਖੁੱਲ ਗਈ ਉਹਦੀ ਸਾਰੀ। ਉਹ ਹੁਣ ਨੰਗਾ ਹੋਇਆ ਪਿਆ ਜੀ YouTube ਦੇ ਉੱਤੇ, ਚੁੱਕ ਲਓ ਜਾ ਕੇ ਮੁਰੱਬੀਓ, ਉਹ ਮੁੰਡਾ ਤੁਹਾਡਾ ਪਿਆ ਜੇ, ਜਾ ਕੇ ਕੱਛੀਆਂ ਦੋ ਤਿੰਨ ਨਾਲ ਲੈ ਜਾਓ ਤੇ ਪਾਓ ਉਹਦੇ ਤੇ ਚੁੱਕ ਕੇ ਲੈ ਜਾਓ ਉਹਨੂੰ। ਚਵਲਾਂ ਜਾਂਦੀਆਂ ਟੋਟੇ ਕੱਟਣੀ ਕੌਮ, ਗੰਦੀ ਕੌਮ। ਉਹ ਜਿਹੜਾ ਜੇਲ੍ਹ 'ਚ ਪਿਆ ਉਹ ਵੀ ਟੋਟਿਆਂ ਦੇ ਜੁਰਮ 'ਚ, ਇਹ ਜਿਹੜਾ ਬਾਹਰ ਹੈ ਹਲੇ ਇਹ ਵੀ, ਇਹਦਾ ਵੀ ਧੰਦਾ ਟੋਟਿਆਂ ਦਾ ਹੀ ਹੈ। ਇਹ ਸਾਲਾ ਇਹ ਮੌਲਵੀਆਂ ਦੇ ਟੋਟੇ ਕੱਟਦਾ। ਇਹ ਜੀ ਥੋੜਾ ਜਿਹਾ ਟੋਟਾ ਕੱਟੇਗਾ ਵੀਡੀਓ ਦਾ, ਆ देखें जी ये कह दिया, अगला कटेगा देखें ये कह दिया, अगों एक और टोटा जोड़ेगा, सारे जोड़ के लो जी बस साबित हुआ हजरत मशीमूद अलैह शलवार ये जनाब। लो बढ़ गया भाई, क्या क्या टकनीक है यार भाईजान ਤੁਹਾਡੀ ਸੱਚਾਈਆਂ ਸਾਬਤ ਕਰਨ ਦੀ। ਇਹੀ ਕੰਮ ਸ਼ੁਰੂ ਕਰ ਦੇਵੇ ਸਾਰੀ ਦੁਨੀਆ ਇੱਕ ਦੂਜੇ ਦੇ। ਇਹ ਯਕੀਨ ਕਰੋ ਇਹਨਾਂ ਨੂੰ ਵੀ, ਜਿੰਨੇ ਇਵੈਂਜਲਿਸਟ ਕ੍ਰਿਸਚੀਅਨ ਪਾਸਟਰ ਨੇ, ਇਹਨਾਂ ਨੂੰ ਵੀ ਚਾਹੀਦਾ ਕਿ ਛੱਡੋ ਆਪਣੀ ਨਾ ਪੜਿਆ ਕਰਨ, ਬਸ ਟੋਟੇ ਕੱਟਣ ਲੋਕਾਂ ਦੇ, ਉਥੋਂ ਵਿੱਚੋਂ ਗੱਲਾਂ ਦੇ ਵਿੱਚੋਂ ਸਾਬਤ ਕਰਨਗੇ ਯਾਰ ਇਹ ਵੇਖੋ ਹੁਣ ਲਿਹਾਜ਼ਾ ਤੁਸੀਂ ਕ੍ਰਿਸਚੀਅਨ ਬਣ ਜਾਓ। ਇਧਰੋਂ ਸਿੱਖਾਂ ਨੂੰ ਵੀ ਚਾਹੀਦਾ ਇਹੀ ਕੰਮ ਸ਼ੁਰੂ, ਸਾਰੇ ਇਸੇ ਕੰਮ ਤੇ ਲੱਗ ਜਾਣ, ਟੋਟੇ ਕੱਟੀ ਜਾਓ। ਉਹ ਇੱਕ ਬੰਦਾ ਇਹਨਾਂ ਰੱਖਿਆ ਸਪੈਸ਼ਲ, ਉਹ ਕੀ ਨਾਂ ਹੈ ਉਹਦਾ, ਸ਼ੇਖ ਆਦੀ, ਉਹਨੇ ਇਹੀ ਕੰਮ ਚੁੱਕਿਆ। ਤੇ ਉਹ ਇਮਤਿਆਜ਼ ਭਾਈ ਨੇ ਕੋਈ ਗੱਲ ਕੀਤੀ ਤੇ ਆਏ ਕਹਿੰਦਾ ਕਿ ਜੀ ਤਾਹਿਰ ਸਾਹਿਬ मुझे ये क्लिप चाहिए, मैं लगाऊंगा अपने, मुझे क्लिप चाहिए, मुझे रिकॉर्डिंग चाहिए, मैंने की नहीं है, मुझे दे रिकॉर्डिंग। ਟੋਟਾ ਆਖਿਆ ਕਰੋ, ਇਹ ਟੋਟਿਆਂ ਦੇ ਸ਼ੌਕੀਨ ਨੇ। ਟੋਟੇ ਇਹ ਮੂੰਹ ਤੇ ਕਲਿੱਪ ਫੱਬਦਾ, ਟੋਟੇ ਵੰਡਣੀ ਕੌਮ। 3 ਮੁਰੱਬੀ ਤੁਹਾਡੇ ਟੋਟਿਆਂ ਦੇ ਜੁਰਮ ਚ ਅੰਦਰ ਪਏ ਨੇ, ਸੱਜਦੀਆਂ ਹੈ ਨੇ ਤੁਹਾਡੇ ਮੂੰਹ ਤੇ ਕਲਿੱਪ ਵਾਲੀਆਂ ਗੱਲਾਂ। ਅਸਲ 'ਚ ਉਹ ਕਲਿੱਪ ਨੇ ਜਿਹੜਾ ਕਹਿ ਰਹੇ ਸੀ ਨਾ ਕਿ ਮੇਰੇ ਭਰਾਵਾਂ ਨੂੰ ਭੇਜ, ਇਹਨਾਂ ਨੂੰ ਪਹੁੰਚ ਗਏ ਨੇ ਮੈਨੂੰ ਲੱਗਦਾ, ਇਹਨਾਂ ਨੂੰ ਸਾਰਿਆਂ ਨੂੰ ਕੱਲਿਆਂ ਨੂੰ ਪਹੁੰਚ ਗਿਆ ਇਹ ਫਿਰ। जी जनाब अली माजरत चाहता हूँ जी, थोड़ा सा अवेयर रहा हुक्म जनाब अली। नहीं आमिर भाई ये क्लिप काटने वाले जो ये टोटे जो है इस पे भी थोड़ी रोशनी डालें, ये क्या है ये लोग इनके, ये भी एक वो जो हम कल डिस्कस कर रहे थे, ये जो वही रजी दूसरी है, वो जिस तरह रजी ने किया है, वो कैसर भाई की जो की थी, इसमें तमाशा जो बेनकाब हो गया अब ये। हाँ जी, ये टोटे जमात अहमदिया जो काटती है, ये अगर बचपन में घर वाले इनको उसी वक्त ही रोक लें तो ये टोटे बनाने की आदत इनको फिर आगे ना पड़े, जो घर से इनको ये टोटे बनाने की आदत पड़ी होती है। बहुत शुक्रिया जी, ये थे हमारे साथ आमिर हक साहब, बड़ा ही मुख्तसर और जामिया तबसरा, क्या बात है जनाब। कश्फी तौर पर मुझे दिखाया गया है कि जनाब अली रजी ने एक बार घर में जनाब जो है वो टोटा बनाया और अपने वालिदैन के हवाले से ही पुलिस की कश्मकश में वो मुब्तला हो गए। बहुत शुक्रिया हमारे साथ मौजूद थे के अंदर। अच्छा अभी चल रही है। खानदानी
خاندانی تحقیق کے تجسس میں کھینچا تانی کے اندر اس دیدہ دلیری کے ساتھ وہ ملوث ہوئے کہ پھر یہ بات چوکو چراہوں کے اندر پہنچ گئی. اسی کا اثر تھا اور اسی کا جو ہے وہ ایک خاص نشان تھا کہ دفع ہو جائیں یہاں سے. واہ کیا بات ہے. اور یہی فیض تھا کہ اس فیض کو عام کرنے کے لیے جماعت نے پھر ان کو ایک خاص عہدے پہ لگا دیا کہ بیٹا اچھے ٹوٹے بناتے ہو. ہاں ایتھے ٹوٹے بنا، سرکاری ٹوٹے بنا ایتھے بہ کے تو اچھے بنا لیں. جماعت نے کہا اے میرے طوطے ایتھے بنا ہن ٹوٹے. اور یوں جناب یہ تھی ایک داستان، چھوٹی سی مختصر رضی سے رضیہ بننے کا سفر. ابھی دیکھیے آپ کے قریبی سینما گھروں میں بغیر ٹکٹ کے فری میں دکھا رہے ہیں لیکن کوئی تھوک نہیں رہا. دیکھ لیں کسی نے دیکھنی ہو تو دیکھ لیں. طوطے کے ٹوٹے. ہاں وہ خیر او دی جڑی ٹوٹے ایکسپوز کی تو ہوئے نے وہ کیسر بھائی کی ویڈیو لازمی، اگر تو ویسے تو دیکھ ہی لی ہوگی سب نے، اگر کسی نے نہیں دیکھی ہے، کوئی ایسے بھی خوبصورت لوگ ہیں جو نہیں دیکھتے ہیں. کیسر بھائی نے دے ٹوٹے لیک کر دیتے. ہاں تو وہ ٹوٹے لیک جو ہوئے ہیں نا جی وہ آپ ذرا دیکھیں. کیسر بھائی نے پیچھے جا کے جناب ڈائریکٹ پیچھے ہی ہاتھ پاتا ہے، پوری پروڈکشن ٹیم یہ پوٹھی سیدھی کر دیتی ہے. چک کے مارے سارے انہوں نے ارلم پرلم. ایک نمبر دا فراڈیا، ایک نمبر دا. خیر جی شان بھائی کچھ کہنا چاہ رہے تھے پیارے بھائی؟ السلام علیکم. وعلیکم السلام. جی وسیم بھائی. سوری میں نے انٹرپٹ نہیں کرنا چاہتا تھا میں. چلیں تھینک یو ویری مچ فار گیونگ دی اپرچونیٹی. تو آپ نے یہ ٹوٹوں کے حوالے سے کچھ کہا تو میرے وہ میں بروڈ سننے کی کوشش کرتا ہوں وہ مفتی مبشر صاحب کی. تو دیٹ واز اے شوق فار می. انہوں نے کچھ چیزیں ایز اے ریولیشن کے تو جیسے ریویل کی ہیں چیزیں اور وہ میرے لیے تو یعنی دوز آر لائک شوقس کہ لکھی کے کوٹھے پہ جانا اور یہ شراب نوشی اور اس کے بعد نا محرم عورتیں. اور میں یعنی میری عقل تو بالکل یعنی I'm just stunned کہ ان سارے حقائق اور ڈاکومنٹڈ حقائق کے باوجود ایک شخص اپنے آپ کو یعنی اس شخص کے ساتھ منسلک کر کے بیٹھا ہے. اس کو مسیح موعود، مہدی اور ایسے اس نے لقب دیے ہوئے ہیں جو میں یعنی اٹس بیونڈ امیجینیشن. اور ہم یہاں پہ ویسٹ میں کہتے ہیں، آپ کو پتہ ہوگا یعنی کہ یہاں پہ یہ چینز ہیں ٹیسکو، سینسبریز، ایزڈا. تو ہم کوئی بھی چیز گروسری کے لیے کرنے جائیں نا ان سپر سٹورز میں تو ہم ایک پینی بھی خرچ کریں تو ہم پوری تحقیق کرتے ہیں کہ دس از ورتھ پیئنگ فار دیٹ آئٹم اور دیٹ اسٹف وی پیئنگ فار. اور ان لوگوں نے اپنا ایمان دے. یو ہیو گیون یور فیتھ یور لائک دنیا و آخرہ اینڈ یو ہیو ناٹ ایون looked into his claim, what he's claiming into. So this is something I just find it absolutely beyond imagination کہ یہ اپنے آپ کو پڑھے لکھے کہنے والے لوگ جو اپنے آپ کو ڈاکٹرز اور سائنٹسٹ اور اینالسٹ اور اکانومسٹ کہتے ہیں، اور جب ایمان کا معاملہ آتا ہے تو they just blindly following all these stuff despite documented proof. تو this is all my comment on that and thank you very much for giving me the opportunity. میں اب آپ کی بات سنتا ہوں. بہت شکریہ. تھینک یو. جزاک اللہ. اس میں کوئی شک نہیں ہے کہ جو حقائق مفتی مبشر رضا قادری صاحب نے اپنے ان پمفلٹس کے اندر پیش کیے ہیں وہ ناقابل تردید ہیں. جتنے وہ بریف ہیں اتنے ہی زیادہ لیتھل ہیں، جتنے ہی زیادہ وہ اسپیسیفک ہیں اتنے ہی زیادہ وہ کنکریٹ ہیں، فورٹیفائڈ ہیں ود دا ایویڈنسز اور سارا کچھ ماشاء اللہ سے. اور ان کی اپنی کتابوں سے وہ چیزیں پیش کی گئی ہیں. ایسا کچھ نہیں ہے کہ جو ہم اپنی طرف سے منسوب کریں. اب دیکھیں اب مرزا غلام محمد قادیانی نے اس زمانے کے اندر آنکھ کھول لی اور آگے بڑھا جس وقت ایک طاقت جو ہے وہ پورے جوبن میں بدماشی کر رہی ہے، برطانوی سامراج. بجائے اس کے کہ جو اللہ کی جانب سے ہوتا ہے وہ طاغوت کے سامنے سینہ سپر ہوتا ہے اور نظریات کا خم ٹھوک کر وہ دلیل کی روشنی میں ان کو چت کرتا ہے، سیاسی انقلاب بپا کرتا ہے،
معاشرتی تحرک پیدا کرتا ہے، اس نے غلامی کا درس دینا شروع کر دیا. اس نے کہا چلو جی ان کی اطاعت کے اندر لگ جاؤ. صاف معلوم ہوتا ہے کہ ایک آدمی اسلام کو بدنام کرنے کے لیے جو ہے وہ اس طریقے پر چل نکلا اور مسلمانوں کے معاشرے کو بکھیرنے کے لیے. یہ بار بار ہم ریپیٹ کرتے ہیں، یہ سیاسی تجزیہ ہے. کوئی آدمی بھی کھلی آنکھوں کھلے دماغ کے ساتھ اس وقت کو اور اس وقت کے فیصلوں کو جو مرزا قادیانی کی جانب سے کیے گئے پڑھے گا، وہ اسی فیصلے پر پہنچے گا کہ ایک آدمی امت مسلمہ کا خیر خواہ نہیں بلکہ ان کا دشمن ہے جو اس طریقے سے معاملہ کر رہا ہے. اور اس کے نتیجے آج بھی دیکھنے کو ملتے ہیں. یہی وجہ ہے کہ مرزا غلام احمد قادیانی کے نسخے کو، جماعت احمدیہ کو وہ تلقی بالقبول حاصل نہیں ہوا جو مسلمانوں میں جو کسی عام یعنی شخص کو ہوا جس نے کوئی بڑا دعویٰ بھی نہ کیا تھا اور جو یہ بھی نہ کہتا تھا کہ میرے ساتھ کوئی نصرت الہی موجود ہے. ٹھیک ہے نا، یہ چیز ہے. آپ نے کہا کہ مرزا صاحب جو ہیں انہوں نے غیر محرم عورتوں کے ساتھ یا اس طرح کے معاملات، یہ جو اوٹ پٹانگ حرکتیں، یہ دعویٰ کیوں نہیں دیکھتے. افسوس سے کہنا پڑتا ہے جو جماعت احمدیہ کے افراد پیدا ہی اس خاندان کے اندر ہوئے ہیں، وہ بیچارے بائسنس کا شکار ہیں. ان کو لگا کہ شاید اسلام اسی چیز کا نام ہوتا ہے، اسی لیے وہ تمام انبیاء کے اندر اللہ معاف کرے اسی طرح کی نقب زنی کرنے کی کوشش کرتے ہیں، انبیاء کی عیب جوئی کرنے کی نعوذ باللہ کوشش کرتے ہیں. ہمیں یہ تعجب لگا. ایک دفعہ میں سوچ رہا، میں نے کہا یار یہ جو چیز بول رہے ہیں ہم لوگ تو اس کے اوپر جرا کر دیتے ہیں، ہم لوگ تو ایک دوسرے پہ تنقید کرتے ہیں. قادیانی حضرات نہیں سوچتے ہوں گے، یہ بھی تو کہتے تو اپنے آپ کو مسلمان ہی ہیں، ان کو نہیں پتہ چلتا. ایک بار بھی جماعت احمدیہ کی طرف سے یہ مومنٹم بنا اور اس آدمی کو کٹہرے میں کھڑا کر کے کہا گیا کہ یار تم نے جو الفاظ بولے ہیں اس پر معافی مانگو رسول اللہ صلی اللہ علیہ وسلم کے لیے. جماعت احمدیہ کے بندوں نے آیا کو بندہ، میں اس وقت میرے دماغ میں یہ بات کھڑکی کہ اس کا مطلب ہے جس چیز کو ہم اگر ان کا نظریہ ہی اور ہے، وہ انبیاء کے شان میں زبان درازی کرنے کو، الزامی جواب کی روشنی میں تان و تشنیع کرنے کو، مسلمانوں کو آرگیومنٹ میں چت کرنے کے بہانے میں تمام انبیاء کی کردار کشی کرنے کو وہ جائز سمجھتے ہیں. یہ ان کا جماعتی بیانیہ ہے، یہ ان کا متفقہ فیصلہ ہے، یہ ان کا میوچل اور کولیکٹیو کنسنسس ہوا اس پر. ہمیں نہیں یہ بات سمجھ آتی، ہمیں نہیں آتی. ان کا فائدہ ہے، وہ سوچتے ہی ایسے ہیں، دیکھتے ہی ایسے ہیں دنیا کو. تو یہ فرق ہے نا. ایک آدمی وہ کلر بلائنڈ ہے، اس کی ایک سینس ڈیمیج ہے، وہ کلر بلائنڈ ہے، ریڈ کو لے کے یا بلو کو لے کے یا کسی بھی کلر کو لے کے وہ کلر بلائنڈ فیل کرتا ہے، جو موسٹلی ہوتے ہیں. تو ایسی صورت میں آپ اس کو لاکھ کہہ رہے ہوگے کہ اس شیڈ کے اندر یہ کلر ہے، وہ آپ کو کہے گا نہیں ہے. نہ آپ غلط ہو نہ وہ غلط ہے اپنی نظر میں، اس کے اندر ہے، اس کو تو نظر ہی نہیں آ رہا. یہ بھی جماعتیں ہیں. بالکل ماشاءاللہ زبردست. عامر بھائی میرے خیال میں نیچے بتا رہے ہیں کہ امتیاز بھائی کی لائیو شروع ہو گئی ہے، تو انشاءاللہ ہم اس کو کنکلوڈ کرتے ہیں. جی ماشاءاللہ ہم اپنے بھائی یار وہ شان بھائی جو ہے نا کچھ کہنا چاہ رہے تھے، آپ کر لیں پھر آپ کے بعد انشاءاللہ جلدی سے کر لیں پھر ہم ریپ اپ کرتے ہیں. جزاک اللہ، بہت شکریہ. میں بہت کوئکلی 2 منٹ لوں گا صرف آپ کے. آصف بھائی نے بھی اس پہ ہماری توجہ مبذول کرائی تھی کہ جماعت چھوٹی سی ہے لیکن ان کی جو ریشہ دوانیاں ہیں اور جو ان کے مربیان پکڑے گئے ہیں، اہیر بھائی نے بھی اس پر بات کی کہ 3 مربیوں کو ان کو پتہ ہے. میں نے جب ریسرچ شروع کی تو مجھے بہت زیادہ مربی نظر آئے ہیں. میں نے کینیڈا میں رہتا ہوں، میں اے کے شیخ صاحب کا پڑوسی ہوں. تو جو مجھے پتہ چلا کہ ان کی جو پیس ولیج ہے وان اونٹیریو میں، ونڈرلینڈ جہاں پر ہے، وہاں پہ آپ کو معلوم ہی ہے کہ لقمان رانا صاحب کو 32 سال کی جیل ہوئی ہے. وہی ٹوٹا بزنس، بچوں کے ٹوٹے بنا کے ایف بی آئی امریکہ سے لے کر آئی تھی انہیں ایکسٹراڈائٹ کرنے کے لیے، اور وہ کیس بہت مشہور ہوا تھا. اس سے اندازہ لگا لیجئے کہ مطلب اس نے جماعت کو 21,000 کا جو ڈونیشن دی ہوئی تھی، چندہ جسے کہتے ہیں، اس کے اوپر جب کیس ہوا وہ لڑکیوں سے ٹوٹے اور وہ ساری چیزیں جو کرتا رہا تھا ان سے پھر رینسم لیتا تھا، بلیک میلنگ کرتا تھا. لڑکیاں روتی ہوئی ڈائریکٹ ایف بی آئی کے پاس گئیں.
تو یہ بہت کیس مشہور ہوا ہے ہمارے یہاں ٹورانٹو کے اندر. تو بندہ گاڑی سے کسی کو مار دے 6 سال کی جیل ہوتی ہے, اس کو 32 سال کی جیل ہوئی ہے. توجہ فرمائیے کہ کتنا بڑا کیس ہے یہ. تو وہاں پہ یہ کیس چلا, اس کا مطلب کافی ڈیٹیلز ہیں, میں نے ساری دیکھی. جج بھی بہت زیادہ ایموشنل ہو گئی تھی کہ تم نے اتنا بڑا ظلم چھوٹی بچیوں کے ساتھ کیا کیوں. تو وہی ان سے بلیک میلنگ کر کے پیسے لیتا رہا. پھر جماعت نے انوالو ہو کے اسی کے 21,000 کا جج نے اس کے اوپر جرمانہ کیا تھا. تو جماعت نے پھر وہ دیا, وہی چندے والے پیسے ادھر دے کے اس کی جان بچائی. تو باقی اس کو 32 ایئرس کی جیل سیپریٹلی ہو چکی ہے. پھر ہم دیکھتے ہیں آسٹریلیا میں عبداللہ شفیق 5 سال کی جیل. سیم چیز, مربی اور ٹوٹا بازی, جیسے آپ رضیہ اور رضی کی بات کر رہے تھے. پھر سیم ہم پاکستان میں دیکھتے ہیں نصرت جہاں اکیڈمی کے اندر 200 بچوں کا کیس ہے احمد صاحب پر. ٹیچر تھے, بچوں کو ٹیوشن پڑھانے کے بہانے, بیڈمنٹن سکھانے کے بہانے ان کو آ کے بس وہاں سے گیم ڈال دی. اور وہی ٹوٹا بازی وہاں پہ, مطلب وہی یہ ایک دوسرے کو تعلیم کے علاوہ یہ جو پڑھ رہے ہوتے ہیں, جب یہ اپنا ڈپلوما یا گریجویشن کر رہے ہوتے ہیں, 7 سال کا کورس ہے, اس میں ایک دوسرے کو صرف یہ بچوں کے ٹوٹے اور یہی چیزیں دکھاتے رہتے ہیں. آپ انگلینڈ میں چلے جائیے, وہاں پہ بھی مربی صاحب پکڑے گئے. جہاں جہاں آپ نظر ڈالیں گے یہ ہم سے ہمارے مولویوں کی باتیں کرتے ہیں اور گندی گندی باتیں کر کے بتاتے رہتے ہیں, لیکن ذرا سا یہ اپنے اندر جھانکیں, ویڈیوز بھری پڑی ہیں ہر طرف. جی جزاک اللہ. زبردست تبصرہ, اور بالکل ایسے ہی ہے. دونوں طرف کا رخ پبلک دکھائے گی اور یقینی طور پر وہ چیزیں سامنے آئیں گی. میں نے کئی بار نوٹ کیا کہ جب اس طرح کی چیزیں جماعت احمدیہ کی کھول کر رکھی جائے تو پتہ کیا کہتے ہیں, دیکھیں انسان تو ہیں, ہر کمیونٹی میں ہوتے ہیں, اتنی بڑی تعداد ہے جماعت احمدیہ کی, ایک آدھ ہو جائیں تو ہماری طرف سے سخت سخت سزا دیں. یہ جملے اور یہ وضاحتیں آپ کو مسلمانوں کے جو کو واقعات ہو جاتے ہیں ان میں کیوں نہیں آتی ہیں؟ بھئی یہ وضاحتیں تب تو نہیں دے رہے, مان رہے ہوتے ہماری. بھئی آپ کی ٹانگے کی سواریوں کی جماعت ہے, چنگچی دی سواری ہے تواڈی ایک گودھی کر کے, چنگچی دی سواری دی جماعت ہے تواڈی, ڈرائیور سمیت مرزا مسرور صاحب. اس جماعت میں آپ کہتے ہیں انسان ہیں, کچھ نہ کچھ اوپر نیچے ہو جاتا ہے. اربوں کی کمیونٹی ہے مسلمانوں کی, اربوں کی, بلینز آف پیپل, بلینز. ان میں اگر معاملات پیش آتے ہیں جس کو ہم کہتے ہیں کہ شرعی سزا دیں, واللہ یہ دوبارہ جرم نہیں ہوگا. شرعی سزا پتہ ہے نا جی, اس وقت تو پھر رولا پاندے ہیں ہیومن رائٹ. اچھا یہ عجیب تماشا ہے ان کا, کہتے ہیں دیکھو مسلمان یہ کر رہے ہیں وہ کر, ہم کہتے ہیں سزا دو, دیکھو مسلمان زیادتی اور سخت سزائیں دے رہے ہیں. وہ یار کیسے پاسے لگو, جیو اور جینے دو. نہ آپ شریعت کا نفاذ کرنے دیتے ہو, نہ آپ مجرم کو جینے دیتے ہو. یا دونوں طرف چلنے دو نا, یا اس کو سزا دو یا اس کی جان چھوڑو. ہم کہتے ہیں مجرم کو سزا دو. اس کا مطلب ہے یہ پوائنٹ سکورنگ ہے. ان کا مقصد کبھی بھی ریفارم نہیں ہوتا. جس کا مقصد ریفارم ہوتا ہے نا, وہ کہتا ہے کہ بھائی جس نے غلط کیا اس کو سزا دو, اور اس کے لیے وہ کوشش بھی کرتا ہے, آواز اٹھاتا ہے. انہوں نے کبھی بھی اس لیول پر آواز نہیں اٹھائی کہ یہ ریفارمز کی بات کرے, بلکہ انہوں نے پوائنٹ سکورنگ کی بات. میں نے کبھی نہیں دیکھا کسی احمدی کو جو ریفارمز کی بات کرتا ہو. میں نے ہمیشہ احمدیوں کو اس چیز پر دیکھا ہے, پوائنٹ سکورنگ کی, بلیم گیم. ویکھیا سی اج ساڈے نال کیتا سی نا, تے دیکھو تواڈے نال ہو گیا جی, اسی نہیں سا کہندے انج کر دیو تو انج کر دیو, تے دیکھو تسی ساڈے نال کیتا تے انج ہو گیا. وہ قسماں نو کھاؤ, کدی تے اپنا نظریہ سیدھا رکھو. ہمیشہ پٹھا پنگا انہوں نے لینا ہوتا ہے گل کرنے, پٹھا پنگا. کبھی نہیں میں نے ان کو دیکھا کہ بندے کے پتروں کی طرح ایشو کو ڈسکس کریں, پرابلم کو. ہمیشہ مسلمانوں کے کندھوں پر رکھ کر چیزیں پیش کرتے ہیں. اسے کہتے ہیں تخریب کاری والی جماعت, ڈسٹرکٹیو سوچ رادر دین پروڈکٹیو سوچ ہونے کی. خیر بہرحال جس طرح اہیر بھائی نے بتایا کہ براڈ وہ امتیاز بھائی لائیو آ چکے ہوئے ہیں, جو ہے پھر وہ سنتے ہیں انشاءاللہ. ٹھیک ہے نا, اللہ آپ لوگوں کو جائے خیر دے. میری طرف سے اتنی. اہیر بھائی آپ دیکھ لیں, کنکلوڈ کر لیں جیسے مناسب سمجھتے ہیں, میں بھی پھر اجازت دیتا ہوں. ٹھیک ہے جی پیارے بھائی. جی عامر بھائی بس ختم کرتے ہیں انشاءاللہ اس کو نا, کیونکہ امتیاز بھائی کی وہ چل رہی ہے, تو ہمارا تو ایجنڈا آج کا جتنا بھی تھا کنکلوڈ ہو گیا سارا انشاءاللہ. تو پھر انشاءاللہ دوستو پھر کبھی ملاقات ہوگی کوئی موضوع. بس یہ کہ یہ جو چیلنج کا ہمارا ٹائم تھا 31 جنوری تک ہے, اور انشاءاللہ ہم تو 2 مہینے پہلے سے ہم نے پریڈکشن کی ہوئی ہے کہ نہ پچھلے مہینے کسی نے آنا تھا نہ اس مہینے کوئی آئے گا.
تو یہ اس مہینے کی بھی چیلنجز کے اوپر پھر انشاءاللہ 3 تاریخ کو منگل والے دن، کیونکہ منگل کا دن منحوس ہوتا ہے، تو اسی منحوس دن جو کہ مرزا قادیانی کے لیے منحوس ہے، انشاءاللہ ان کی منحوسیت پہ 2 لتر اور مار کے لائیو سٹریم کریں گے یوٹیوب کے اوپر، تو سب دوست انشاءاللہ شامل ہوئیے گا. تب تک کے لیے دیجیے اجازت. 31 جو ہے وہ ڈیڈ لائن ہے ہیر بھائی؟ ہاں جی 31 تک ہے نا جی ان چیلنجز کی، تو پھر اس کے بعد آگے کی کہانی آگے انشاءاللہ. ہیر بھائی ایک فیور چاہیے تھی. پھر اوکے جی، اللہ حافظ. ہیر بھائی اوکے اللہ حافظ. السلام. جی 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 بھائی. میں کہہ رہا تھا کہ اگر کوئی ڈیڈ لائن کے بعد آئے تو اس کے لیے کوئی کنسیشن ہے کہ کیا ہے؟ ਉਹ ਉਸਕੇ ਉਹਨੂੰ ਲੰਮਿਆਂ ਪਾ ਕੇ ਉਹਨੂੰ ਕੰਸੈਸ਼ਨ 76 ਦੇ ਮਰਬੀਆਂ ਦੀਆਂ ਜਿਹੜੇ ਰਾਲਾ ਟਪਕ ਰਹੀਆਂ ਨੇ $30,000 ਵੇਖ ਕੇ, ਉਹਦਾ ਕੀ ਕਰਨਾ ਜੀ? 2 ਮਹੀਨੇ ਹੋ ਗਏ ਨੇ, ਕਿੱਥੇ ਮਰੇ ਨੇ, ਕੀ ਉੱਥੇ ਲੱਗੇ ਨੇ, ਟੀਕੇ ਲਵਾ ਰਹੇ ਨੇ? ਸਿਰਫ ਰਾਲਾ ਟਪਕ ਰਹੀਆਂ ਨੇ, ਉਹ ਹਿੰਮਤ ਕੋਈ ਨਹੀਂ ਜੇ ਗੱਲ ਕਰਨ ਦੀ. ਆਣ ਨਾ ਇੱਥੇ ਆ ਕੇ ਗੱਲ ਕਰਨ ਨਾ, ਤੇ ਫਿਰ ਪਤਾ लगता है. हाँ भाई आप कुछ कहना चाह रहे थे? बस असल में मैं इम्तियाज भाई के एहतराम में बंद करना चाह रहा हूँ. बिल्कुल बिल्कुल, काइंडली आप क्लोज कर दीजिए, बस 30 सेकंड लूंगा. मैं ये जो हिंदुओं का कॉन्सेप्ट है दूसरे जन्म का, मिर्जा साहब ने अपना ये जो बरूज का कॉन्सेप्ट लिया, मुझे वो सिमिलर नजर आता है. अगर काइंडली नेक्स्ट जब ब्रॉड लगे तो अगर रोशनी डाल सके तो बहुत ममनून. ਤੁਸੀਂ ਕ੍ਰਿਸ਼ਨਾ ਪੜ੍ਹ ਕੇ ਆना अगली बार. चलो टॉपिक मैं कृष्णा जी 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 बड़ा इंटरेस्टिंग टॉपिक है, इसके लिए टाइम चाहिए, तो इंशाल्लाह अगली बारी जो है ना काइंडली. ਤੇ ਹੀਰ ਭਾਈ ਆਪਣੀ ਬਰਾਡ ਵੀ ਹੁਣ ਲਾ ਲਿਓ ਇੱਕ ਦਿਨ ਨਾ, ਉਹ ਲਾਣੇ ਆ ਫਾਰਮੈਟ ਕੋਈ. ਠੀਕ ਹੈ ਜੀ, ਉਹ ਐ ਇਮਤਿਆਜ਼ ਭਾਈ ਦੀ ਮੁੱਕਦੀ ਹੈ, ਮੈਂ ਜਾਗ ਰਿਹਾ ਸਾਰੀ ਰਾਤ ਪਿਛਲੇ ਟਾਈਮ. ਬਸ ਠੀਕ ਹੈ ਫਿਰ, ਠੀਕ ਹੈ ਲਾਓ ਫਿਰ, ਅਸੀਂ ਵੀ ਜਾਗ ਹੀ ਰਹੇ ਹਾਂ ਉਸ ਤੋਂ ਬਾਅਦ. ਠੀਕ ਹੈ, ਓਕੇ.